श्री वाहिगुरु साहिब जीओ। श्री नानक अंगद गुरु अमरदास पद बंद। रामदास अर्जन गुरु वर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कुमाई जिन जीते पंच विकार। तिन संतन को बंदना सिर चरणन पर धार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा महखा सुर मद मर्दनी। महामोद दा शक्कर जगदम्बा जय जय करी। बकर धरे कर चक्कर महखा सुर मद मर्दनी। वाहिगुरु जी का खालसा वाहिगुरु जी की फतेह। धन धन सतगुरु गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन सतगुरु गरीब नवाज श्री गुरु ग्रंथ साहिब सच्चे पातशाह जी महाराज। सतगुरु जी की साजी नवाजी गुरु रूप गुरु प्यारी साध संगत जीओ। आप जी वड्डियां भागां वाले कर्मां वाले हो जो कि संध्या के समय तो ही श्री गुरु अर्जन देव महाराज जी के चरणों में हाजरियां भर के लाहा लै रहे हो। सतगुरु जी के धुर की बाणी के जाप आप संगतां ने सरवण कीते हैं। गुरु ग्रंथ साहिब महाराज जी प्रकाशमान हो करके सिंघासनां ते विराजमान हो करके संगतां नूं दर्शन दे रहे हैं। आप संगतां ने गुरबाणी पढ़ सुन के गुरु साहिब जी के दर्शन करके लाहा लिया है। इस प्रकार ही जो धन धन श्री गुरु नानक देव सच्चे पातशाह महाराज जी की लड़ीवार कथा आपां सरवण कर रहे हाँ। हुण उस कथा का समा होया है जो कि महाराज जी की बहुत ही महान पावन पवित्र कथा है। भाई साहब भाई संतोख सिंह जी ने भाई बाले वाली जन्म साखी तो उलत्था करके सोहने ढंग नाल काव्य के नियमां विच लिखी है, जिसका नाम श्री गुरु नानक प्रकाश ग्रंथ दे दिता, जिस विच कथा महाराज जी की बहुत ही विस्तार नाल लिखी हुई है। आपां कुछ महीनों तो सरवण करते आ रहे हैं। इवें गुरु साहिब जी जो 7 घरा नगर मिंट गुमरी दे नाल ही
ਉੱਥੇ ਮਹਾਰਾਜ ਗਏ ਸਨ। ਉੱਥੋਂ ਦਾ ਜਿਹੜਾ ਸ਼ਾਹੂਕਾਰ ਬਹੁਤ ਦੁਖੀ ਸੀ, ਆਪਣਾ ਦੁੱਖੜਾ ਰੋਇਆ, ਅਤੇ ਗੁਰੂ ਸਾਹਿਬ ਜੀ ਨੇ ਉਹਦਾ ਦੁੱਖ ਸੁਣ ਕੇ ਉਹਨੂੰ ਦੱਸਿਆ ਵੀ ਤੂੰ ਸ਼ਾਹੂਕਾਰਾ ਇਕੱਲਾ ਨਹੀਂ ਦੁਖੀ ਹੈ, ਇਹਦੇ ਕਰਮਾਂ ਦਾ ਫਲ ਹੈ। ਜਿਹੋ ਜਿਹੇ ਕੋਈ ਕਰਮ ਕਰਦਾ ਅਤੇ ਉਹਨੂੰ ਉਸ ਮੁਤਾਬਕ ਰੋਣਾ ਪੈਂਦਾ ਹੈ। ਤਾਂ ਕਰਕੇ ਤੂੰ ਜਿਹੜਾ ਹੈ ਦੁਖੀ ਹੋ ਰਿਹਾ ਹੈ। ਅਤੇ ਇਸ ਕਰਕੇ ਮਹਾਰਾਜ ਜੀ ਨੇ ਸ਼ਬਦ ਦੇ ਰਾਹੀਂ ਗਿਆਨ ਬਖਸ਼ਿਆ, ਸਹੰਸਰ ਦਾਨ ਦੇ ਇੰਦਰ ਰੁਆਇਆ। ਪਰਸੁਰਾਮ ਰੋਵੈ ਘਰ ਆਇਆ, ਅਜੇ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਇਹ ਸ਼ਬਦ ਨੂੰ ਮਹਾਰਾਜ ਜੀ ਨੇ ਭਾਵੇਂ ਕਿ ਸਾਧ ਸੰਗਤ ਦੀ ਇੱਕ ਤੁਕ ਵਿੱਚ ਹੀ ਕਹਿ ਦਿੱਤਾ ਹੈ, ਪਰ ਇਹਨਾਂ ਵਿਚਾਰਾਂ ਦੀ, ਇਹਨਾਂ ਬਚਨਾਂ ਦੀ ਕਥਾ ਬਹੁਤ ਵਿਸਥਾਰ ਨਾਲ ਹੈ। ਜਿਵੇਂ ਇੱਥੇ ਕਵੀ ਸਾਹਿਬ ਜੀ ਨੇ ਲਿਖੀ ਹੈ, ਵਿਸਥਾਰ ਨਾਲ ਕਥਾ ਆਪਾਂ ਸਰਵਣ ਕਰ ਰਹੇ ਹਾਂ। ਇਹ ਸੁਣ ਸ਼ਾਹੂਕਾਰਾ, ਜਦੋਂ ਇੰਦਰ ਦੇਵਤਾ ਕੁਕਰਮ ਕਮਾਉਣ ਗਿਆ ਸੀ ਅਤੇ ਗੌਤਮ ਰਿਖੀ ਨੇ ਉਹਨੂੰ 1000 ਜਿਹੜੇ ਹੈ ਸਰੀਰ ਦੇ ਅੰਗ ਹੋਣ ਕਿ ਤੇਰੇ ਹੋ ਜਾਣ ਇਹੋ ਜਿਹੇ ਜਿਨ੍ਹਾਂ ਪਿੱਛੇ ਤੂੰ ਆਇਆ ਹੈ, ਉਸ 1000 ਭਾਗਾਂ ਦਾ ਦੰਨ ਦੇ ਕੇ ਦਿੱਤਾ ਸੀ। ਅਤੇ ਇੰਦਰ ਬੜਾ ਰੋਇਆ ਸੀ ਉਸ ਵੇਲੇ। ਪਰਸੁਰਾਮ ਰੋਇਆ ਜਦੋਂ ਰਾਮਚੰਦਰ ਜੀ ਨੇ ਉਹਦੇ ਚਰਨ 'ਤੇ ਹੱਥ ਲਾ ਕੇ ਉਹਦੀ ਸ਼ਕਤੀ ਸਾਰੀ ਖੋਹ ਲਈ। ਇਸੇ ਤਰ੍ਹਾਂ ਹੀ ਜਿਹੜੇ ਬ੍ਰਾਹਮਣਾਂ ਵਾਸਤੇ ਉਹਨੇ 21 ਵਾਰ ਛਤਰੀ ਮਾਰ ਕੇ ਰਾਜ ਭਾਗ ਦਿੱਤਾ। ਫਿਰ ਬ੍ਰਾਹਮਣ ਉਹਨੂੰ ਮੰਗਦੇ ਨਜ਼ਰੀ ਆਏ, ਦੇਖੇ ਗਏ ਅਤੇ ਸੋਚਿਆ ਵੀ ਇਹ ਖਾਲੀ ਦੇ ਖਾਲੀ ਰਹਿ ਗਏ। ਪਰਸੁਰਾਮ ਬੜਾ ਰੋਇਆ ਹੈ ਘਰ ਆ ਕੇ। ਅਜੇ ਜੋ ਸ਼੍ਰੀ ਰਾਮਚੰਦਰ ਜੀ ਦੇ ਦਾਦਾ ਜੀ ਸਨ, ਬੜਾ ਤਗੜਾ ਰਾਜਾ ਸੀ। ਉਸ ਦੀ ਵੀ ਜਦੋਂ ਘਰ ਵਾਲੀ ਇੰਦੂਮਤੀ, ਜੋ ਬੜੀ ਪਤੀ ਵਰਤਾ ਧਰਮ ਵਾਲੀ ਸੀ, ਉਹ ਆਪਣਾ ਸਰੀਰ ਛੱਡ ਗਈ। ਅਤੇ ਇਹ ਰਾਜਾ ਇਸੇ ਕਰਕੇ ਫਕੀਰ ਬਣ ਗਿਆ, ਲੋਕਾਂ ਘਰੋਂ ਭਿੱਖਿਆ ਮੰਗ ਮੰਗ ਕੇ ਖਾਣ ਲੱਗਾ ਵਿਰਾਗ ਵਿੱਚ ਆ ਕੇ। ਅਤੇ ਜਦੋਂ ਇਹਨੂੰ ਭਿੱਖਿਆ ਦਿੰਦਿਆਂ ਇੱਕ ਇਸਤਰੀ ਨੇ ਤਾਨਾ ਮਾਰਿਆ ਅਤੇ ਭਿੱਖਿਆ ਦਾ ਅੰਨ ਖਾ ਕੇ ਅਜੇ ਰਾਜਾ ਵੀ ਬੜਾ ਰੋਇਆ। ਇਸੇ ਤਰ੍ਹਾਂ ਜਿਹੜੀ ਸਾਧੂ ਨੂੰ ਭਿੱਖਿਆ ਦਿੱਤੀ ਲਿੱਧ ਦੀ, ਉਹਨੇ ਕਿਹਾ ਵੀ ਰਾਜਾ ਤੇਰੀ 100 ਰੋਜ਼ ਦੀ 10 ਗੁਣਾ ਵਧੇ, ਇਹ ਤੇਰਾ ਦਾਨ। ਫਿਰ ਉਹ ਇਹਨੂੰ ਲਿੱਧ ਖਾਣੀ ਪਈ ਸੀ ਅਜੈ ਰਾਜੇ ਨੂੰ। ਅਤੇ ਇਹ ਅਜੈ ਰਾਜਾ ਉਹ ਭਿੱਖਿਆ ਆਪਣੀ ਦਿੱਤੀ ਸਾਧੂ ਨੂੰ ਜਦੋਂ ਆਪ ਲਿੱਧ ਖਾਣੀ ਪਈ, ਉਦੋਂ ਵੀ ਬੜਾ ਰੋਇਆ ਸੀ। ਨਾਲੇ ਰੋਏ ਅਤੇ ਨਾਲੇ ਖਾਏ। ਇਸ ਕਰਕੇ ਸ਼ਾਹੂਕਾਰਾ ਐਸੀ ਦਰਗਾਹ ਮਿਲੇ ਸਜਾਏ। ਇਹੋ ਜਿਹੇ ਜਿਹੜੇ ਕਰਮ ਕਰ ਲੈਣੇ ਨਾ ਆਪਣੇ, ਉਹਨਾਂ ਦਾ ਫਲ ਮਿਲਦਾ ਸੱਚੀ ਦਰਗਾਹ ਵਿੱਚ ਵੀ, ਅਤੇ ਇੱਥੇ ਵੀ ਸਜ਼ਾ ਮਿਲਦੀ ਹੈ। ਫਿਰ ਰੋਵਿਆ ਰਾਮ ਨਿਕਾਲਾ ਭਇਆ, ਜਦੋਂ ਰਾਮ ਜੀ ਉਹਨਾਂ ਦੀ ਮਾਂ ਹੀ ਕਹਿ ਕੇ, ਉਹਨੇ ਜਦੋਂ ਕਿਹਾ ਦਸ਼ਰਥ ਰਾਜੇ ਨੂੰ ਕਿ ਤੂੰ ਇਸ ਨੂੰ ਘਰੋਂ ਕੱਢ, 14 ਸਾਲ ਦਾ ਬਨਵਾਸ ਦੇ ਅਤੇ ਮੇਰੇ ਪੁੱਤਰ ਭਰਤ ਨੂੰ ਰਾਜ ਬਖਸ਼। ਅਤੇ ਦਸ਼ਰਥ ਰਾਜਾ ਇਹ ਕੁਝ ਸੁਣ ਕੇ, ਕਿਉਂਕਿ ਬਚਨ ਦਿੱਤਾ ਸੀ, ਫਿਰ ਰਾਮ ਜੀ ਨੂੰ ਨਿਕਾਲਾ ਦਿੱਤਾ ਕਿ ਪੁੱਤਰ ਤੈਨੂੰ ਬਨਵਾਸ ਕੱਟਣਾ ਪੈਣਾ ਹੈ। ਅਤੇ ਅਯੁੱਧਿਆ ਨਗਰੀ ਤੋਂ ਜਦੋਂ ਬਾਹਰ ਗਏ, ਉਦੋਂ ਵੀ ਬੜਾ ਰਾਮ ਜੀ ਰੋਏ ਸਨ। ਫਿਰ ਜਦੋਂ ਸੀਤਾ ਨੂੰ ਜੋਗੀ ਬਣ ਕੇ ਰਾਵਣ ਲੈ ਗਿਆ, ਤਾਂ ਉਦੋਂ ਵੀ ਬੜਾ ਰੋਏ। ਲਛਮਣ ਮੂਰਛਤ ਹੋਇਆ, ਬਰਛੀ ਵੱਜੀ, ਉਦੋਂ ਵੀ ਬੜਾ ਰੋਏ ਸਨ। ਅਤੇ ਇਸੇ ਤਰ੍ਹਾਂ ਹੀ ਰੋਵੈ ਦਹਿ ਸਿਰ ਲੰਕ ਗਵਾਏ। ਅਤੇ ਜਦੋਂ ਰਾਮਚੰਦਰ ਜੀ ਲੈਣ ਗਏ ਸਨ ਸੀਤਾ ਨੂੰ, ਅਤੇ ਦਹਿ ਸਿਰ 10 ਸਿਰਾਂ ਵਾਲੇ, ਜਿਨ ਸਿਰ ਦੀਨੇ ਕਾਟ, ਭਾਵ ਜਿਹਨੇ 10 ਸਿਰ ਕੱਟ ਕੇ ਦਿੱਤੇ ਆਪਣੇ ਗੁਰੂ ਸ਼ਿਵ ਜੀ ਨੂੰ ਰਾਵਣ ਨੇ। ਅਤੇ ਰਾਵਣ ਵੀ ਉਸ ਵੇਲੇ ਬੜਾ ਰੋਇਆ ਸੀ ਜਦੋਂ ਲੰਕਾ ਦਾ ਰਾਜ ਭਾਗ ਜਿਹੜੇ ਆ
ਸਾਰੇ ਬੰਦ ਕਰ ਇਹੋ ਰਹਿਣ ਗੱਲ। ਤੇ ਰਾਵਣ ਉਸ ਵੇਲੇ ਬੜਾ ਰੋਇਆ ਸੀ ਆਪਣੀ ਲੰਕਾ ਗਵਾ ਕੇ ਵੀ ਕਾਹਨੂੰ ਆਪਣੀ ਭੈਣ ਮਗਰ ਲੱਗ ਕੇ ਤੇ ਜਾਂ ਲੜਨਾ ਸੀ। ਸਮੇਂ ਦੇ ਅਵਤਾਰ ਸਨ, ਆਪਣੀ ਲੰਕਾ ਵੀ ਗਵਾ ਲਈ, ਆਪਣਾ ਰਾਜ ਭਾਗ ਵੀ ਗਵਾ ਲਿਆ, ਆਪਣੇ ਪੁੱਤਰਾਂ ਨੂੰ ਵੀ ਗਵਾ ਲਿਆ, ਭਰਾਵਾਂ ਨੂੰ ਵੀ ਗਵਾ ਲਿਆ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ ਵੀ ਸਾਰੇ ਚਲੇ ਗਏ। ਉਸ ਵੇਲੇ ਰਾਵਣ ਵੀ ਬੜਾ ਰੋਇਆ ਸੀ, ਜੋ ਕਿ ਜਿਸ ਨੇ ਜਿਨ ਸੀਤਾ ਆਂਦੀ ਡੋਰੂ ਬਾਏ ਅਤੇ ਸੀਤਾ ਨੂੰ ਲਿਆਂਦਾ ਸੀ ਆਪਣੀ ਭੈਣ ਦੀ ਕਹਿਣੇ ਕਰਕੇ ਫੜ ਕੇ ਡੋਰੂ ਵਜਾ ਕੇ, ਉਹ ਸਾਹਮਣੇ ਕੁਟੀਆ ਦੇ ਖਲੋ ਕੇ ਡਮਰੂ ਵਜਾ ਕੇ ਵੀ ਅਲਖ ਨਿਰੰਜਨ ਕਹਿ ਕੇ। ਇਸੇ ਤਰ੍ਹਾਂ ਜਦੋਂ ਸੀਤਾ ਨੂੰ ਆਪਣੀ ਲੰਕਾ ਵਿੱਚ ਲੈ ਗਿਆ ਤਾਂ ਉੱਥੇ ਬੜੇ ਧੌਂਸੇ ਨਗਾਰੇ ਵਜਾਏ ਅਤੇ ਕਹਿੰਦਾ ਸੀ ਉੱਚੀ ਸਾਰੀ ਗੱਜ ਕੇ ਮੈਂ ਆਪਣੀ ਭੈਣ ਸੂਪਨਖਾ ਦਾ ਬਦਲਾ ਲੈ ਲਿਆ। ਪਰ ਜਿਸ ਦਿਨ ਲੰਕਾ ਗਵਾਈ ਮਰਿਆ, ਬਹੁਤ ਰੋਇਆ ਸੀ ਡਿੱਗ ਕੇ ਧਰਤੀ ਉੱਪਰ। ਇਹ ਆਪਾਂ ਜਿਹੜੀ ਕਥਾ ਹੈ ਇਹਨਾਂ ਬਚਨਾਂ ਦੀ ਵਿਸਥਾਰ ਨਾਲ ਸਰਵਣ ਕਰ ਲਈ ਹੈ ਪ੍ਰਸੰਗ ਰੂਪ ਵਿੱਚ। ਹੁਣ ਜਿਵੇਂ ਬਚਨ ਆ ਰਿਹਾ, ਰੋਵ ਹੈ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਉਹ ਕਥਾ ਅੱਜ ਵਿਸਥਾਰ ਨਾਲ ਆ ਰਹੀ ਹੈ। ਗੁਰੂ ਸਾਹਿਬ ਜੀ ਨੇ ਤੇ ਇਸ਼ਾਰੇ ਮਾਤਰ ਬਚਨ ਕੀਤੇ, ਪਰ ਰੋਏ ਕਿਵੇਂ ਉਹ ਦੁੱਖ ਪਾਉਣਾ ਪਿਆ ਹੈ, ਉਹ ਸਤਿਗੁਰੂ ਜੀ ਨੇ ਇੱਥੇ ਭਾਈ ਮਰਦਾਨਾ ਜੀ ਨੂੰ ਅਥਵਾ ਸ਼ਾਹੂਕਾਰ ਨੂੰ ਜਿਵੇਂ ਪ੍ਰਸੰਗ ਸੁਣਾਇਆ, ਉਹ ਕਥਾ ਵਿਚਾਰ ਵਿਸਥਾਰ ਨਾਲ ਆ ਰਹੀ। ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਹਿਖਾਸੁਰ ਮਦ ਮਰਦਨੀ। ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਕਵਿਤਾ ਦੀ ਸ਼ਕਤੀ ਜੋ ਸਾਰਦਾ ਉਹਦਾ ਮੰਗਲ ਕਰਦੇ ਕਵੀਆਂ ਦੀ ਮਰਿਆਦਾ ਅਨੁਸਾਰ, ਜੋ ਕਿ ਕਵੀ ਸਾਹਿਬ ਜੀ ਅੱਗੇ ਇਤਿਹਾਸ ਉਹਨਾਂ ਨੇ ਵੀਰ ਰਸ ਵਾਲਾ ਵੀ ਲਿਖਣਾ, ਸ਼ਾਂਤ ਰਸ ਵਾਲਾ ਵੀ, ਸਭ ਰਸ ਵਾਲਾ ਉਹਨਾਂ ਇਤਿਹਾਸ ਕਥਨ ਕੀਤਾ। ਉਸੇ ਤਰ੍ਹਾਂ ਮੰਗਲ ਕਰਾ ਲੈਂਦੇ, ਕਿਤੇ ਸ਼ਾਂਤ ਰਸ ਵਾਲਾ ਕਥਨ ਕਰ ਦਿੰਦੇ ਸਾਰਦਾ ਨੂੰ, ਕਿਤੇ ਬੇਰਸ ਦਾ ਕਥਨ ਕਰ ਦਿੰਦੇ ਆ ਕਵਿਤਾ ਦੀ ਸ਼ਕਤੀ ਦਾ। ਇੱਥੇ ਬੀਰ ਰਸ ਰੂਪ ਵਿੱਚ ਕਥਨ ਕਰ ਰਹੇ ਹੈ। ਮੈਂ ਖਾਸਰ ਮਦ ਮਰਦਨੀ, ਕਿ ਜੋ ਮੈਂ ਖਾਸਰ ਨਾਮੇ ਦੈਂਤ ਹੈ, ਅਤੇ ਉਸ ਮੈਂ ਖਾਸਰ ਨਾਮੇ ਦੈਂਤ ਦਾ ਮਦ ਹੰਕਾਰ ਜਿਹੜਾ ਦਲ ਮਲ ਸਿੱਟ ਦੇਣ ਵਾਲੀ ਹੈ ਕਵਿਤਾ ਦੀ ਸ਼ਕਤੀ। ਮਹਾਮੋਦ ਦਾ ਸ਼ਕਰ, ਤੇ ਜੋ ਇੰਦਰ ਨੂੰ ਮਹਾਨ ਜਿਹੜਾ ਆਨੰਦ ਖੁਸ਼ੀ ਬਖਸ਼ਣ ਦੇਣ ਵਾਲੀ ਹੈ। ਜਗਦੰਬਾ ਜੈ ਜੈ ਕਰੀ। ਫਿਰ ਹੈ ਜਗਤ ਦੀ ਅੰਬਾ, ਆਪ ਜਗਤ ਦੀ ਮਾਤਾ, ਤੇਰੀ ਤੂੰ ਵੈਰੀਆਂ 'ਤੇ ਜੈ ਫਤਿਹ ਕਰਨ ਵਾਲੀ ਹੈ, ਫਤਿਹ ਪਾਉਣ ਵਾਲੀ ਹੈ। ਅਤੇ ਤੇਰੀ ਐਸੀ ਕਵਿਤਾ ਦੀ ਸ਼ਕਤੀ ਤੇਰੀ ਜੈ ਹੋਵੇ ਜੋ ਸਭ 'ਤੇ ਜੈ ਕਰਨ ਵਾਲੀ, ਫਤਿਹ ਕਰਨ ਵਾਲੀ ਹੈ। ਬੱਕਰ ਧਰੇ ਕਰ ਚੱਕਰ, ਜਿਸ ਨੇ ਆਪਣੇ ਹੱਥਾਂ ਵਿੱਚ ਜਿਹੜਾ ਟੇਢਾ ਚੱਕਰ ਧਾਰਨ ਕੀਤਾ ਹੈ, ਟੇਢਾ ਕਰਕੇ ਚਲਾਇਆ ਜਾਂਦਾ ਹੈ ਚੱਕਰ, ਉਹ ਟੇਢਾ ਹੀ ਹੁੰਦਾ ਹੈ। ਇਸ ਕਰਕੇ ਜਿਸ ਕਵਿਤਾ ਦੀ ਦਾਤੀ ਸ਼ਕਤੀ ਸਾਰਦਾ ਨੇ ਜਿਹੜਾ ਟੇਢਾ ਚੱਕਰ ਆਪਣੇ ਹੱਥਾਂ ਵਿੱਚ ਧਾਰਨ ਕੀਤਾ ਹੋਇਆ, ਅਤੇ ਇਹ ਕਵਿਤਾ ਦੀ ਸ਼ਕਤੀ ਤੂੰ ਐਸੀ ਬਲ ਵਾਲੀ, ਮੇਰੇ ਵੀ ਵਿਘਨਾਂ ਨੂੰ ਨਾਸ ਕਰ। ਭਾਵ ਮੈਂ ਜੋ ਕਵਿਤਾ ਲਿਖ ਰਿਹਾ ਸਤਿਗੁਰੂ ਜੀ ਦੀ ਕਥਾ ਦੀ, ਉਹਦੇ ਵਿੱਚ ਕੋਈ ਵਿਘਨ ਨਾ ਪਏ। ਇਹ ਕਵੀਆਂ ਦੀ ਮਰਿਆਦਾ ਦਾ ਮੰਗਲ ਜੋ ਕਵਿਤਾ ਦੀ ਸ਼ਕਤੀ ਦਾ ਉਹ ਕੀਤਾ।
ਇਸੇ ਤਰ੍ਹਾਂ ਹੀ ਪਰਮੇਸ਼ਰ ਦੀ ਜਿਹੜੀ ਚੇਤਨ ਸੱਤਾ ਹੈ, ਜਿਹੜੀ ਸੱਤਾ ਪਾ ਕੇ ਰੁੱਖ ਹਰੇ ਹੈ, ਸਮੁੰਦਰ ਉਛਲਦੇ ਹੈ, ਆਪਾਂ ਸਾਰੇ ਦੇਖ ਰਹੇ ਹਾਂ, ਸੁਣ ਰਹੇ ਹਾਂ, ਹਿਲ ਜੁਲ ਰਹੇ ਹਾਂ, ਉਹ ਪਰਮੇਸ਼ਰ ਦੀ ਜਿਹੜੀ ਚੇਤਨ ਸੱਤਾ ਉਹਦਾ ਮੰਗਲ ਹੈ। ਇਸੇ ਤਰ੍ਹਾਂ ਹੀ ਮਹਿਖਾਸੁਰ ਮਦ ਮਰਦਨੀ, ਜੋ ਮਹਿਖਾਸੁਰ ਇਹ ਦੈਂਤ ਸੀ, ਮਹਿਖਾਸੁਰ ਇਸੇ ਤਰ੍ਹਾਂ ਜਿਹੜਾ ਹੰਕਾਰ ਰੂਪੀ ਦੈਂਤ ਮਹਿਖਾਸੁਰ ਹੈ, ਹੰਕਾਰ ਰੂਪੀ ਦੈਂਤ ਦੇ ਹੰਕਾਰ ਨੂੰ ਮਲ ਦੇਣ ਵਾਲੀ, ਅਗਿਆਨ ਰੂਪੀ ਮਹਿਖਾਸੁਰ ਜੋ ਦੈਂਤ ਹੈ ਉਹਦੇ ਹੰਕਾਰ ਨੂੰ ਮਲ ਦੇਣ ਵਾਲੀ, ਭਰਮ ਰੂਪੀ ਮਹਿਖਾਸੁਰ ਦੈਂਤ ਦੇ ਹੰਕਾਰ ਨੂੰ ਮਲ ਦੇਣ ਵਾਲੀ, ਮਲ ਕੇ ਸੁੱਟ ਦੇਣ ਵਾਲੀ ਹੈ। ਕਿ ਜੋ ਪਰਮੇਸ਼ਰ ਦੀ ਚੇਤਨ ਸੱਤਾ ਹੈ ਉਹ ਜਦੋਂ ਸਰੀਰ ਪਾਸੋਂ ਜਪ ਤਪ ਕਰਵਾ ਦਿੰਦੀ ਹੈ, ਜਪ ਤਪ ਕਰਨੇ ਕਰਕੇ ਗਿਆਨ ਹੋ ਜਾਂਦਾ, ਗਿਆਨ ਕਰਕੇ ਭਰਮ ਨਾਸ ਹੈ, ਗਿਆਨ ਕਰਕੇ ਫਿਰ ਅਗਿਆਨ ਨਾਸ ਹੋ ਜਾਂਦਾ, ਗਿਆਨ ਕਰਕੇ ਹਉਮੈ ਹੰਕਾਰ ਨਾਸ ਹੋ ਜਾਂਦਾ ਹੈ। ਇਵੇਂ ਹੈ ਪਰਮੇਸ਼ਰ ਦੀ ਚੇਤਨ ਸੱਤਾ ਤੂੰ ਹੰਕਾਰ ਰੂਪੀ ਦੈਂਤ ਦੇ ਹੰਕਾਰ ਨੂੰ ਮਲ ਕੇ ਸੁੱਟ ਦੇਣ ਵਾਲੀ, ਦਲ ਮਲ ਕੇ, ਇਸੇ ਤਰ੍ਹਾਂ ਅਗਿਆਨ ਰੂਪੀ ਦੈਂਤ ਦੇ ਹੰਕਾਰ ਨੂੰ ਦਲ ਮਲ ਸੁੱਟ ਦੇਣ ਵਾਲੀ ਹੈ। ਭਰਮ ਰੂਪੀ ਮਹਿਖਾਸੁਰ ਦੈਂਤ ਦੇ ਹੰਕਾਰ ਨੂੰ ਦਲ ਮਲ ਕੇ ਸੁੱਟ ਦੇਣ ਵਾਲੀ ਹੈ ਪਰਮੇਸ਼ਰ ਦੀ ਸੱਤਾ। ਮਹਾਮੋਦ ਦਾ ਸ਼ੱਕਰ, ਤੇ ਜੋ ਮਹਾਮੋਦ ਦਾ ਸ਼ੱਕਰ, ਜੋ ਜੀਵ ਰੂਪੀ ਇੰਦਰ ਹੈ, ਉਸ ਜੀਵ ਰੂਪੀ ਇੰਦਰ ਨੂੰ ਤੂੰ ਬਹੁਤ ਆਨੰਦ ਖੁਸ਼ੀ ਬਖਸ਼ ਦੇਣ ਵਾਲੀ ਹੈ। ਜੋ ਜੀਵ ਆਤਮਾ ਹੈ, ਜੀਵ ਆਤਮਾ ਦੇ ਆਨੰਦ ਨੂੰ, ਜੀਵ ਆਤਮਾ ਨੂੰ ਤੂੰ ਮਹਾਨ ਹੀ ਆਨੰਦ ਸੁੱਖ ਬਖਸ਼ ਦੇਣ ਵਾਲੀ ਹੈ। ਜਿੰਨਾ ਚਿਰ ਸਾਡੇ ਵਿੱਚ ਪਰਮੇਸ਼ਰ ਦੀ ਸੱਤਾ ਹੈ ਉਹਨਾਂ ਚਿਰ ਹੀ ਸਾਨੂੰ ਖਾਣ ਦਾ ਆਨੰਦ ਹੈ, ਉਹਨਾਂ ਚਿਰ ਹੀ ਪਾਉਣ ਦਾ ਆਨੰਦ ਹੈ। ਜਦੋਂ ਹੀ ਉਹਦੀ ਸੱਤਾ ਨਿਕਲ ਜਾਏ ਫਿਰ ਭਾਵੇਂ ਕਿੰਨੇ ਕੱਪੜੇ ਪਾਈ ਜਾਓ, ਸਰੀਰ ਨੂੰ ਕਿੰਨਾ ਲਾਗੇ ਖਾਣ ਲਈ ਰੱਖੀ ਜਾਓ, ਤਾਂ ਕਾਹਦਾ ਆਨੰਦ ਹੈ? ਫਿਰ ਕੋਈ ਆਨੰਦ ਨਹੀਂ ਰਹਿੰਦਾ ਹੈ। ਪਰਮੇਸ਼ਰ ਦੀ ਸੱਤਾ ਕਰਕੇ ਸਾਰੇ ਆਨੰਦ ਹੈ। ਇਵੇਂ ਜੋ ਜੀਵ ਆਤਮਾ ਹੈ ਉਸ ਨੂੰ ਤੂੰ ਮਹਾਨ ਹੀ ਆਨੰਦ ਖੁਸ਼ੀ ਬਖਸ਼ ਦੇਣ ਵਾਲੀ ਹੈ ਪਰਮੇਸ਼ਰ ਦੀ ਸੱਤਾ। ਜਗਦੰਬਾ ਜੈ ਜੈ ਕਰੀ, ਜੋ ਜਗਤ ਦੀ ਫਿਰ ਅੰਬਾ ਮਾਂ ਹੈ ਪਰਮੇਸ਼ਰ ਦੀ ਸੱਤਾ। ਜਿਵੇਂ ਮਾਂ ਬੱਚੇ ਦੀ ਦਾਤੀ ਹੈ, ਜੀਵਨ ਦਾਤੀ ਹੈ, ਰਚਤਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦੀ ਸੱਤਾ ਕਰਕੇ ਤੇ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੋ ਰਹੀ ਹੈ। ਮਾਇਆ ਨੇ ਸੱਤਾ ਪਰਮੇਸ਼ਰ ਦੀ ਲਈ ਹੋਈ ਹੈ, ਤਿੰਨਾਂ ਗੁਣਾਂ ਦੇ ਸਹਿਤ ਹੋਈ ਹੈ, ਜਿਸ ਕਰਕੇ ਸਾਰੀ ਸ੍ਰਿਸ਼ਟੀ ਰਚੀ ਜਾ ਰਹੀ ਹੈ। ਅਤੇ ਉਹ ਪਰਮੇਸ਼ਰ ਦੀ ਸੱਤਾ ਹੀ ਹੋਣੇ ਕਰਕੇ ਮਾਂ ਦੇ ਅੰਦਰ ਅਤੇ ਉਹ ਬੱਚੇ ਦੀ ਪੈਦਾਇਸ਼ ਹੁੰਦੀ ਹੈ। ਇਸੇ ਤਰ੍ਹਾਂ ਜਗਦੰਬਾ ਸੰਸਾਰ ਦੀ ਰਚਨ ਵਾਲੀ ਹੋਣ ਕਰਕੇ ਪਰਮੇਸ਼ਰ ਦੀ ਸੱਤਾ ਜਿਹੜੀ ਹੈ ਸੰਸਾਰ ਦੀ ਮਾਂ ਹੈ, ਅੰਬਾ ਹੈ। ਅਤੇ ਜੈ ਜੋ ਸਭ 'ਤੇ ਅੰਦਰਲੇ ਵੈਰੀਆਂ 'ਤੇ ਵੀ ਫਤਿਹ ਪਾਉਣ ਵਾਲੀ ਹੈ, ਫਤਿਹ ਕਰ ਦੇਣ ਵਾਲੀ ਹੈ। ਇਸੇ ਤਰ੍ਹਾਂ ਬਾਹਰਲੇ ਵੈਰੀਆਂ 'ਤੇ ਫਤਿਹ ਕਰ ਦੇਣ ਵਾਲੀ ਹੈ। ਜਦੋਂ ਵਾਹਿਗੁਰੂ ਦੀ ਸੱਤਾ ਕਰਕੇ ਗਿਆਨ ਹੋ ਜਾਂਦਾ ਅੰਦਰ, ਗੁਰੂ ਤੋਂ ਉਪਦੇਸ਼ ਲੈ ਕੇ, ਅਤੇ ਫਿਰ ਅੰਦਰਲੇ ਜਿਹੜੇ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ 'ਤੇ ਫਤਿਹ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਬਾਹਰ ਦੇ ਵੈਰੀ ਹੈ, ਜੇ ਅੰਦਰ ਸਾਹ ਸੱਤਿਆ ਹੋਏਗੀ, ਸੂਰਮਤਾਈ ਹੋਏਗੀ ਤਾਂ ਹੀ ਲੜਿਆ ਜਾਏਗਾ, ਫਤਿਹ ਹੋਏਗੀ। ਐਵੇਂ ਬਾਹਰਲੇ ਅਤੇ ਅੰਦਰਲੇ ਵੈਰੀਆਂ 'ਤੇ ਫਤਿਹ ਕਰ ਦੇਣ ਵਾਲੀ ਪਰਮੇਸ਼ਰ ਦੀ ਸੱਤਾ ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ। ਬੱਕਰ ਧਰੇ ਕਰ ਚੱਕਰ, ਜਿਸ ਵਾਹਿਗੁਰੂ ਦੀ ਸੱਤਾ ਨੇ ਪ੍ਰਤੱਖੀ ਕਾਲ ਰੂਪੀ ਟੇਢਾ ਚੱਕਰ ਹੱਥ ਵਿੱਚ ਧਾਰਨ ਕੀਤਾ ਹੋਇਆ ਹੈ। ਜਦੋਂ ਹੀ ਉਹ ਸਮਾਂ ਆਉਂਦਾ ਹੈ ਜੀਵ ਦਾ, ਅਤੇ ਉਸੇ ਵੇਲੇ ਟੇਢਾ ਚੱਕਰ ਚਲਾ ਦਿੰਦੀ ਵਾਹਿਗੁਰੂ ਦੀ ਸੱਤਾ, ਅਤੇ ਮਨੁੱਖ ਨੂੰ ਜਿਹੜਾ ਖਤਮ ਕਰਕੇ ਰੱਖ ਦਿੰਦੀ, ਸਭ ਲੱਥੜ ਪੁੱਥੜ ਹੋ ਜਾਂਦਾ ਹੈ। ਅਤੇ ਇਸੇ ਤਰ੍ਹਾਂ ਹੀ ਜੋ ਵਾਹਿਗੁਰੂ ਦੀ ਸੱਤਾ ਨੇ ਆਪਣੇ ਹੁਕਮ ਰੂਪੀ ਹੱਥ ਵਿੱਚ
ਆਗਿਆ ਰੂਪੀ ਟੇਢਾ ਚੱਕਰ ਧਾਰਨ ਕੀਤਾ ਹੋਇਆ। ਜਦੋਂ ਪਰਮੇਸ਼ਰ ਦਾ ਹੁਕਮ ਆਉਂਦਾ ਹੈ ਅਤੇ ਆਗਿਆ ਹੁੰਦੀ ਵਾਹਿਗੁਰੂ ਦੀ, ਉਸੇ ਵੇਲੇ ਉਹ ਟੇਢਾ ਚੱਕਰ ਚਲਾ ਦਿੰਦੀ ਹੈ। ਸੱਤਾ ਉਸੇ ਤਰ੍ਹਾਂ ਹੀ ਕਰ ਕਰਾ ਲੈਂਦੀ ਹੈ। ਇਸ ਤਰ੍ਹਾਂ ਹੈ ਵਾਹਿਗੁਰੂ ਦੀ ਸੱਤਾ ਤੇਰੀ ਜੈ ਹੋਵੇ, ਤੇਰੀ ਜੈ ਹੋਵੇ। ਜਿਸ ਨੇ ਆਪਣੇ ਹੁਕਮ ਰੂਪੀ ਹੱਥ ਵਿੱਚ ਪਰਮੇਸ਼ਰ ਦੀ ਆਗਿਆ ਰੂਪੀ ਟੇਢਾ ਚੱਕਰ ਧਾਰਨ ਕੀਤਾ ਹੋਇਆ ਹੈ, ਮੇਰੇ 'ਤੇ ਵੀ ਕਿਰਪਾ ਕਰ। ਮੇਰੇ ਸਾਰੇ ਵਿਘਨ ਅੰਦਰਲੇ ਬਾਹਰਲੇ ਵੈਰੀ ਦੈਂਤ ਨਾਸ ਕਰ। ਸ੍ਰੀ ਬਾਲਾ ਸੰਗਰ ਵਾਚ ਚੌਪਈ ਅਬ ਸਨ ਪਾਂਡਵ ਕੇਰ ਕਹਾਣੀ। ਗੁਰੂ ਸਾਹਿਬ ਜੀ ਪਿੱਛੇ ਸਾਰੀ ਕਥਾ ਸੁਣਾ ਕੇ ਰਾਵਣ ਆਦਿਕ ਦੀ ਵੀ, ਹੇ ਸ਼ਾਹੂਕਾਰਾ ਤੂੰ ਕੀ ਆਪਣੀ ਗੱਲ ਕਰਦਾ? ਐਨੇ ਤਗੜੇ ਬਲੀ ਹੋਏ ਜੋ ਸਭ ਤਰ੍ਹਾਂ ਨਾਲ ਹੀ ਮਹਾਨ ਸਨ। ਜਿਸ ਰਾਵਣ ਦੀ ਸੋਨੇ ਦੀ ਲੰਕਾ ਸੀ ਅਤੇ ਜਿਸ ਦਿਨ ਉਹ ਮਰਿਆ ਅਤੇ ਉਹਦੀ ਘਰ ਦੀ ਜਿਹੜੀ ਮੰਦੋਦਰੀ ਹੈ ਉਹਨੂੰ ਰੱਤੀ ਪਰ ਸੋਨਾ ਨਹੀਂ ਮਿਲਿਆ ਵੀ ਉਹ ਰਾਵਣ ਦੇ ਮੁੱਖ ਵਿੱਚ ਹੀ ਪਾ ਦੇਵੇ, ਹਜੇ ਕਿ ਲੰਕਾ ਹੀ ਉਹਨਾਂ ਦੀ ਸੋਨੇ ਦੀ ਸੀ। ਐਨੇ ਬਲੀ ਅਤੇ ਪੂਜ ਕਰ ਕਰਕੇ ਚਲੇ ਗਏ ਹੈ। ਜਿਵੇਂ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਆਉਂਦੇ ਹੈ, ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ। ਵੱਡੇ ਵੱਡੇ ਚੱਕਰਵਰਤੀ ਪਾਤਸ਼ਾਹ, ਖਾਨ ਬਹਾਦਰ, ਉਮਰਾਵ ਸਭ ਚਲੇ ਗਏ ਕੂਚ ਕਰ ਕਰਕੇ। ਇਹ ਕਥਾ ਸੁਣਾ ਕੇ ਮਹਾਰਾਜ ਕਹਿੰਦੇ ਹੈ, ਇਹ ਭਾਈ ਮਰਦਾਨਾ ਅਥਵਾ ਸ਼ਾਹੂਕਾਰਾ, ਹੁਣ ਜੋ ਪੰਜ ਪਾਂਡਵ ਹੈ ਯੁਧਿਸ਼ਟਰ, ਨਕਲ, ਸਹਿਦੇਵ, ਭੀਮ ਸੈਨ, ਇਹਨਾਂ ਦੀ ਜਿਹੜੀ ਕਥਾ ਹੈ ਉਹ ਵੀ ਸੁਣ ਲਾ। ਜਿਨਾ ਟਿਗ ਰਹਤ ਕ੍ਰਿਸ਼ਨ ਗੁਣ ਖਾਨੀ। ਰੋਗ ਹੈ ਪਾਂਡਵ ਭਏ ਮਜੂਰ, ਜਿਨਕੇ ਸਵਾਮੀ ਰਹਿਤ, ਜਿਨਕੇ ਰਹਿਤ ਸਵਾਮੀ, ਜਿਨਕੇ ਸਵਾਮੀ ਰਹਿਤ ਹਦੂਰ। ਉਹ ਜਿਹੜੇ ਦੋ ਤੁਕਾਂ ਨਾ ਗੁਰਬਾਣੀ ਦੀਆਂ, ਉਹਨਾਂ ਦੀ ਹੁਣ ਕਥਾ ਆ ਰਹੀ ਹੈ ਵੀ ਜਿਨ੍ਹਾਂ ਦੇ ਕੋਲ ਹਮੇਸ਼ਾ ਹੀ ਗੁਣਾਂ ਦੀ ਖਾਨ ਕ੍ਰਿਸ਼ਨ ਭਗਵਾਨ ਰਹਿੰਦੇ ਸੀ ਹਰ ਵਕਤ। ਸਰਬ ਦਿਸ਼ਾ ਜੀਤੀ ਇੱਕ ਬਾਰੀ। ਇੱਕ ਸਮੇਂ ਨਾਲ ਪਾਂਡਵਾਂ ਨੇ ਸਾਰੀਆਂ ਜਿਹੜੀਆਂ ਦਿਸ਼ਾਵਾਂ ਪੂਰਬ, ਪੱਛਮ, ਉੱਤਰ, ਦੱਖਣ ਭਾਵ ਸਾਰੇ ਧਰਤੀ ਜਿਹੜੀ ਜਿੱਤ ਲਈ ਸੀ। ਰਾਜਸ ਮਖ ਕੀਨਾ ਭਾਰੀ। ਰਾਜਸੋ ਜਿਨ੍ਹਾਂ ਨੇ ਬੜਾ ਭਾਰੀ ਜਗ ਕੀਤਾ। ਇਹ ਉਹ ਜਗ ਹੈ ਜਿਸ ਵਿੱਚ ਸਾਰੇ ਰਾਜੇ, ਜਿਸ ਰਾਜੇ ਨੇ ਜਗ ਕਰਾਇਆ ਹੋਵੇ ਉਹਦੇ ਅਧੀਨ ਹੋ ਕੇ ਸਾਰੇ ਨਾਲ ਕੰਮ ਧੰਦੇ ਕਰਨ, ਡਿਊਟੀਆਂ ਲਾਈਆਂ ਜਾਣ। ਇੱਕ ਤਾਂ ਹੁੰਦਾ ਨਾ ਵੀ ਨੌਕਰਾਂ ਪਾਸੋਂ ਜਗ ਕਰਾਉਣਾ ਵੀ ਉਹਨਾਂ ਨੂੰ ਕਹਿਣਾ ਤੁਸੀਂ ਆਹ ਕਰੋ, ਤੁਸੀਂ ਆਹ ਕਰੋ। ਇੱਕ ਹੈ ਵੀ ਜਿਹੜਾ ਰਾਜਾ ਜਗ ਕਰਾਵੇ ਅਤੇ ਦੂਜੇ ਸਾਰੇ ਧਰਤੀ ਦੇ ਰਾਜਿਆਂ ਨੂੰ ਬੁਲਾਵੇ ਅਤੇ ਉਹਨਾਂ ਦੀ ਡਿਊਟੀਆਂ ਲਾਵੇ, ਆਪਣੇ ਅਧੀਨ ਰਹਿ ਕੇ ਕਰਵਾਵੇ। ਉਹ ਰਾਜਸੋ ਜਗ ਹੁੰਦਾ ਹੈ। ਅਤੇ ਉਹ ਰਾਜਸੋ ਜਗ ਇਹਨਾਂ ਪਾਂਡਵਾਂ ਨੇ ਬੜਾ ਭਾਰੀ ਕੀਤਾ। ਅਮਿਤ ਪਦਾਰਥ ਘਰ ਮਹਿ ਆਏ। ਜਿਸ ਕਰਕੇ ਪੰਜੇ ਪਾਂਡਵਾਂ ਦੇ ਘਰ ਪਦਾਰਥ ਮਿੰਤੀ ਤੋਂ ਰਹਿਤ ਬਹੁਤੇ ਹੀ ਆਏ। ਸਭ ਦਿਸ਼ ਕੇ ਨ੍ਰਿਪ ਪਾਏ ਲਗਾਏ। ਸਾਰੇ ਤਰਫਾਂ ਦੇ, ਸਾਰੀ ਧਰਤੀ ਦੇ ਜਿੰਨੇ ਰਾਜੇ ਉਹ ਆਪਣੇ ਚਰਨੀ ਲਾ ਲਏ, ਆਪਣੇ ਅਧੀਨ ਕਰ ਲਏ। ਐਵੇਂ ਸਵਾਗਤ ਕਰਕੇ ਦਸਤਾਰਾਂ ਆਦਿਕ ਦੇ ਦਿੱਤੀਆਂ ਵੀ ਅੱਜ ਤੋਂ ਤੁਸੀਂ ਸਾਡੇ ਅਧੀਨ, ਸਾਡੀ ਆਗਿਆ ਵਿੱਚ ਰਹਿਣਾ। ਐਵੇਂ ਸਾਰੇ ਰਾਜੇ ਆਪਣੀ ਚਰਨੀ ਲਾ ਲਏ ਸਨ। ਦੁਰਯੋਧਨ ਕੇ ਟਿਗ ਇੱਕ ਕਾਲਾ। ਅਤੇ ਇੱਕ ਸਮੇਂ ਦੀ ਗੱਲ ਹੈ ਵੀ ਜੋ ਇਹਨਾਂ ਦੇ ਕੈਰਵਾਂ ਵਿੱਚੋਂ ਦੁਰਯੋਧਨ ਸੀ, ਧ੍ਰਿਤਰਾਸ਼ਟਰ ਦੇ ਪੁੱਤਰ ਹੋਣੀ, ਦੁਸ਼ਾਸਨ ਹੋਣੀ, ਅਤੇ ਇਹਨਾਂ ਦੇ ਕੋਲ ਗਏ ਤਹਾਂ ਜਹ ਸਭਾ ਵਿਸਾਲਾ। ਜਿੱਥੇ ਦੁਰਯੋਧਨ ਦੀ ਬੜੀ ਤਗੜੀ ਸਭਾ ਲੱਗੀ ਹੋਈ ਸੀ ਉੱਥੇ ਹੀ ਇਹ ਪੰਜੇ ਪਾਂਡੂ ਚਲੇ ਗਏ। ਬੈਠ ਜੂਪ ਤਿਨ ਸੰਗ ਮਚਾਵਾ। ਅਤੇ ਮਾੜੀ ਕਿਸਮਤ ਨੂੰ ਦੁਰਯੋਧਨ ਦੇ ਕੋਲ ਬੈਠ ਗਏ ਅਤੇ ਉੱਥੇ ਜੂਏ ਦੀ ਖੇਡ ਚੱਲ ਰਹੀ ਸੀ ਅਤੇ ਇਹਨਾਂ ਬੈਠ ਕੇ ਜੂਆ ਜਿਹੜਾ ਦੁਰਯੋਧਨ ਦੇ ਨਾਲ ਮਚਾ ਦਿੱਤਾ, ਖੇਡਣਾ ਸ਼ੁਰੂ ਕਰ ਦਿੱਤਾ। ਪ੍ਰਥਮ ਗਲਾਹ ਦਰਬ ਕੋ ਲਾਵਾ। ਭਾਈ ਮਰਦਾਨਾ ਸ਼ਾਹੂਕਾਰਾ ਸੋਹਣਾ, ਪਹਿਲਾਂ ਜਿਹੜਾ ਇਹਨਾਂ ਪਾਂਡਵਾਂ ਨੇ ਯੁਧਿਸ਼ਟਰ ਹੋਣਾ ਨੇ
ਦਾਓ ਜਿਹੜਾ ਪੈਸੇ ਦਾ ਲਾ ਦਿੱਤਾ। ਪੈਸੇ ਜਿੰਨੇ ਸੀ ਇਹਨਾਂ ਕੋਲ ਧਨ ਦੌਲਤ ਉਹ ਦਾਅ ਵਿੱਚ ਲਾ ਦਿੱਤੀ ਵੀ ਦੁਰਯੋਧਨ ਜਿੰਨਾ ਪੈਸਾ ਸਾਡਾ ਦਾਅ ਵਿੱਚ ਲੱਗਾ ਜੇ ਹਾਰ ਗਏ ਤੇ ਤੇਰਾ ਹੋ ਗਿਆ। ਬਾਹਰ ਮਤੰਗ ਤਰੰਗ ਹਰਾਏ। ਉਹ ਜਿੰਨੇ ਹੀ ਧਨ ਦੌਲਤ ਸਾਰੀ ਇਹਨਾਂ ਦੀ ਹਾਰ ਗਈ ਜੂਏ ਵਿੱਚ। ਫਿਰ ਉਹ ਮਨ 'ਚ ਗੁੱਸਾ ਜਾਇਆ ਵੀ ਜਿੱਤ ਕੇ ਹੀ ਜਾਣਾ ਹੈ। ਜਿਹੜੇ ਹਾਥੀ ਹੈ ਜਿੰਨੇ ਵੀ ਸੈਨਾ ਦੇ ਤੇ ਘੋੜੇ ਹੈ ਉਹ ਦਾਅ ਵਿੱਚ ਲਾ ਦਿੱਤੇ, ਉਹ ਵੀ ਹਾਰ ਗਏ। ਸਿਆੰਦਨ ਭੂਖਨ ਗ੍ਰਾਮ ਲਗਾਏ। ਫਿਰ ਉਹ ਘੋੜੇ ਹਾਥੀ ਹਰਾ ਕੇ ਰੱਥ ਜਿਹੜੇ ਉਹ ਵੀ ਲਾ ਦਿੱਤੇ ਦਾਅ ਦੇ, ਸੋਨੇ ਦੇ ਗਹਿਣੇ। ਫਿਰ ਜਿਹੜੇ ਪਿੰਡਾਂ 'ਤੇ ਇਹਨਾਂ ਦੀ ਹਕੂਮਤ ਸੀ, ਰਾਜ ਸੀ, ਉਹ ਵੀ ਇਹਨਾਂ ਨੇ ਦਾਅ ਵਿੱਚ ਲਾ ਦਿੱਤੇ। ਨਗਰ ਦੇਸ਼ ਸਗਰੋ ਜਿਤਵਾਵਾ। ਜਿੰਨੇ ਨਗਰ ਸਨ, ਨਗਰ ਇੱਕ ਪਿੰਡ ਹੁੰਦੇ, ਪਿੰਡ ਛੋਟੇ ਹੁੰਦੇ ਆ, ਨਗਰ ਜਿਹੜੇ ਆ ਉਹ ਥੋੜ੍ਹੇ ਵੱਡੇ ਹੁੰਦੇ ਆ, ਅਤੇ ਸ਼ਹਿਰ ਉਹ ਜਿੱਥੇ ਬਾਜ਼ਾਰ ਹੋਣ ਉਹਨਾਂ ਨੂੰ ਸ਼ਹਿਰ ਕਿਹਾ ਜਾਂਦਾ। ਸ਼ਹਿਰਾਂ ਤੋਂ ਛੋਟੇ ਨਗਰ, ਨਗਰਾਂ ਤੋਂ ਛੋਟੇ ਪਿੰਡ ਹੁੰਦੇ ਆ। ਇਵੇਂ ਜਿੰਨੇ ਨਗਰ ਸੀ ਇਹਨਾਂ ਕੋਲ, ਫਿਰ ਸਾਰਾ ਦੇਸ਼ ਇਲਾਕਾ ਇਹਨਾਂ ਦਾਅ ਵਿੱਚ ਲਾ ਦਿੱਤਾ ਜੂਏ 'ਤੇ, ਸਾਰਾ ਹੀ ਜਿਤਵਾ ਲਿਆ, ਸਾਰਾ ਹੀ ਹਾਰ ਹੰਬ ਗਏ। ਵਿਪਨ ਜਾਵਨਾ ਪਨ ਠਹਿਰਾਵਾ। ਅਖੀਰੀ ਕੱਖ ਨਾ ਰਹਿ ਗਿਆ ਤੇ ਕਹਿਣ ਲੱਗੇ ਵੀ ਦੁਰਯੋਧਨ ਲੈ ਅਸੀਂ ਹੁਣ ਫੇਰ ਜੂਆ ਤੇਨਾਂ ਖੇਡਦੇ ਹਾਂ, ਅਤੇ ਜੇ ਵੀ ਅਸੀਂ ਹਾਰ ਗਏ ਤੇਰੇ ਕੋਲ ਜੂਏ ਵਿੱਚ ਆ ਵਾਰੀ, ਅਸੀਂ 12 ਸਾਲ ਜਿਹੜਾ ਜੰਗਲ ਵਿੱਚ ਚਲੇ ਜਾਵਾਂਗੇ ਅਤੇ 13ਵਾਂ ਸਾਲ ਗੁਪਤ ਰਵਾਂਗੇ। 12 ਸਾਲ 'ਤੇ ਪ੍ਰਤੱਖ ਤੁਰੇ ਫਿਰ ਕੇ ਦਿਨ ਕੱਟਾਂਗੇ, 13ਵੇਂ ਸਾਲ ਗੁਪਤ ਰਵਾਂਗੇ। ਜੰਗਲ ਵਿੱਚ ਜਾਣਾ ਠਹਿਰਾਉਣਾ ਕਰ ਲਿਆ, ਜਾਂ ਤੂੰ ਖੇਡ ਆ ਦਾਅ ਲਾ ਕੇ ਜੇ ਜਿੱਤ ਗਿਆ ਤੇ ਚਲੇ ਜਾਵਾਂਗੇ। ਦ੍ਰੁਪਦ ਸੁਤਾ ਜਬ ਹੀ ਦੀ ਹਾਰੀ। ਦ੍ਰੁਪਦ ਜੋ ਦ੍ਰੁਪਦ ਰਾਜੇ ਦੀ ਪੁੱਤਰੀ ਦ੍ਰੋਪਦੀ ਸੀ, ਅਤੇ ਉਹ ਵੀ ਇਹਨਾਂ ਨੇ ਦਾਅ ਵਿੱਚ ਅਖੀਰੀ ਲਾ ਦਿੱਤੀ ਵੀ ਸਾਡੀ ਪਤਨੀ ਦਾਅ ਵਿੱਚ ਲੱਗੀ। ਅਤੇ ਉਹ ਵੀ ਜਿਹੜੀ ਦ੍ਰੋਪਦੀ ਹੈ ਉਹ ਦਾਅ ਵਿੱਚ ਲਾ ਦਿੱਤੀ, ਅਤੇ ਉਹ ਵੀ ਹਾਰ ਹੰਬ ਗਏ, ਉਹ ਵੀ ਹਾਰ ਗਏ। ਮੰਦਮਤੀ ਹਰਖੇ ਉਰ ਭਾਰੀ। ਉਸ ਵੇਲੇ ਜੋ ਮੰਦੀ ਮੱਤ ਵਾਲੇ ਦੁਰਯੋਧਨ ਦੁਸ਼ਾਸਨ ਹੋਣੀ ਸਨ, ਇਹ ਸਭਾ ਵਿੱਚ ਬੈਠੇ ਵੀ ਸਭ ਕੁਝ ਹਾਰ ਗਏ। ਇਹਦੇ ਵਿੱਚ ਬੜਾ ਭਾਰੀ ਖੁਸ਼ ਹੋਏ, ਬੜਾ ਹੱਸੇ ਉਸ ਵੇਲੇ। ਰੇਤ ਯੋਤ ਹੋਤੀ ਕੇਸ ਗਹਿ ਆਨੀ। ਫਿਰ ਭਾਈ ਮਰਦਾਨਾ ਸ਼ਾਹੂਕਾਰਾ, ਉਸ ਵੇਲੇ ਜਦੋਂ ਇਹ ਕੁਝ ਹੋ ਰਿਹਾ ਸੀ, ਆਪਣੇ ਮਹਿਲਾਂ ਵਿੱਚ ਸੀ ਦ੍ਰੋਪਦੀ, ਉਹਨੂੰ ਮਹੀਨੇ ਮਹੀਨਾ ਆਇਆ ਹੋਇਆ ਸੀ, ਅਤੇ ਇਹਨਾਂ ਨੇ ਦੁਸ਼ਾਸਨ ਹੋਣਾ ਨੇ ਮਿਲ ਜੁਲ ਕੇ ਅਤੇ ਉਹਨੂੰ ਕੇਸਾਂ ਤੋਂ ਫੜ ਕੇ ਲਿਆ ਆਂਦਾ। ਕਿਨਹਾ ਸ਼ਰਾਵਨ ਕੀ ਨਾ ਬਖਾਨੀ। ਘਸੀਟਦੇ ਹੋਏ ਆਪਣੀ ਸਭਾ ਵਿੱਚ ਦੁਰਯੋਧਨ ਦੀ ਲੈ ਆਏ, ਅਤੇ ਕਿਸੇ ਨੇ ਵੀ ਉੱਥੇ ਛਡਾਉਣ ਦੀ ਗੱਲ ਨਾ ਆਖੀ ਵੀ ਚਲੋ ਜੋ ਹੋ ਗਿਆ ਹੋ ਗਿਆ, ਇਹਨੂੰ ਕਾਹਨੂੰ ਲਿਆਂਦਾ ਹੈ। ਕਿਸੇ ਨੇ ਗੱਲ ਨਹੀਂ ਸੀ ਆਖੀ ਸਭਾ ਵਿੱਚ। ਠਾਂਡੀ ਕਰਕੇ ਸਭਾ ਮਝਾਰੀ। ਦੁਰਯੋਧਨ ਦੀ ਸਭਾ ਦੇ ਵਿੱਚ ਦ੍ਰੋਪਦੀ ਭਗਤਨੀ ਨੂੰ ਖੜੀ ਕਰਕੇ ਕਹਿਣ ਲੱਗੇ ਦੇਹ ਚੀਰ ਉਤਾਰੀ। ਦੁਰਯੋਧਨ ਬੜੀ ਉੱਚੀ ਆਵਾਜ਼ ਵਿੱਚ ਗੱਜ ਕੇ ਬੋਲਿਆ, ਕਹਿੰਦਾ ਵੀ ਇਹਨੂੰ ਬੇਪਰਦ ਕਰ ਦਿਓ, ਇਹਦੇ ਜਿਹੜੇ ਵਸਤਰ ਹੈ ਨਾ ਉਹ ਇਹਦੇ ਉਹ ਲਾ ਦਿਓ, ਉਤਾਰ ਦਿਓ। ਉਹ ਕੀ ਕਾਰਨ ਬਣਿਆ ਸੀ ਵੀ ਇਵੇਂ ਗੱਲ ਹੋਈ ਸੀ, ਉਹ ਭਾਗਵਤ ਪੁਰਾਣ 'ਚ ਕਥਾ ਹੁੰਦੀ ਇਵੇਂ ਵੀ ਇੱਕ ਸਮੇਂ ਇਹ ਜੱਗ ਕਰਨ ਲੱਗੇ ਸਨ, ਅਤੇ ਇਹਨਾਂ ਅਗਨੀ ਦੇਵਤੇ ਨੂੰ ਕਿਹਾ ਵੀ ਇਹ ਸਾਰੀ ਸੇਵਾ ਜੱਗ ਕਰਨ ਦੀ ਤੂੰ ਸੰਭਾਲ। ਉਹ ਕਹਿਣ ਲੱਗਾ ਅਗਨੀ ਦੇਵਤਾ ਵੀ ਮੈਨੂੰ ਤਾਂ ਅੰਜੀਰਨ ਦਾ ਰੋਗ ਹੈ, ਪਹਿਲਾਂ ਤੁਸੀਂ ਉਸ ਦਾ ਕੋਈ ਪ੍ਰਬੰਧ ਕਰੋ। ਫਿਰ ਅਗਨ ਬਾਣ ਮਾਰ ਕੇ ਅਤੇ ਇੰਦਰ ਦੇਵਤਾ ਜਿਹੜਾ ਇੰਦਰ ਦੇਵਤੇ ਦਾ ਖੰਡ ਬਾਣ ਸੀ ਉਹ ਸਾਰਾ ਸਾੜਿਆ। ਅਗਨੀ ਦੇਵਤੇ ਦੀ ਦੁਸ਼ਮਣੀ ਹੈ ਇੰਦਰ ਦੇਵਤੇ ਨਾਲ, ਜਿਸ ਕਰਕੇ ਇਹ ਕੁਝ ਕੀਤਾ। ਅਤੇ ਫਿਰ ਉਹ ਜਦੋਂ ਖੰਡ ਬਨ ਸਾੜਿਆ ਅਤੇ ਉੱਥੇ ਮੈਂ ਨਾਮੇ ਦਾ ਦੈਂਤ ਰਹਿੰਦਾ ਸੀ, ਜਿਹਦਾ ਨਾਮ ਸੀ ਮੈਂ ਕਰਕੇ। ਉਹ ਕਹਿਣ ਲੱਗਾ ਹੱਥ ਜੋੜ ਕੇ ਵੀ ਮੈਨੂੰ ਨਾ ਤੁਸੀਂ ਮਾਰੋ,
ਤੇ ਇਹਨਾਂ ਨੂੰ ਬਖਸ਼ ਦਿੱਤਾ। ਉਹ ਕਹਿੰਦਾ ਵੀ ਹੁਣ ਮੈਂ ਤੁਹਾਨੂੰ ਐਸੀ ਜਗ੍ਹਾ ਬਣਾ ਕੇ ਦਿਆਂਗਾ ਜਿਹੜੀ ਅੱਜ ਤੱਕ ਨਹੀਂ ਤੁਸਾਂ ਨੇ ਵੇਖੀ ਹੋਏਗੀ ਤੇ ਨਾ ਕੋਈ ਬਣਾ ਹੀ ਸਕਦਾ। ਫਿਰ ਉਹਨੇ ਐਸੀ ਉਹ ਥਾਂ ਕੀ ਬਣਾ ਕੇ ਦਿੱਤੀ ਕਿ ਜਿੱਥੇ ਸੁੱਕੀ ਥਾਂ ਉੱਥੇ ਤੇ ਪਾਣੀ ਦਿਖੇ, ਜਿੱਥੇ ਪਾਣੀ ਉੱਥੇ ਸੁੱਕਾ ਥਾਂ ਦਿਖੇ, ਜਿੱਥੇ ਦਰਵਾਜ਼ਾ ਉੱਥੇ ਕੰਧ ਦਿਸੇ, ਜਿੱਥੇ ਕੰਧ ਉੱਥੇ ਦਰਵਾਜ਼ਾ ਦਿਸੇ। ਇਹ ਕੁਝ ਥਾਂ ਬਣਾ ਦਿੱਤਾ। ਇਹਨਾਂ ਜੱਗ ਕਰਨਾ ਸੀ ਤੇ ਪਾਂਡਵਾਂ ਨੇ ਦੁਰਯੋਧਨ ਹੋਣਾ ਨੂੰ ਬੁਲਾਇਆ। ਜਦੋਂ ਦੁਰਯੋਧਨ ਦੁਸ਼ਾਸਨ ਹੋਣੀ ਆਏ, ਇਹਨਾਂ ਧੋਤੀਆਂ ਬੰਨੀਆਂ ਹੋਈਆਂ ਸੀ। ਇਹਨਾਂ ਵੇਖਿਆ ਵੀ ਅੱਗੇ ਲੱਗਦਾ ਪਾਣੀ ਹੈ। ਪਾਣੀ ਸਮਝ ਕੇ ਇਹਨਾਂ ਧੋਤੀਆਂ ਤਾਂ ਚੁੱਕ ਲਈਆਂ। ਪਾਣੀ ਤਾਂ ਹੈ ਨਹੀਂ ਸੀ, ਉਹ ਵੇਖਣ 'ਚ ਲੱਗਦਾ ਸੀ। ਫਿਰ ਜਦੋਂ ਉਹ ਲੰਘ ਗਏ ਤੇ ਪਾਣੀ ਤਾਂ ਹੈ ਨਹੀਂ, ਸੁੱਕੇ ਹੀ ਲੰਘ ਗਏ। ਜਦੋਂ ਪਾਣੀ ਆ ਗਿਆ ਤਾਂ ਸੁੱਕਾ ਨਜ਼ਰ ਆਏ, ਉਦੋਂ ਇਹਨਾਂ ਧੋਤੀਆਂ ਜਿਹੜੀਆਂ ਠਾਹ ਸੁੱਟ ਲਈਆਂ ਅਤੇ ਪਾਣੀ ਵਿੱਚ ਇਹਨਾਂ ਦੀ ਧੋਤੀਆਂ ਜਿਹੜੀਆਂ ਗਿੱਲੀਆਂ ਹੋ ਗਈਆਂ। ਇਹ ਕੁਝ ਦ੍ਰੋਪਦੀ ਸਭ ਕੁਝ ਵੇਖ ਰਹੀ ਸੀ। ਫਿਰ ਅੱਗੇ ਜਦੋਂ ਗਏ ਅਤੇ ਜਿੱਥੇ ਹੁਣ ਦਰਵਾਜ਼ਾ ਉੱਥੇ ਕੰਧ ਸੀ, ਜਿੱਥੇ ਕੰਧ ਉੱਥੇ ਦਰਵਾਜ਼ਾ ਸੀ, ਐਵੇਂ ਨਜ਼ਰ ਆਉਂਦਾ ਸੀ। ਇਹਨਾਂ ਦਰਵਾਜ਼ਾ ਸਮਝ ਕੇ ਪਾਰ ਲੰਘਣ ਦੀ ਕੋਸ਼ਿਸ਼ ਕੀਤੀ ਅਤੇ ਦੁਰਯੋਧਨ ਹੋਣਾ ਦਾ ਸਿਰ ਜਿਹੜਾ ਕੰਧ ਨਾਲ ਜਾ ਕੇ ਵੱਜਾ। ਜਦੋਂ ਕੰਧ ਵਿੱਚ ਜਾ ਕੇ ਵੱਜਾ ਅਤੇ ਦ੍ਰੋਪਦੀ ਵੇਖ ਕੇ ਉਹ ਬੜਾ ਮਿਹਣਾ ਜਿਹਾ ਮਾਰਿਆ। ਕਹਿੰਦੀ ਰਹੇ ਅੰਧ ਕੇ ਆਂਧੀ ਰਹੇ ਨਾ, ਭਾਵ ਇਹਨਾਂ ਦਾ ਪਿਓ ਧ੍ਰਿਤਰਾਸ਼ਟਰ ਅੰਨਾ ਸੀ ਅਤੇ ਇਹ ਦੁਰਯੋਧਨ ਹੋਣੀ ਉਹਦੇ ਪੁੱਤਰ ਸਨ, ਜਿਸ ਕਰਕੇ ਦ੍ਰੋਪਦੀ ਨੇ ਉਹ ਤਾਨਾ ਮਿਹਣਾ ਮਾਰਿਆ। ਕਹਿੰਦੀ ਅੰਧ ਕੇ ਆਂਧੀ ਰਹੇ ਨਾ, ਭਾਵ ਅੰਨੇ ਦੇ ਅੰਨੇ ਰਹੇ, ਵੇਖਦਾ ਨਹੀਂ ਹੈ ਦਰਵਾਜ਼ਾ ਕਿੱਧਰ ਹੈ ਅਤੇ ਕੰਧਾਂ 'ਚ ਵੱਜਦੇ ਫਿਰਦੇ ਹੈ। ਦੁਰਯੋਧਨ ਹੋਣਾ ਨੂੰ ਬੜਾ ਗੁੱਸਾ ਆਇਆ ਉਸ ਵੇਲੇ। ਕਹਿੰਦੇ ਕੋਈ ਨਹੀਂ, ਇਹ ਜੋ ਗੱਲ ਕੀਤੀ ਇਹਦਾ ਬਦਲਾ ਲਿਆ ਜਾਏਗਾ ਕਿਸੇ ਸਮੇਂ। ਅੱਜ ਉਹ ਸਮਾਂ ਆਇਆ ਸੀ ਆਪਣਾ ਬਦਲਾ ਲੈਣ ਦਾ, ਜਿਸ ਕਰਕੇ ਦੁਰਯੋਧਨ ਨੇ ਕਿਹਾ ਆਪਣੇ ਸਭਾ ਵਿੱਚ, ਕਹਿੰਦਾ ਵੀ ਦ੍ਰੋਪਦੀ ਨੂੰ ਬੇਪਰਦ ਕਰ ਦਿਓ, ਇਹਦੇ ਵਸਤਰ ਉਤਾਰ ਦਿਓ। ਲੱਗੇ ਉਤਾਰਨ ਰਹਿ ਗਏ ਹਾਰੀ। ਬੇਵੱਸ ਹੋਈ ਦ੍ਰੋਪਦੀ ਭਗਤਨੀ ਨੇ ਕ੍ਰਿਸ਼ਨ ਭਗਵਾਨ ਜੀ ਯਾਦ ਕੀਤਾ। ਪਹਿਲਾਂ ਵੇਖਦੀ ਰਹੀ, ਉੱਥੇ ਪਾਂਡੂ ਬੈਠੇ ਸਨ, ਪੰਜੇ ਇੰਨੇ ਬਲੀ, ਭੀਮ ਸੈਨ ਹੋਣੀ, ਦੁਰਯੋਧਨ, ਇਹ ਅਰਜਨ ਹੋਣੀ, ਯੁਧਿਸ਼ਟਰ ਹੋਣੀ, ਨਕਲ, ਸਹਦੇਵ, ਪਰ ਹਾਰ ਗਏ ਸਨ। ਬਚਨਾਂ ਦੇ ਪੂਰੇ ਸੀ, ਕੁਝ ਕਰ ਨਾ ਸਕੇ, ਨੀਵੀਆਂ ਪਾ ਗਏ। ਸਭਾ ਵਿੱਚ ਕੋਈ ਰੋਕ ਨਾ ਸਕਿਆ। ਜਦੋਂ ਸਾਰੇ ਪਾਸੋਂ ਬੇਵੱਸ ਹੋਈ, ਰੋਂਦੀ ਕਰਲਾਉਂਦੀ ਦ੍ਰੋਪਦੀ ਨੇ ਕ੍ਰਿਸ਼ਨ ਭਗਵਾਨ ਨੂੰ ਯਾਦ ਕੀਤਾ, ਹੇ ਭਗਵਾਨ ਹੁਣ ਤੂੰ ਹੀ ਹੈ ਮੇਰੀ ਰੱਖਿਆ ਕਰ ਸਕਦਾ, ਮੇਰੀ ਇੱਜ਼ਤ ਅਬਰੂ ਬਚਾ ਸਕਦਾ ਹੈ। ਜਦੋਂ ਯਾਦ ਕੀਤਾ, ਇਹ ਲੋਕ ਜਿਹੜੇ ਵਸਤਰ ਉਤਾਰਨ ਲੱਗ ਪਏ ਅਤੇ ਉਤਾਰਦੇ ਉਤਾਰਦੇ ਉਹ ਸਾੜੀ ਨੂੰ ਹਾਰ ਹੰਬ ਗਏ, ਰਹਿ ਗਏ, ਪਰ ਸਾੜੀ ਖਤਮ ਨਾ ਹੋਈ। ਲਖ ਹੈ ਨਾ ਸਾਰੀ ਕੀ ਜਨ ਨਾਰੀ। ਇਹ ਜਾਣੇ ਨਾ ਸਕੇ ਵੀ ਇਹ ਸਾੜੀ, ਇਹ ਜਿਹੜੀ ਇਸਤਰੀ ਦ੍ਰੋਪਦੀ ਹੈ, ਇਹ ਇਸਤਰੀ ਹੈ ਕਿ ਜਾਂ ਸਾੜੀਆਂ ਦੀ ਬਣੀ ਹੋਈ, ਵੀ ਸਾੜੀਆਂ ਨਿਕਲੀਆਂ ਹੁੰਦੀਆਂ ਹਨ। ਸਭਾ ਵਿਖੇ ਅੰਬਰ ਅੰਬਾਰੂ। ਸਭਾ ਦੇ ਵਿੱਚ ਤੇ ਵਸਤਰਾਂ ਦੇ, ਸਾੜੀਆਂ ਦੇ ਢੇਰਾਂ ਦੇ ਢੇਰ ਲੱਗ ਗਏ। ਲੱਗਿਓ ਮਹਾਨਹ ਪਾਇਤ ਪਾਰੂ। ਬਹੁਤ ਤਗੜਾ ਢੇਰ ਲੱਗ ਗਿਆ, ਪਾਰਾਵਾਰ ਹੀ ਨਹੀਂ ਸੀ ਪਾਇਆ ਜਾਂਦਾ। ਹਰ ਪਾਸੇ ਕੱਪੜਾ ਹੀ ਕੱਪੜਾ ਹੋ ਗਿਆ ਉੱਥੇ ਸਭਾ ਵਿੱਚ। ਦਤੀ ਦਿਸ਼ਾ ਕੇ ਨਰ ਨਾ ਦਿਸਾਈ। ਇੰਨਾ ਤਕੜਾ ਢੇਰ ਲੱਗ ਗਿਆ ਵੀ ਦੂਜੀ ਤਰਫ ਦੇ ਮਨੁੱਖ ਬੈਠੇ ਖੜੇ ਵੀ ਦਿਸਦੇ ਨਹੀਂ ਸਨ। ਆਸ ਰੱਖਿਆ ਕੀਨੀ ਜਗ ਸਾਈ। ਜਗਤ ਦੇ ਸਾਈਂ ਕ੍ਰਿਸ਼ਨ ਭਗਵਾਨ ਜੀ ਨੇ ਸਮੇਂ ਦੇ ਅਵਤਾਰ ਹੋ ਕੇ ਆਪਣੀ ਭਗਤਨੀ ਦ੍ਰੋਪਦੀ ਦੀ ਰੱਖਿਆ ਕੀਤੀ ਸੀ। ਗੁਰਬਾਣੀ ਵਿੱਚ ਵੀ ਭਾਈ ਗੁਰਦਾਸ ਜੀ ਨੇ ਵੀ ਬੜੇ ਥਾਂ 'ਤੇ ਲਿਖਿਆ ਹੈ, ਭਗਤਨੀ ਲਿਖਿਆ ਦ੍ਰੋਪਦੀ ਜੀ ਨੂੰ। ਐਵੇਂ ਸੁਣ ਕੇ ਸ਼ੰਕਾ ਨਾ ਕਰੋ ਭਾਈ। ਮੋਹਰ ਗਮਨੇ ਵਿਪਨ ਮਝਾਰਾ। ਫਿਰ ਜੋ ਬਚਨ ਕੀਤਾ ਸੀ ਨਾ ਇਹਨਾਂ ਨੇ ਵੀ ਜੂਏ ਵਿੱਚ ਹਾਰੇ ਸਨ, ਵੀ ਅਸੀਂ 12 ਸਾਲ ਇੱਥੋਂ ਨਿਕਲ ਜਾਵਾਂਗੇ, 12 ਸਾਲ ਜੰਗਲ ਵਿੱਚ ਹੀ ਰਹਾਂਗੇ। ਅਤੇ ਜੰਗਲ ਵਿੱਚ ਫਿਰ ਇਹਨਾਂ ਪਾਂਡਵਾਂ ਨੇ ਚਲੇ ਜਾਣਾ ਕੀਤਾ। ਰਹੇ ਤਹਾਂ ਸਹ ਕਸ਼ਟ ਭਾਰਾ। ਇਹ ਭਾਈ ਮਰਦਾਨਾ ਅਥਵਾ ਸ਼ਾਹੂਕਾਰਾ,
ਤੇ ਪੰਜੋ ਪਾਂਡੂ ਸਨ ਜਿਹੜੇ ਬਹੁਤ ਹੀ ਕਸ਼ਟ ਸਹਾਰ ਕੇ ਉੱਥੇ ਜੰਗਲ ਵਿੱਚ ਰਹੇ ਸਨ ਵਿਚਾਰੇ। द्वादश सम्मत फिरत बिताए। ਜਿਹੜੇ ਰਾਜ ਭਾਗ ਦੇ ਮਾਲਕ ਅੱਜ ਉਹਨਾਂ ਨੇ 12 ਸਾਲ ਕਹਿੰਦੇ ਜੰਗਲ ਵਿੱਚ ਹੀ ਫਿਰਦਿਆਂ ਫਿਰਦਿਆਂ ਲੰਘਾਏ ਸਨ। त्रयोदशवें दुर्न ठहराए। 13ਵਾਂ ਸਾਲ ਸ਼ੁਭ ਕੇ ਠਹਿਰਾਇਆ ਸੀ, ਸ਼ੁਭ ਕੇ ਰਹਿਣਾ ਠਹਿਰਾਇਆ, ਪੱਕਾ ਕੀਤਾ ਸੀ ਵੀ 12 ਸਾਲ ਤੇ ਰਵਾਂਗੇ ਜੰਗਲ ਵਿੱਚ, ਅਸੀਂ ਇਹ ਵਾਪਸ ਨਹੀਂ ਆਵਾਂਗੇ। 13ਵੇਂ ਸਾਲ ਹੀ ਸ਼ੁਭ ਕੇ ਰਵਾਂਗੇ। ਭਾਵ ਇਹ ਸੀ ਵੀ ਜੇ 13ਵੇਂ ਸਾਲ ਹੀ ਗੁਪਤ ਰਵਾਂਗੇ, ਜੇ ਕਿਸੇ ਨੇ ਸਾਨੂੰ ਵੇਖ ਲਿਆ ਵੀ ਇਹ ਤੇ ਯੁਧਿਸ਼ਠਰ ਹੋਣੀ ਹੈ, ਤੇ ਉਹ ਫਿਰ ਇਹ ਗੱਲ ਪੱਕੀ ਕੀਤੀ ਗਈ ਵੀ ਤੁਹਾਨੂੰ 12 ਸਾਲ ਫਿਰ ਜਾਣਾ ਪਏਗਾ ਤੇ 13ਵੇਂ ਸਾਲ ਫਿਰ ਗੁਪਤ ਰਹੋਗੇ। ਜੇ ਤੁਸੀਂ ਫਿਰ 13ਵੇਂ ਸਾਲ ਕਿਸੇ ਨੂੰ ਦਿਖ ਪਏ, ਤੁਸੀਂ ਫਿਰ 12 ਸਾਲ ਜਾਓਗੇ ਤੇ 13ਵੇਂ ਸਾਲ ਗੁਪਤ, ਭਾਵ ਸਾਰੀ ਉਮਰ ਇਸੇ ਤਰ੍ਹਾਂ ਰਹੋਗੇ। 13ਵਾਂ ਸਾਲ ਗੁਪਤ ਜੋ ਰਹਿਣਾ ਕੀਤਾ ਸੀ, ਠਹਿਰਾਉਣਾ ਕੀਤਾ ਸੀ, ਇਵੇਂ 13ਵੇਂ ਸਾਲ ਗੁਪਤ ਰਹੇ ਸਨ ਪੰਜੇ ਪਾਂਡਵ, ਕਿਸੇ ਨੂੰ ਨਹੀਂ ਸੀ ਭੇਦ ਦਿੱਤਾ। ਹੁਤੋ ਬਰਾਠ ਮਦਰ ਅਵਨੀਪਾ। ਪੰਜਾਬ ਦੇਸ਼ ਵਿੱਚ ਦਾ ਇੱਕ ਰਾਜਾ ਸੀ ਬੈਰਾਟ। ਉਸ ਵੇਲੇ ਕਈਆਂ ਨੇ ਨੂੰ ਤਿਹਾੜੇ ਦੇ ਇਲਾਕੇ ਵਿੱਚ ਦੱਸਿਆ, ਉਹ ਤਿਹਾੜੇ ਨਾਮੇ ਵੀ ਉੱਥੇ ਰਹਿੰਦਾ ਸੀ ਵਿਰਾਟ। ਅਤੇ ਕਿਸੇ ਥਾਂ 'ਤੇ ਉਹ ਲਿਖਿਆ ਹੋਇਆ ਵੀ ਜੋ ਮਨੋਹਰ ਨਾਮ ਦਾ ਜ਼ਿਲ੍ਹਾ ਹੈ ਉੱਥੇ ਰਾਜਾ ਹੋਇਆ ਹੈ। ਸੋ ਰਹੋ ਵਿਚਾਰ, ਬੈਰਾਟ ਨਾਮੇ ਰਾਜਾ ਸੀ ਪੰਜਾਬ ਦੇਸ਼ ਵਿੱਚ ਜੋ ਰਹਿੰਦਾ। ਪਹੁੰਚੇ ਤਿਹ ਅਗੇ ਜਾਏ ਸਮੀਪਾ। ਪੰਜੇ ਪਾਂਡਵ ਉਸ ਬੈਰਾਟ ਰਾਜੇ ਦੇ ਕੋਲ ਜਾ ਪਹੁੰਚੇ। ਧਰਮਜ ਚੌਪਰ ਕੇਰ ਖਿਡਾਵਾ। ਫਿਰ ਭੇਸ ਬਦਲ ਕੇ ਜੋ ਧਰਮਜ ਕੀਏ, ਧਰਮ ਰਾਜੇ ਦਾ ਪੁੱਤਰ ਯੁਧਿਸ਼ਠਰ ਸੀ, ਇਹਨੇ ਚੌਪੜ ਦੀ ਜਿਹੜੀ ਖੇਡ ਖੇਡੀ ਹੈ, ਉਹ ਵੀ ਚੌਪੜ ਜਿਹੜੀ ਖੇਡ ਰਾਜੇ ਮਹਾਰਾਜੇ ਖੇਡਦੇ ਆ, ਉਹ ਚੌਪੜ ਦੀ ਖੇਡ ਖਿਡਾਉਣ ਵਾਲਾ ਖਿਡਾਵਾ ਹੋਇਆ ਜਿਹੜਾ ਧਰਮਜ ਕਹੀਏ ਯੁਧਿਸ਼ਠਰ। ਕੰਕ ਨਾਮ ਆਪਣਾ ਧਰਵਾਵਾ। ਆਪਣਾ ਨਾਮ ਬਦਲ ਕੇ ਤੇ ਕੰਕ ਉੱਥੇ ਰਖਵਾ ਲਿਆ ਵੀ ਕੰਕ ਹੈ ਮੇਰਾ ਨਾਮ, ਯੁਧਿਸ਼ਠਰ ਨਹੀਂ ਦੱਸਿਆ, ਗੁਪਤੀ ਹੋ ਗਿਆ ਸੀ। ਭੀਮ ਰਸੋਈਆ ਬੱਲਭ ਨਾਮੋ। ਜੋ ਭੀਮ ਸੈਨ ਇੰਨਾ ਬਲੀ, ਉਹ ਭੀਮ ਸੈਨ ਰਸੋਈਆ ਰਾਜੇ ਦਾ ਬਣਿਆ ਤੇ ਵੱਲਭ ਨਾਮ ਰੱਖ ਲਿਆ। ਭੋਜਨ ਕਰਨ ਕੀਨ ਸਭ ਕੰਮ। ਫਿਰ ਰਸੋਈ ਵਿੱਚ ਭੋਜਨ ਤਿਆਰ ਕਰਨਾ, ਰਾਜੇ ਨੂੰ ਛਕਾਉਣਾ, ਜੋ ਮੰਗੇ ਉਹ ਬਣਾ ਕੇ ਦੇਣਾ। ਐਵੇਂ ਰਸੋਈਆ ਬਣ ਕੇ ਵੱਲਭ ਨਾਮ ਰੱਖ ਕੇ ਸਾਰੇ ਕੰਮ ਕਰਦਾ ਸੀ ਭੀਮ ਸੈਨ। ਸ਼ਸਤਰ ਅਸਤਰ ਧਰ ਬਾਹਰ ਸਭ ਹੀ। ਜਦੋਂ ਇਹ ਭੀਮ ਸੈਨ ਰਾਜੇ ਵਿਰਾਟ ਕੋ ਗਿਆ ਨਾ ਉਹਦੇ ਮਹਿਲ ਵਿੱਚ, ਉੱਥੇ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਸਾਰੇ ਜਿਹੜੇ ਸ਼ਸਤਰ ਵਸਤਰ ਹੈ, ਇੱਕ ਸੁੱਕਾ ਪਿੱਪਲ ਸੀ ਉਹਦੇ ਵਿੱਚ ਹੀ ਰੱਖ ਦਿੱਤੇ ਸਨ ਇਸਨੇ। ਬਿਹੰਡੜਾ ਅਰਜਨ ਤਬ ਹੀ। ਤਦੋਂ ਜੋ ਅਰਜਨ ਸੀ ਬੜਾ ਬਲੀ, ਇਹ ਹਿਜੜਾ ਬਣ ਕੇ ਰਿਹਾ, ਜੇ ਖੁਸਰਾ ਜਿਹਨੂੰ ਕਹੀਦਾ, ਖੁਸਰਾ ਬਣ ਕੇ ਨੌਕਰੀ ਕੀਤੀ ਵਿਰਾਟ ਰਾਜੇ ਕੋਲ। ਉਤਰਾ ਹੁਤੀ ਵਿਰਾਟ ਕੁਮਾਰੀ। ਵਿਰਾਟ ਰਾਜੇ ਦੀ ਪੁੱਤਰੀ ਸੀ ਉਤਰਾ, ਜੋ ਲੱਗਿਓ ਸਿਖਾਵਨ ਤਿਹ ਨ੍ਰਿਤਕਾਰੀ। ਰਾਜੇ ਦੀ ਲੜਕੀ ਉਤਰਾ ਨੂੰ ਇਹ ਅਰਜਨ ਹਿਜੜਾ ਬਣ ਕੇ ਤੇ ਨ੍ਰਿਤਕਾਰੀ ਜਿਹੜੀ ਸਿਖਾਉਣ ਲੱਗਾ, ਭਾਵ ਨੱਚਣਾ ਟੱਪਣਾ ਸਿਖਾਉਣ ਲੱਗਾ, ਨਾਲੇ ਆਪ ਨੱਚਦਾ ਨਾਲੇ ਉਹਨੂੰ ਸਿਖਾਉਂਦਾ ਹੈ। ਬਾਜਪਾਲ ਕੋ ਬੇਖ ਬਣਾਈ। ਇਸੇ ਤਰ੍ਹਾਂ ਬਾਜਪਾਲ ਭਾਵ ਜਿਹੜੇ ਘੋੜਿਆਂ ਨੂੰ ਪਾਲਣ ਵਾਲਾ ਹੋ ਕੇ ਐਸਾ ਭੇਖ ਬਣਾ ਕੇ ਰਹਿਓ ਨਕਲ ਨ੍ਰਿਪ ਕੋ ਢਿਗ ਜਾਈ। ਜੋ ਨਕਲ ਸੀ ਪੰਜੇ ਪਾਂਡਵਾਂ ਵਿੱਚੋਂ, ਇਹ ਰਾਜੇ ਵਿਰਾਟ ਦੇ ਕੋਲ ਜਾ ਕੇ ਦੇ ਘੋੜੇ ਪਾਲਣ ਵਾਲਾ ਭੇਖ ਬਣਾ ਕੇ ਰਿਹਾ, ਸਲੋਤਰੀ ਜਿਹੜਾ ਬਣ ਕੇ ਰਿਹਾ। ਭਾਗਪਾਲ ਤਬਹ ਸਹਦੇਵਾ। ਤੇ ਜੋ ਸਹਦੇਵ ਸੀ ਪੰਜਵਾਂ ਗਊਆਂ ਦੇ ਪਾਲਣ ਵਾਲਾ ਹੋਇਆ, ਗਊਆਂ ਪਾਲਦਾ ਹੁੰਦਾ ਸੀ। ਦੁਰ ਕੈ ਰਹੇ ਨਾ ਕੋ ਲਖ ਭੇਵਾ। ਇਹ ਭਾਈ ਮਰਦਾਨਾ ਵੇਖ ਲੈ, ਐਸੇ ਪਾਂਡਵ ਇੰਨੇ ਬਲੀ ਹੋ ਕੇ ਸ਼ੁਭ ਕੇ ਰਹੇ, ਕਿਸੇ ਨੂੰ ਆਪਣਾ ਭੇਦ ਨਹੀਂ ਜਾਣਨ ਦਿੱਤਾ ਵੀ ਅਸੀਂ 5 ਪਾਂਡਵ ਹਾਂ, ਗੁਪਤ ਬਣ ਕੇ ਤੇ ਨੌਕਰ ਬਣ ਕੇ ਰਹੇ ਐ। ਦੋਹਰਾ
ਦ੍ਰੋਪਦ ਸੁਤਾ ਹੋਏ ਪਿਆੰਦਰੀ। ਦ੍ਰੁਪਦ ਰਾਜੇ ਦੀ ਪੁੱਤਰੀ ਜੋ ਦ੍ਰੋਪਦੀ ਭਗਤਨੀ ਸੀ, ਉਸ ਵੇਲੇ ਦਾਸੀ ਹੋ ਕੇ ਰਹੀ। ਆ ਨੈਣ ਜਿਵੇਂ ਨੈਣਾ ਕੰਮ ਕਰਦੀਆਂ, ਇਹ ਮੁੱਠੀ ਛਾਪੀ ਕਰਨੀ ਅਤੇ ਇਸੇ ਤਰ੍ਹਾਂ ਹੀ ਵਸਤਰ ਆਦਿਕ ਧੋਣੇ, ਜੋ ਰਾਣੀ ਕਹੇ ਉਹੀ ਕਰਨਾ। ਇਵੇਂ ਦਾਸੀ ਹੋ ਕੇ ਰਹੀ ਸੀ ਦ੍ਰੋਪਦੀ। ਨਿਰਭਤ ਨਾਰ ਟਿਗ ਜਾਏ। ਰਾਜੇ ਦੀ ਘਰ ਵਾਲੀ ਕੋਲ ਜਾ ਕੇ ਉਹਨੇ ਕਹਿਣਾ ਵਸਤਰ ਧੋਣੇ, ਅਤੇ ਵਸਤਰ ਧੋਇਆ ਕਰਨੇ। ਜੋ ਉਹਨੇ ਮੰਗਿਆ ਕਰਨਾ ਖਾਣ ਨੂੰ ਉਹ ਦਿਆ ਕਰਨਾ। ਰਾਣੀ ਦੀ ਮੁੱਠੀ ਛਾਪੀ ਕਰਿਆ ਕਰਨੀ। ਐਵੇਂ ਦਾਸੀ ਹੋ ਕੇ ਨੈਣ ਹੋ ਕੇ ਰਹੀ। ਸੇਵ ਕਰਨ ਪਰ ਸੋ ਰਹੀ। ਰਾਣੀ ਦੀ ਸੇਵਾ ਕਰਨ ਵਿੱਚ ਦ੍ਰੋਪਦੀ ਜਿਹੜੀ ਨਿਜਰ ਕੀਤੀ ਹੋ ਰਹੀ, ਉਹਦੇ ਸੇਵਾ ਵਿੱਚ ਹੀ ਤਤਪਰ ਰਹੀ। ਜਿਹ ਤਨ ਰੁਚਿਰ ਸੁਹਾਏ। ਜਿਸ ਦ੍ਰੋਪਦੀ ਦਾ ਸਰੀਰ ਬਹੁਤ ਸੋਹਣਾ ਸੋਭਨੀਕ ਸੁੰਦਰ ਹੈ ਸੀ। ਜੋ ਪਈ ਨਾਗਨ ਸਾਮਾ ਲਟਕੀ ਲਟ ਜਾ ਕੇ। ਇੱਥੇ ਭਾਈ ਸੰਤੋਖ ਸਿੰਘ ਜੀ ਦ੍ਰੋਪਦੀ ਦੇ ਜਿਹੜੇ ਸੋਹਣੇ ਰੂਪ ਦੀ ਇੱਥੇ ਅਲੰਕਾਰ ਬਣ ਰਹੇ ਆ। ਕਹਿੰਦੇ ਵੀ ਜਿਸ ਦੇ ਕੇਸ ਜਿਹੜੇ ਕੇਸਾਂ ਦੀਆਂ ਲਟਾਂ ਸਨ, ਜ਼ੁਲਫਾਂ ਸਨ, ਨਾ ਕਾਲੀਆਂ ਕਾਲੀਆਂ ਸਨ, ਜਿਵੇਂ ਕਾਲੇ ਨਾਗ ਹੁੰਦੇ, ਕਾਲੇ ਨਾਗਾਂ ਵਾਂਗ ਲਟਕ ਰਹੀਆਂ ਸਨ ਲਟਾਂ ਜ਼ੁਲਫਾਂ। ਮਦਨ ਧਨਖ ਪ੍ਰਕਟੀ ਸੁਠ ਬਾਕੀ। ਅਤੇ ਮਦਨ ਜਿਵੇਂ ਕਾਮਦੇਵ ਦਾ ਧਨਖ ਕੀ ਹੈ, ਫੁੱਲ, ਉਹ ਫੁੱਲ ਕਾਮਦੇਵ ਦੇ ਧਨਖ ਵਰਗੇ ਭਰਵੱਟੇ ਸਨ। ਭਰਵੱਟਿਆਂ ਦੀ ਝਿਮਣੀਆਂ ਜਿਹੜੀਆਂ ਬੜੀਆਂ ਸੋਹਣੀਆਂ ਟੇਡੀਆਂ ਸਨ। ਕੁੰਦ ਰਦਨ ਬਦਨ ਸਸਰਾ ਕਾ। ਜਿਸ ਦ੍ਰੋਪਦੀ ਦਾ ਮੁੱਖ ਪੂਰਨਮਾਸ਼ੀ ਦੇ ਚੰਦਰਮਾ ਵਰਗਾ ਲਿਸ਼ਕਦਾ ਸੋਹਣਾ, ਅਤੇ ਕੁੰਦ ਰਦਨ ਦੰਦ ਮਰਤਬਾਨ ਦੇ ਫੁੱਲਾਂ ਵਰਗੇ ਸਨ ਚਿੱਟੇ। ਉਦਰ ਸਤਰ ਵੱਲ ਮਨੋਹਰ ਜਾਂ ਕਾ। ਉਦਰ 'ਤੇ ਜਿਹੜੇ ਮਨੋਹਰ ਜਾਂ ਕਾ, ਜਿਸ ਦਾ ਜੋ ਪੇਟ ਹੈ ਉਦਰ, ਉੱਤੇ 3 ਵਲ ਪੈਂਦੇ ਸਨ ਮਨ ਨੂੰ ਚਰਾਉਣ ਵਾਲੇ। ਰਾਤ ਰਤੀਕ ਹੋਇਆ ਜਿਹ ਦੁੱਤ ਦੇਖੀ। ਜਿਸ ਦ੍ਰੋਪਦੀ ਸੋਭਾ ਨੂੰ ਦੇਖ ਕੇ ਜਿਹੜੀ ਰੱਤੀ ਹੈ ਕਾਮਦੇਵ ਦੀ ਘਰ ਵਾਲੀ, ਉਹਦੀ ਸੋਭਾ ਵੀ ਰੱਤੀ ਕੀ ਹੋ ਜਾਂਦੀ ਸੀ, ਥੋੜ੍ਹੀ ਹੋ ਜਾਂਦੀ ਸੀ ਵੀ ਐਸੀ ਸੋਭਾ ਤਾਂ ਮੇਰੀ ਵੀ ਨਹੀਂ ਹੈ। ਤੀਸ਼ਨ ਬਾਨ ਕਟਾਸ਼ ਬਸੇਖੀ। ਅਤੇ ਜੋ ਨੇਤਰਾਂ ਦੇ ਕਟਾਖ ਸਨ, ਤੱਕਣੀ ਸੀ, ਉਹ ਤਿੱਖੇ ਬਾਣਾਂ ਵਰਗੀ ਸੀ, ਤਿੱਖੇ ਤੀਰਾਂ ਵਰਗੇ ਸਨ ਦੇਖਣੀ ਨੇਤਰਾਂ ਦੀ। ਉੱਚਾ ਬਨੇ ਜੁਗ ਕਾਮ ਨਗਾਰੇ। ਜੋ ਕੰਠ ਵਾਲਾ ਸਥਾਨ ਉਹ ਤੇ ਇਵੇਂ ਬਣਿਆ ਹੋਇਆ ਸੀ ਜਿਵੇਂ ਕਾਮਦੇਵ ਦੇ 2 ਨਗਾਰੇ ਬਣੇ ਹੋਣ। ਸਭ ਜਗ ਜੀਤ ਉਲਟ ਜਨ ਡਾਰੇ। ਮਾਨੋ ਕਿ ਸਾਰੇ ਜੱਗ ਨੂੰ ਜਿੱਤ ਕੇ ਕਾਮਦੇਵ ਨੇ ਤੇ ਉਹ ਆਪਣੇ ਨਗਾਰੇ ਮੂਧੇ ਕੀਤੇ ਹੋਏ ਹੈ, ਮੂਧੇ ਮਾਰੇ ਹੋਏ ਹੈ। ਦੀਪ ਸਿਖਾਸੀ ਕੋਕਲ ਬਾਨੀ। ਤੇ ਜਿਹੜਾ ਹੈ ਸਿਖਾਸੀ ਇਵੇਂ ਕੋਇਲ ਵਰਗੇ ਬਚਨ ਹਨ, ਅਤੇ ਜਿਹਦੇ ਆ ਜਿਹੜੇ ਹੈ ਦੀਪ ਸਿਖਾਸੀ ਜਮਣਾ ਵਰਗੀ ਦੀਵੇ ਦੀ ਲਾਟ ਵਰਗੇ ਸਨ। ਦੀਵੇ ਦੀ ਲਾਟ ਵਰਗੇ ਉਹਦਾ ਮੁੱਖ ਸੀ ਚਮਕਦਾ, ਅਤੇ ਕੋਇਲ ਵਰਗੇ ਬਚਨ ਸਨ। ਗਜ ਗਾਮਨ ਮ੍ਰਿਗ ਸ਼ਾਵਕ ਨਾਨੀ। ਅਤੇ ਹਾਥੀ ਵਰਗੀ ਚਾਲ ਸੀ। ਮ੍ਰਿਗ ਹਿਰਨ ਵਰਗੇ, ਹਿਰਨ ਦੇ ਬੱਚੇ ਜਿਹੜੇ ਹੁੰਦੇ ਛੋਟੇ ਛੋਟੇ, ਉਹ ਜਿਹੇ ਨੇਤਰ ਸਨ। ਜਮਨ ਭ੍ਰਮਰੀ ਨਾਭ ਗੰਭੀਰਾ। ਜਿਹੜੀ ਨਾਭੀ ਵਾਲਾ ਸਥਾਨ ਬੜਾ ਗੰਭੀਰ ਡੂੰਘਾ, ਜਿਵੇਂ ਜਮਨਾ ਵਿੱਚ ਘੁੰਮਣ ਘੇਰੀ ਪੈਂਦੀ ਹੈ। ਨਖਨ ਬਿਲੋਕਤ ਲਾਜਤ ਹੀਰਾ। ਦ੍ਰੋਪਦੀ ਦੇ ਹੱਥਾਂ ਪੈਰਾਂ ਦੇ ਨਹੁੰਆਂ ਨੂੰ ਦੇਖ ਕੇ ਹੀਰਾ ਵੀ ਸ਼ਰਮਿੰਦਾ ਹੁੰਦਾ ਵੀ ਇਹੋ ਜਿਹਾ ਤੇ ਮੈਂ ਵੀ ਨਹੀਂ ਚਮਕਦਾ, ਮੇਰੀ ਵੀ ਨਹੀਂ ਸੋਭਾ। ਦੋਹਰਾ ਬਹੁਰ ਗਰੀਬ ਕੀ ਰੁਚਿਰਤਾ। ਫਿਰ ਜਿਹੜੀ ਹੈ ਦ੍ਰੋਪਦੀ ਦੀ ਗਰਦਨ ਸੀ ਉਹਦੀ ਸੁੰਦਰਤਾ। ਮਨਹ ਉਤਾਈ ਪਾਏ। ਮਾਨੋ ਕਿ ਜਿਹੜੀ ਅੱਗ ਦੀ ਲਾਟ ਉਹੀਓ ਉੱਚੀ ਉੱਠ ਰਹੀ ਹੈ। ਚਿਬਕ ਸਿਆਮਤਾ ਰਾਹੋ ਜਾਨਾ। ਜੋ ਠੋਡੀ ਹੈ ਉਹਦੇ ਉੱਪਰ ਜੋ ਬਿੰਦੀ ਲੱਗੀ ਹੈ, ਉਹ ਬਿੰਦੀ ਦੀ ਜਿਹੜੀ
ਕਾਲਾਪਨ ਹੈ ਉਹ ਤੇ ਇਵੇਂ ਮਾਨੋ ਜਿਵੇਂ ਰਾਹੂ ਹੈ। ਦੁਰਿਓ ਸਸੀ ਮਹਿ ਆਏ। ਚੰਦਰਮਾ ਵਿੱਚ ਰਾਹੂ ਹੀ ਆ ਕੇ ਛੁਪਿਆ ਹੋਇਆ, ਐਵੇਂ ਠੋਡੀ ਦੇ ਉੱਪਰ ਬਿੰਦੀ ਕਾਲੇ ਰੰਗ ਦੀ ਲਾਈ ਹੋਈ ਸੀ। ਚੌਪਈ ਜਿਹ ਆਗਾ ਦਾਸੀ ਬਹੁਵਤ। ਇਹ ਸਾਧ ਸੰਗਤ ਜੀ ਕਵੀ ਸਾਹਿਬ ਜੀ ਨੇ ਜਿਹੜਾ ਅਲੰਕਾਰ ਬੰਨਿਆ ਸੁੰਦਰਤਾਈ ਦਾ, ਇਹ ਸਭ ਦੇ ਵੱਸ ਦੀ ਗੱਲ ਨਹੀਂ, ਐਸਾ ਲਿਖ ਲੈਣਾ। ਬਹੁਤ ਅਨੁਭਵ ਦੇ ਨਾਲ ਇਹ ਕੁਝ ਲਿਖਿਆ ਜਾਂਦਾ ਹੈ। ਕਹਿ ਰਹੇ ਹੈ ਗੁਰੂ ਸਾਹਿਬ ਜੀ, ਕਹਿੰਦੇ ਭਾਈ ਮਰਦਾਨਾ ਵੇਖੋ, ਜਿਸ ਦ੍ਰੋਪਦੀ ਦੇ ਅੱਗੇ ਆ ਜਿਹੜੀਆਂ ਦਾਸੀਆਂ ਬਹੁਤੀਆਂ ਹੁੰਦੀਆਂ ਸਨ ਸੇਵਾ ਕਰਨ ਵਾਲੀਆਂ, ਸੇਵਾ ਕਰ ਬੰਦੇ ਮੁਖ ਜੋਵਤ। ਤੇ ਜਦੋਂ ਸੇਵਾ ਹੱਥਾਂ ਨਾਲ ਕਰਦੀਆਂ ਸੀ ਤੇ ਦ੍ਰੋਪਦੀ ਦਾ ਮੁਖ ਤੱਕਦੀਆਂ ਹੁੰਦੀਆਂ ਸਨ ਸੋਹਣਾ। ਸੋ ਵਿਰਾਟ ਨ੍ਰਿਪ ਕੀ ਰਾਜਧਾਨੀ। ਤੇ ਮੁਖ ਤੱਕਦੀਆਂ ਸਨ, ਸੇਵਾ ਕਰਦੀਆਂ ਸੀ ਉਹ ਦ੍ਰੋਪਦੀ ਵਿਰਾਟ ਰਾਜੇ ਦੀ ਰਾਜਧਾਨੀ ਵਿੱਚ। ਬਨ ਸਿਅੰਦਰੀ ਦੇਖ ਦਰਾਨੀ। ਆਪਣਾ ਉਹ ਸੋਹਣਾ ਰੂਪ ਭੇਖ ਛੁਪਾ ਕੇ ਲੁਕਾ ਕੇ ਤੇ ਅੱਜ ਉਹ ਰਾਜੇ ਦੀ ਘਰਵਾਲੀ ਦੀ ਦਾਸੀ ਹੋ ਕੇ ਨੈਣ ਬਣ ਕੇ ਕੰਮ ਕਰ ਰਹੀ ਹੈ। ਰਹਤ ਦ੍ਰੋਪਦੀ ਬਹਿਨ ਉਚਾਰੇ। ਤੇ ਜਦੋਂ ਇਹ ਦ੍ਰੋਪਦੀ ਇੱਥੇ ਗਈ ਹੈ, ਇਹ ਵੀ ਨੌਕਰੀ ਕਰਨ ਲੱਗੀ ਦਾਸੀ ਹੋ ਕੇ, ਤੇ ਰਹਿੰਦਿਆਂ ਰਹਿੰਦਿਆਂ ਦ੍ਰੋਪਦੀ ਨੇ ਬਚਨ ਕਹੇ ਸੁਣਾ ਕੇ ਸਾਰਿਆਂ ਨੂੰ। ਗੰਧਰਵ ਮੋਹੇ ਪੰਜ ਰਖਵਾਰੇ। ਇਹ ਸਾਰੇ ਸੁਣ ਲਓ, ਜਿਹੜੇ ਮੇਰੇ ਰਖਵਾਲੇ ਨਾ 5 ਗੰਧਰਵ ਹੈ ਬੜੇ ਬਲੀ। ਇਹ ਭੀਮ ਸੈਨ ਹੋਣਾ ਵਾਲੀ ਇਸ਼ਾਰਾ ਕੀਤਾ ਸੀ। ਕਾਮ ਦ੍ਰਿਸ਼ਟ ਮੋਕੋ ਜੋ ਦੇਖੇ। ਇਹ ਜਿੰਨੇ ਵੀ ਮੈਨੂੰ ਭੈੜੀ ਦ੍ਰਿਸ਼ਟੀ ਨਾਲ ਦੇਖਿਆ, ਮ੍ਰਿਤਕ ਕਰਤ ਸੋ ਬਲੀ ਬਿਸੇਖੇ। ਉਹ ਮੇਰੇ ਜਿਹੜੇ 5 ਗੰਧਰਵ ਰਖਵਾਲੇ ਹੈ, ਉਹ ਕਹਿੰਦੀ ਬੜੇ ਬਲੀ ਹੈ, ਮੁਰਦਾ ਹੀ ਕਰ ਦਿੰਦੇ ਹੈ। ਸਬਨ ਸੁਨਾਏ ਦੀਨ ਅਸਬਾਨੀ। ਇਸ ਤਰ੍ਹਾਂ ਦੀ ਜਿਹੜੇ ਬਾਣੀ ਬਚਨ ਸਾਰਿਆਂ ਨੂੰ ਸੁਣਾ ਦਿੱਤਾ ਵਿਰਾਟ ਰਾਜੇ ਦੇ ਕੋਲ। ਸੇਵਾ ਕਰਨ ਰਾਣੀ ਕੀ ਠਾਨੀ। ਰਾਣੀ ਦੀ ਸੇਵਾ ਕਰਨੀ ਜਿਹੜੀ ਪੱਕੀ ਧਾਰਨ ਕਰ ਲਈ, ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਕਿਤਕ ਦਿਵਸ ਜਬ ਰਹਤ ਬਿਤਾਏ। ਜਦੋਂ ਇਹ ਦੋ ਸਾਰੇ ਜਾਣੇ ਨੌਕਰੀ ਕਰਦਿਆਂ ਵਿਰਾਟ ਰਾਜੇ ਕੋਲ ਰਹਿੰਦਿਆਂ ਲੰਘਾਏ ਬਿਤਾਏ ਐ। ਛਪੇ ਰਹੇ ਕਿਨ ਜਾਨ ਨਾ ਪਾਏ। ਛੁਪੇ ਰਹੇ ਆ, ਕਿਸੇ ਜਾਣ ਨਹੀਂ ਪਾਇਆ ਵੀ ਇਹ ਤੇ ਵੀ 5 ਪਾਂਡਵ ਹੈ। ਆਪੋ ਆਪਣੇ ਭੇਖ ਬਦਲ ਕੇ ਤੇ ਕੰਮ ਕਰਦੇ ਰਹੇ, ਨੌਕਰੀ ਕਰਦੇ ਰਹੇ। ਉਤੋ ਭਰਾਤ ਇੱਕ ਰਾਣੀ ਕੇਰਾ। ਤੇ ਉੱਥੇ ਜੋ ਰਾਜਾ ਸੀ ਇਹ ਵਿਰਾਟ, ਇਹਦੀ ਜੋ ਰਾਣੀ ਹੈ ਉਹਦਾ ਇੱਕ ਭਰਾ ਸੀ। ਕ੍ਰੀਚਕ ਆਖ ਬਲੀ ਵਡੇਰਾ। ਜੋ ਬੜਾ ਬਲੀ ਸੀ ਤੇ ਕ੍ਰੀਚਕ ਉਹਦਾ ਨਾਮ ਸੀ। ਜੋ ਕਹਿ ਕੇ ਰਾਜਾ ਉਹਦਾ ਪੁੱਤਰ ਸੀ ਇਹ ਕ੍ਰੀਚਕ। ਤੇ ਵਿਰਾਟ ਜਿਹੜਾ ਰਾਜਾ ਉਹਦਾ ਇਹ ਸਾਲਾ ਸੀ ਕ੍ਰੀਚਕ, ਬੜਾ ਬਲੀ ਸੀ। ਸਹਜ ਸੁਭਾਏ ਸੁਸਾ ਟਿਕਾਵਾ। ਸੁੱਤੇ ਸੇਧੀ ਇੱਕ ਦਿਨ ਦੀ ਗੱਲ ਹੈ ਕਿ ਆਪਣੀ ਭੈਣ ਦੇ ਕੋਲ ਆਇਆ ਕ੍ਰੀਚਕ। ਦ੍ਰੋਪਦ ਸੁਤਾ ਕੋ ਪੇਖ ਬਿਰਮਾਵਾ। ਉੱਥੇ ਦ੍ਰੋਪਦੀ ਨੂੰ ਦੇਖ ਕੇ ਇਹ ਭਰਮ ਗਿਆ। 10 ਸਹੰਸਰ ਗਜ ਬਲ ਜਿਸ ਮਾਹੀ। ਜਿਸ ਕ੍ਰੀਚਕ ਦੇ ਵਿੱਚ 10,000 ਹਾਥੀਆਂ ਜਿੰਨਾ ਬਲ ਸੀ, ਇਹ ਝੂਠ ਨਹੀਂ ਹੈ ਕੋਈ। ਕ੍ਰੀਚਕ ਵਿੱਚ ਵੀ 10,000 ਹਾਥੀਆਂ ਜਿੰਨਾ ਬਲ। ਭੀਮ ਸੈਨ, ਅਰਜਨ, ਯੁਧਿਸ਼ਟਰ ਇਹਨਾਂ ਸਾਰਿਆਂ ਵਿੱਚ ਹੀ ਹਾਥੀਆਂ ਜਿੰਨਾ ਬਲ ਸੀ। ਤੇ ਕਈ ਕਹਿੰਦੇ ਵੀ ਇਹ ਤੇ ਮਹਾਭਾਰਤ ਜੀ ਉਹ ਮਿੱਥਿਆ ਝੂਠ ਲਿਖਿਆ ਹੋਇਆ। ਪਰ ਇਹ ਤੇ ਗੱਲ ਉਦੋਂ ਸਿੱਧ ਹੋ ਜਾਂਦੀ ਹੈ ਜਦੋਂ ਗੁਰਬਾਣੀ ਦੇ ਅੱਜ ਆ ਪਿੱਛੇ ਇਸੇ ਸ਼ਬਦ ਵਿੱਚ ਬਚਨ ਆਏ ਵੀ ਜਨਮੇਜਾ ਵੀ ਰੋਇਆ ਹੈ। ਉਹ ਕਿਉਂ ਰੋਇਆ ਸੀ ਵੀ ਉਹਨੂੰ ਜਦੋਂ ਕਥਾ ਸੁਣਾਈ ਮਹਾਭਾਰਤ ਦੀ ਵਿਆਸ ਜੀ ਨੇ, ਤੇ ਕਿਹਾ ਵੀ ਤੈਨੂੰ ਜੋ ਮੈਂ ਕਹੀ ਜਾਵਾਂਗਾ, ਜੋ ਸੁਣਾਵਾਂਗਾ ਸੱਚ ਹੀ ਕਹੀ ਜਾਣਾ, ਇਹ ਝੂਠ ਨਹੀਂ ਮੰਨਣਾ, ਕਿਉਂਕਿ ਪਹਿਲਾਂ ਬਲੀ ਹੋਏ ਆ ਤੇਰੇ ਵੱਡੇ। ਇਹ ਕਹਿੰਦਾ ਠੀਕ ਹੈ। ਜਦੋਂ ਸੁਣਾਉਂਦੇ ਇੱਥੇ ਕਥਾ ਆਈ ਵੀ ਭੀਮ ਸੈਨ ਨੇ ਭੂਰਪਾਲ ਰਾਜੇ ਦੇ ਹੇ ਜਨਮੇਜਾ ਰਾਜਾ ਜਦੋਂ ਹਾਥੀ ਫੜ ਕੇ ਐਸੇ ਚੜ੍ਹਾਏ ਆ ਵੀ ਉਹ ਆਕਾਸ਼ ਵਿੱਚ ਚਾੜ ਦਿੱਤੇ, ਅਜੇ ਤੱਕ ਘੁੰਮਦੇ ਫਿਰਦੇ ਵਾਪਸ ਨਹੀਂ ਆਏ। ਜਨਮੇਜੇ ਨੇ ਨੱਕ ਜਾ ਚੜ੍ਹਾਇਆ, ਕਹਿੰਦਾ ਇਹ ਕਿਵੇਂ ਹੋ ਸਕਦਾ, ਮੇਰਾ ਝੂਠ।
ਉਹ ਇਹ ਕਹਿਣੇ ਕਰਕੇ ਨੱਕ ਤੋਂ ਕੋੜ ਨਹੀਂ ਹਟਿਆ, ਉਸੇ ਨੱਕ ਦੇ ਕੋੜ ਨਾਲ ਹੀ ਜਨਮੇਜ ਜੀ ਦੀ ਮੌਤ ਹੋਈ। ਅਤੇ ਇਹੀ ਕਥਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਗੁਰੂ ਮਹਾਰਾਜ ਜੀ ਨੇ ਲਿਖੀ ਹੈ। ਉਹਦੇ ਵਿੱਚ ਵੀ ਆਉਂਦਾ ਵੀ ਭੀਮ ਸੈਨ ਨੇ ਜਿਹੜੇ ਹਾਥੀ ਆਕਾਸ਼ ਵਿੱਚ ਚੜ੍ਹਾ ਕੇ ਥੱਲੇ ਨਹੀਂ ਆਏ। ਭਾਵ ਦੱਸਿਆ ਵਾ ਵੀ ਐਨੇ ਬਲੀ ਹੋਏ ਆ ਅਤੇ ਉਹ ਵੀ ਇਸ ਸੰਸਾਰ ਤੋਂ ਚਲੇ ਗਏ। ਜਣਾਇਆ ਤਾਂ ਇਹ ਹੈ ਮਹਾਰਾਜ ਜੀ ਨੇ। ਇਵੇਂ ਬੜੇ ਬਲੀ ਹੋਏ ਆ ਸਾਧ ਸੰਗਤ ਜੀ। ਕੋਈ ਵੀ ਚੀਜ਼ ਕੋਈ ਵਸਤੂ ਬਣੀ ਹੈ ਤਾਂ ਉਹਦਾ ਕੋਈ ਕਾਰਨ ਹੈ। ਲੋਕ ਮੰਨ ਲੈਂਦੇ ਝੂਠ, ਕਿਉਂਕਿ ਜਿਹੜਾ ਬੰਦਾ ਹੁਣ ਵਿਚਾਰਾ ਆਪ ਮਰਿਆ ਹੈ, ਇੱਕ ਬੰਦੇ ਨੂੰ ਕੁੱਟਣ ਜੋਗਾ ਨਹੀਂ, ਉਹਦੇ ਵਾਸਤੇ ਤਾਂ ਸਾਰੇ ਮਰੇ ਆ, ਉਹਦੇ ਵਾਸਤੇ ਤਾਂ ਕੋਈ ਬਲੀ ਹੈਗਾ ਹੀ ਨਹੀਂ ਹੈ। ਹੁਣ ਜਿਹੜਾ ਬੰਦਾ 10 ਨੂੰ ਕੁੱਟ ਲੈਂਦਾ ਹੈ, ਉਹਨੇ ਤਾਂ ਕਹਿਣਾ ਵੀ ਹਾਂ ਵੀ 15 ਨੂੰ ਕੁੱਟਣ ਵਾਲਾ ਵੀ ਬੰਦਾ ਹੈਗਾ ਹੈ। ਅਤੇ ਜਦੋਂ ਮੇਰੇ ਵਰਗੇ ਨੇ ਹੁਣ ਇੱਕ ਨੂੰ ਵੀ ਕੁੱਟ ਨਹੀਂ ਸਕਣਾ, ਕਹਿਣਾ ਨਹੀਂ ਅੱਜ ਕੱਲ੍ਹ ਜੇ ਕਲਯੁੱਗ ਹੈ, ਕਿੱਥੇ ਤਾਕਤਾਂ ਰਹਿ ਗਈਆਂ, ਹੁਣ ਨਹੀਂ ਕਿਸੇ ਨੂੰ ਕੋਈ ਕੁੱਟ ਸਕਦਾ। ਐਵੇਂ ਨਹੀਂ ਹੈ, ਸਾਡੇ ਕਹਿਣ ਨਾਲ ਕੁਝ ਨਹੀਂ ਹੋਣਾ। ਅਸੀਂ ਤਾਂ ਬਹੁਤ ਕੁਝ ਕਹਿੰਦੇ ਹਾਂ, ਅਸੀਂ ਤਾਂ ਕਹਿੰਦੇ ਰੱਬ ਨਹੀਂ ਹੈਗਾ ਅਤੇ ਰੱਬ ਕੀ ਹੈਗਾ ਨਹੀਂ ਹੈ। ਉੱਲੂ ਕਹਿੰਦੇ ਆ ਵੀ ਸੂਰਜ ਨਹੀਂ ਹੈਗਾ ਅਤੇ ਕਿਉਂ ਸੂਰਜ ਹੈਗਾ ਨਹੀਂ ਹੈ। ਚਾਮ ਚੜਿੱਕਾਂ ਚਮਗਿੱਦੜ ਰੌਲਾ ਪਾਉਂਦੇ ਆ, ਉੱਚੀ ਕਹਿੰਦੇ ਵੀ ਸੂਰਜ ਨਹੀਂ ਹੈਗਾ ਅਤੇ ਕੀ ਹੁਣ ਸੂਰਜ ਹੈਗਾ ਨਹੀਂ, ਉਹ ਤਾਂ ਹੈਗਾ ਹੀ ਹੈ। ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਜੋ ਹੈਗਾ ਉਹ ਤਾਂ ਹੈਗਾ ਹੀ ਹੈ ਭਾਈ। ਇੱਥੇ 10 ਸਹੰਸਰ ਗਜ, ਜਿਸ ਕਰੀਚਕ ਦੇ ਵਿੱਚ 10,000 ਹਾਥੀਆਂ ਜਿੰਨਾ ਬਲ ਸੀ। ਪ੍ਰਭਤਾ ਮਦ ਤੇ ਸੁਧ ਬੁੱਧ ਨਾਹੀ। ਉਹ ਆਪਣੀ ਪ੍ਰਭਤਾ ਵਡਿਆਈ ਰਾਜ ਭਾਗ ਦੇ ਕਰਕੇ ਹੰਕਾਰ ਹੋਇਆ ਪਿਆ ਸੀ, ਜਿਸ ਹੰਕਾਰ ਕਰਕੇ ਇਹਨਾਂ ਨੂੰ ਸੁੱਧ ਬੁੱਧ ਕੋਈ ਹੈ ਨਹੀਂ। ਅਗਲ ਮੌਤ ਤੇ ਕਰੀਚਕ ਨੂੰ ਹੈ ਹੀ ਨਹੀਂ ਸੀ। ਲਖੇ ਬਿਲੋਚਨ ਜਪ ਰਤਨਾਰੇ। ਜਦੋਂ ਇਹਨੇ ਦ੍ਰੋਪਦੀ ਦੇ ਰਤਨਾ ਵਰਗੇ ਲਾਲ ਨੇਤਰ ਦੇਖੇ ਐ। ਮਨਹਾ ਸਬਟ ਕਿਨ ਬਾਨ ਪ੍ਰਹਾਰੇ। ਮਾਨੋ ਕਿਸੇ ਸੂਰਮੇ ਨੇ ਤਿੱਖੇ ਤੀਰ ਹੀ ਲਿਆ ਮਾਰੇ ਦੇ ਕਲੇਜੇ ਵਿੱਚ। ਮਦਨ ਉਦਦ ਹੋਇਆ ਮਗਨ ਅਧੀਰੂ। ਐਵੇਂ ਕਾਮਦੇਵ ਦੇ ਸਮੁੰਦਰ ਵਿੱਚ ਇਹ ਮਗਨ ਡੁੱਬ ਗਿਆ, ਲੀਨ ਹੋ ਗਿਆ, ਗਰਕ ਹੋ ਗਿਆ, ਹੌਸਲਾ ਹੀ ਨਹੀਂ ਰਿਹਾ ਇਹਦੇ ਅੰਦਰ। ਪਹੁੰਚੇ ਕਿਉਂ ਵਿਵੇਕ ਜੋਤੀਰੂ। ਜਿਹੜੇ ਫਿਰ ਕਹਿੰਦੇ ਐਸੇ ਡੁੱਬ ਗਏ, ਗਰਕ ਹੋ ਗਏ ਆ, ਉਹ ਵਿਵੇਕ ਰੂਪੀ ਕਿਨਾਰੇ 'ਤੇ ਕਿਵੇਂ ਪਹੁੰਚੇ ਫਿਰ ਭਾਈ? ਉਹ ਗਿਆਨ ਦੇ ਕਿਨਾਰੇ 'ਤੇ ਕਿਵੇਂ ਪਹੁੰਚੇ? ਉਹ ਵਿਚਾਰ ਦੇ ਕਿਨਾਰੇ 'ਤੇ ਕਿਵੇਂ ਪਹੁੰਚੇ? ਜਿਵੇਂ ਇਹ ਗਰਕ ਹੋ ਗਿਆ, ਡੁੱਬ ਗਿਆ ਹੈ। ਕਾਇਲ ਜਾਂ ਤਿਹ ਛਿਨ ਤਰਫਾਵਾ। ਜਿਵੇਂ ਕਿਸੇ ਦੇ ਤੀਰ ਵੱਜ ਜਾਏ, ਜ਼ਖਮੀ ਹੋ ਜਾਂਦਾ, ਬੜਾ ਤੜਫਦਾ ਹੈ। ਉਸ ਵੇਲੇ ਜ਼ਖਮੀ ਹੋਇਆ ਕਾਮ ਦੇ ਤੀਰ ਨਾਲ, ਬੜਾ ਤੜਫਿਆ ਕਰੀਚਕ। ਕਾਮਾ ਤੁਰ ਹੋਇਆ ਬਚਨ ਅਲਾਵਾ। ਮਦ ਵਾਸ਼ਾ ਨਾਲ ਵਿਆਕਲ ਹੋਇਆ, ਇਹਨੇ ਬਚਨ ਕਿਹਾ। ਹੈ ਦਾਸੀ ਤੂੰ ਲਾਗਤ ਪਿਆਰੀ। ਇਹ ਮੇਰੀ ਭੈਣ ਦੀ ਦਾਸੀ ਸੇਵਾ ਕਰਨ ਵਾਲੀ ਦ੍ਰੋਪਦੀ, ਤੂੰ ਮੈਨੂੰ ਬੜੀ ਚੰਗੀ ਲੱਗ ਰਹੀ ਹੈ। ਮਿਲਹੁ ਆਨ ਮੁਰ ਅੰਗ ਸੰਗਾਰੀ। ਤੂੰ ਮੇਰੇ ਨਾਲ ਆ ਕੇ ਸੰਬੰਧ ਕਰ। ਬਦਨ ਬਿਲੋਕੇ ਮਦਨ ਵਿਸਾਲਾ। ਤੇ ਕਹਿੰਦਾ ਵੀ ਤੇਰੇ ਮੁਖ ਨੂੰ ਦੇਖ ਕੇ ਮੈਨੂੰ ਮੰਦ ਵਾਸ਼ਨਾ ਬੜੀ ਲੱਗ ਗਈ ਹੈ। ਜਾਗਿਓ ਹਿਰਦੇ ਕੇਲ ਕਰ ਬਾਲਾ। ਮੇਰੇ ਹਿਰਦੇ ਵਿੱਚ ਬਹੁਤ ਹੀ ਮੰਦ ਵਾਸ਼ਨਾ ਜਾਗ ਗਈ, ਇਸ ਕਰਕੇ ਹੇ ਦਾਸੀ ਤੂੰ ਮੇਰੇ ਨਾਲ ਮੰਦ ਵਾਸ਼ਨਾ ਭੋਗ। ਦੋਹਰਾ ਦ੍ਰੋਪਦ ਸੁਤਾ ਸੁਨ ਕਹਿਤ ਪੀ। ਦ੍ਰੋਪਦ ਰਾਜੇ ਦੀ ਪੁੱਤਰੀ ਦ੍ਰੋਪਦੀ ਸੁਣ ਕੇ ਕਹਿਣ ਲੱਗੀ, ਗੰਧਰਵ ਮਮ ਰਖਵਾਰ। ਹੇ ਕਰੀਚਕ, ਐਵੇਂ ਨਾ ਇਹੋ ਜਿਹੀਆਂ ਗੱਲਾਂ ਕਰ। ਮੇਰੇ ਰਖਵਾਲੇ ਗੰਧਰਵ ਹੈ, ਬੜੇ ਬਲੀ ਭੀਮ ਸੈਨ ਹੋਣੀ ਮੇਰੇ ਪਤੀ। ਕਾਮ ਦ੍ਰਿਸ਼ਟ ਜੇ ਦੇਖਹੀਂ। ਅੱਜ ਤੇ ਤੈਨੂੰ ਬਖਸ਼ ਦਿੱਤਾ, ਜੇ ਤੂੰ ਇਸੇ ਤਰ੍ਹਾਂ ਕਾਮ ਦੀ ਦ੍ਰਿਸ਼ਟੀ ਨਾਲ ਦੇਖੇਗਾ ਨਾ, ਮੰਦ ਵਾਸ਼ਨਾ ਭੈੜੀ ਦ੍ਰਿਸ਼ਟੀ ਨਾਲ, ਕਰਹਿ ਸੇ ਤੋਰ ਸੰਘਾਰ। ਉਹ ਮੇਰੇ ਪਤੀ ਪੰਜੇ ਤੇਰਾ ਸੰਘਾਰ ਕਰ ਦੇਣਗੇ, ਤੇਰਾ ਨਾਸ ਕਰ ਦੇਣਗੇ ਪਾਪੀਆ। ਜੋ ਪਈ ਮਦਨ ਮਦ ਹੋਏ ਕਛੂ ਨਾ ਮਾਨਾ। ਮਦਨ ਮਦ, ਐਵੇਂ ਇਹ ਕਾਮ ਵਿੱਚ ਮਸਤ ਹੋਇਆ। ਉਹ ਕਾਮ ਦੇ ਵਿੱਚ ਇਹ
ਕਾਮ ਦੇ ਨਸ਼ੇ ਨਾਲ ਇਹਨੇ ਕੁਝ ਮੰਨਿਆ ਨਹੀਂ। ਕਿਆ ਹੋਇਆ ਦ੍ਰੋਪਦੀ ਦਾ? ਦੌੜਿਓ ਗਹਿਨ ਪਾਨ ਮਹਿ ਪਾਨਾ। ਸਗੋਂ ਦੌੜਿਆ ਆਪਣੇ ਹੱਥ ਵਿੱਚ ਹੱਥ ਫੜਨ ਵਾਸਤੇ। ਕਰੇ ਤਰਾਸ ਧਾਈ ਸਸ ਜਾਸੇ। ਉਸ ਵੇਲੇ ਦ੍ਰੋਪਦੀ ਨੇ ਬੜਾ ਡਰ ਕੀਤਾ ਤੇ ਦੌੜੀ ਐ। ਰਾਹੋ ਭੀਤ ਬਾਸਵ ਟਿਕਦਾ ਸੇ। ਜਿਸ ਤਰ੍ਹਾਂ ਚੰਦਰਮਾ ਦੇ ਕੋਲ ਰਾਹੂ ਆ ਜਾਏ ਤੇ ਚੰਦਰਮਾ ਡਰ ਕੇ ਤੇ ਇੰਦਰ ਦੇਵਤੇ ਕੋਲ ਭੱਜ ਜਾਵੇ ਵੀ ਮੈਨੂੰ ਬਚਾ ਲਾ। ਜਹਾਂ ਬਰਾਠ ਹੈ ਸਭਾ ਲਗਾਈ। ਇੱਧਰ ਜਿੱਥੇ ਕਰੀਚਕ ਦੇ ਜੋ ਜੀਜੇ ਨੇ ਵਿਰਾਟ ਰਾਜ ਨੇ ਸਭਾ ਲਗਾਈ ਹੋਈ ਸੀ। ਊਚ ਪੁਕਾਰਤ ਦੌੜਤ ਆਈ। ਦ੍ਰੋਪਦੀ ਵਿਚਾਰੀ ਉੱਚੀ ਉੱਚੀ ਫਰਿਆਦਾਂ ਕਰਦੀ ਦੌੜਦੀ ਸਭਾ ਵਿੱਚ ਆਈ। ਧਰਮਜ ਭੀਮ ਨਕਲ ਸਹਦੇਵਾ। ਉੱਥੇ ਸਭਾ ਵਿੱਚ ਯੁਧਿਸ਼ਟਰ, ਭੀਮਸੈਨ, ਨਕਲ ਤੇ ਸਹਦੇਵ ਬੈਠੇ ਕਰ ਹੈ ਨ੍ਰਿਪਤ ਕੀ ਸੇਵਾ। ਰਾਜੇ ਦੀ ਸੇਵਾ ਬੈਠੇ ਹੋਏ ਕਰ ਰਹੇ ਸਨ, ਜੋ ਇਹਨਾਂ ਦੀ ਡਿਊਟੀ ਲੱਗੀ ਹੋਈ ਸੀ। ਦ੍ਰੋਪਦ ਸੁਤਾ ਚਿਤ ਹੋਇਆ ਅਤ ਆਰਤ। ਇੱਧਰ ਦ੍ਰੋਪਦੀ ਮਨ ਵਿੱਚ ਬਹੁਤ ਹੀ ਦੁਖੀ ਨਿਮਾਣੀ ਹੋ ਕੇ ਗਈ ਭੂਪ ਟਿਗ ਦੁਖਿਤ ਪੁਕਾਰਤ। ਰਾਜੇ ਵਿਰਾਟ ਦੇ ਕੋਲ ਗਈ ਹੈ ਤੇ ਬਹੁਤ ਦੁਖੀ ਹੋ ਕੇ ਪੁਕਾਰਾਂ ਫਰਿਆਦਾਂ ਕਰਦੀ ਹੈ। ਸਰਬ ਲੋਕ ਅਵਲੋਕਤ ਲੋਚਨ। ਦ੍ਰੋਪਦੀ ਦੇ ਪਿੱਛੇ ਪਿੱਛੇ ਕਰੀਚਕ ਆ ਰਿਹਾ ਹੈ। ਇੱਧਰ ਦ੍ਰੋਪਦੀ ਸਭਾ ਵਿੱਚ ਦੁਖੀ ਹੋ ਰਹੀ ਹੈ ਤੇ ਸਾਰੇ ਲੋਕ ਹੀ ਸਾਧ ਸੰਗਤ ਜੀ ਉੱਥੇ ਜਿਹੜੇ ਸਭਾ ਵਿੱਚ ਬੈਠੇ ਹੋਏ ਨੇਤਰਾਂ ਨਾਲ ਤੱਕ ਰਹੇ ਸਨ। ਕਰ ਨਾ ਸਕਿਓ ਤਿਹ ਕੋ ਮੋਚਨ। ਪਰ ਦ੍ਰੋਪਦੀ ਦੇ ਦੁੱਖ ਨੂੰ ਨਾਸ ਕਰਨ ਵਾਸਤੇ ਕੋਈ ਕੁਝ ਨਾ ਕਰ ਸਕਿਆ। ਦੋਹਰਾ ਕ੍ਰੀਚਕ ਧਾਇਓ ਸੰਗਤ ਹੈ। ਉੱਧਰ ਜਿਹੜਾ ਕਰੀਚਕ ਭੈੜਾ ਮਤ ਵਾਲਾ ਸੀ, ਦ੍ਰੋਪਦੀ ਦੇ ਨਾਲ ਨਾਲ ਹੀ ਪਿੱਛੇ ਪਿੱਛੇ ਦੌੜਿਆ ਆਇਆ। ਪਕਰੀ ਸਭਾ ਮਝਾਰ। ਆਉਂਦਿਆਂ ਵੀ ਮੈਂ ਬੜਾ ਬਲੀ, ਮੈਨੂੰ ਕਿਹਨੇ ਰੋਕਣਾ, ਤੇ ਸਭਾ ਵਿੱਚ ਆਣ ਪਕੜਿਆ। ਮਹਾਬਲੀ ਤਿਹ ਜਾਣ ਕਾ। ਮਹਾਬਲੀ ਇਹਨੂੰ ਜਾਣ ਕੇ ਵੀ ਕਰੀਚਕ ਦੇ ਬੜਾ ਬਲ ਵਾਲਾ, 1000 ਹਾਥੀਆਂ ਜਿੰਨਾ ਇਹਦੇ 'ਚ ਬਲ ਹੈ। ਦ੍ਰਿਪਤ ਨਾ ਕੀ ਹਟਕਾਰ। ਵਿਰਾਟ ਰਾਜੇ ਨੇ ਵੀ ਹਟਾਉਣਾ ਨਹੀਂ ਕੀਤਾ, ਸਭਾ ਵਿੱਚ ਬੈਠਿਆਂ ਵੀ ਹਟਾਉਣਾ ਨਹੀਂ ਕੀਤਾ ਵੀ ਇਹ ਤੇ ਬੜਾ ਭੈੜਾ, ਇਹਨੇ ਤੇ ਅੱਗੋਂ ਗਲ ਪੈ ਜਾਣਾ ਹੈ। ਤੇ ਰਾਜੇ ਨੂੰ ਪਤਾ ਸੀ ਵੀ ਇਹ ਤੇ ਹੈਗਾ ਹੀ ਮੰਦਾ ਹੈ, ਤੇ ਵਿਰਾਟ ਰਾਜਾ ਵੀ ਇਹਨੇ ਹਟਾਉਣਾ ਨਾ ਕੀਤਾ, ਇਹਨੂੰ ਕੁਝ ਨਾ ਕਿਹਾ। ਚੌਪਈ ਕੁੰਜਰ ਲਤਾ ਕਰਖ ਜਿਉ ਲੀਨੀ। ਜਿਵੇਂ ਕਹਿੰਦੇ ਹਾਥੀ ਵੇਲ ਨੂੰ ਖਿੱਚ ਲੈਂਦਾ ਹੈ। ਗਹ ਕਲਾਤ ਪਰ ਹਾਰਨ ਕੀਨੀ। ਇਸੇ ਤਰ੍ਹਾਂ ਕਰੀਚਕ ਨੇ ਦ੍ਰੋਪਦੀ ਨੂੰ ਖਿੱਚ ਲਿਆ ਵੇਲ ਵਾਂਗ ਤੇ ਫੜ ਕੇ ਤੇ ਵੱਖੀ ਵਿੱਚ ਲੱਤ ਮਾਰੀ ਹੈ ਸਭਾ ਦੇ ਸਾਹਮਣੇ। ਭੀਮ ਬਿਲੋਕਤ ਰਿਸ ਔਰ ਭਰਾ। ਭੀਮਸੈਨ ਸਭ ਕੁਝ ਦੇਖ ਰਿਹਾ ਸੀ, ਮਜਬੂਰ ਹੋਇਆ, ਕੁਝ ਕਰ ਨਾ ਸਕਿਆ। ਹ੍ਰਿਦੇ ਵਿੱਚ ਬਹੁਤ ਹੀ ਇਹਨੇ ਗੁੱਸਾ ਕੀਤਾ। ਅਰਨ ਬਿਲੋਚਨ ਆਨਨ ਕਰਾ। ਆਪਣੇ ਨੇਤਰ ਵੀ ਲਾਲ ਕਰ ਲਏ ਤੇ ਮੁਖ ਵੀ ਲਾਲ ਕਰ ਲਿਆ ਗੁੱਸੇ ਨਾਲ। ਧਰਮਜ ਵਰਜਿਓ ਨਾਨਨ ਸੈਨਾ। ਇਹਦੇ ਯੁਧਿਸ਼ਟਰ ਜੋ ਸੀ ਉਹਨੇ ਭੀਮਸੈਨ ਨੂੰ ਗੁੱਸੇ ਵਿੱਚ ਵੇਖ ਕੇ ਤੇ ਨੇਤਰਾਂ ਦੀ ਸੈਨਤ ਨਾਲ ਹੀ ਵਰਜਿਆ, ਰੋਕਿਆ ਵੀ ਤੂੰ ਬੈਠਾ ਹੀ ਰਹਿ ਚੁੱਪ ਕਰਕੇ। ਪ੍ਰਗਟ ਹੋਣ ਡਰ ਬਲ ਨਾ ਬਨ। ਪ੍ਰਗਟ ਹੋਣ ਡਰ ਬੋਲ ਨਾ ਬਨਾ। ਪਾਪੀ ਪ੍ਰਗਟ ਨਾ ਹੋ ਜਾਈਏ, ਪ੍ਰਗਟ ਹੋਣ ਦੇ ਡਰ ਤੋਂ ਕੋਈ ਬਚਨ ਨਾ ਬੋਲਿਆ, ਵੀ ਪ੍ਰਗਟ ਨਾ ਹੋ ਜਾਈਏ। ਸੈਨ ਦੇ ਨਾਲ ਹੀ ਸਮਝਾ ਦਿੱਤਾ ਭੀਮਸੈਨ ਨੂੰ ਵੀ ਜੇ ਤੂੰ ਕੁਝ ਕਰ ਦਿੱਤਾ ਪਤਾ ਲੱਗ ਜਾਏਗਾ ਵੀ ਇਹਦੇ ਪਾਂਡਵ ਹੈ। ਇਹ ਚੁੱਪ ਹੀ ਕੀਤਾ ਰਿਹਾ। ਯੁਧਿਸ਼ਟਰ ਨੇਤਰਾਂ ਨਾਲ ਹੀ ਸਮਝਾ ਦਿੱਤਾ ਪ੍ਰਗਟ ਹੋਣ ਦੇ ਡਰ ਤੋਂ। ਮਹਾਬਲੀ ਬੈਠੇ ਪਦ ਪਾਸੂ। ਵੇਖ ਲਾ ਭਾਈ ਮਰਦਾਨਾ, ਇਸੇ ਤਰ੍ਹਾਂ ਸ਼ਾਹੂਕਾਰਾ ਮਹਾਬਲੀ ਜਿਨ੍ਹਾਂ ਵਿੱਚ ਕਰੀਚਕ ਨੂੰ ਵੀ ਜ਼ਿਆਦਾ ਬਲ ਸੀ,
ਇੰਨੇ ਬੜੇ ਪਤੀ ਪਾਸ ਹੀ ਬੈਠੇ ਸਨ ਪੰਜੇ। ਤਹਾਂ ਤੇ ਗਹਲੇ ਚੱਲਾ ਆਵਾਸੂ। ਤੇ ਉਥੋਂ ਕਰੀਚਕ ਜਿਹੜਾ ਦ੍ਰੋਪਦੀ ਨੂੰ ਫੜ ਕਰਕੇ ਆਪਣੇ ਘਰ ਨੂੰ ਲੈ ਕੇ ਚਲਾ ਗਿਆ। ਰੋਏ ਪਾਂਡਵ ਮਿਲ ਤਿਹ ਥਾਈ। ਉਸ ਵੇਲੇ ਪੰਜੇ ਪਾਂਡਵ ਸਭਾ ਵਿੱਚ ਬੈਠੇ ਹੋਏ ਸੀ ਤੇ ਉੱਥੇ ਬੈਠੇ ਬੈਠੇ ਬੜਾ ਰੋਏ। ਕਹਿੰਦੇ ਸਾਡਾ ਹੀ ਸਾਰਾ ਕੀਤਾ ਕਰਾਇਆ ਹੈ, ਨਾ ਜੂਆ ਖੇਡਦੇ, ਨਾ ਦਾਅ ਵਿੱਚ ਲਾਉਂਦੇ, ਨਾ ਬਨਵਾਸ ਕੱਟਣਾ ਪੈਂਦਾ, ਨਾ 13ਵੇਂ ਸਾਲ ਛੁਪਣਾ ਪੈਂਦਾ, ਅਤੇ ਇਹ ਸਾਰਾ ਸਾਡੇ ਕੀਤਾ ਕਰਾਇਆ, ਸਾਡੀ ਮਾੜੀ ਮੱਤ ਹੋਈ ਸੀ। ਅਸੀਂ ਜੂਆ ਖੇਡਿਆ ਅਤੇ ਦ੍ਰੋਪਦੀ ਨੂੰ ਸਾਡੇ ਨਾਲ ਹੀ ਦੁੱਖ ਭੋਗਣਾ ਪੈ ਰਿਹਾ। ਉਸ ਵੇਲੇ ਪੰਜੋ ਹੀ ਪਾਂਡਵ ਸਭਾ ਵਿੱਚ ਬੈਠੇ ਇਹ ਭਾਈ ਮਰਦਾਨਾ ਬਹੁਤ ਰੋਏ ਸਨ। ਹੋਣਹਾਰ ਨਹ ਟਲੇ ਟਲਾਈ। ਇਸ ਕਰਕੇ ਵੀ ਜਿਹੜੀ ਰੱਬ ਦੀ ਹੋਣੀ ਹੈ ਇਹਨਾਂ ਨੂੰ ਕੋਈ ਟਾਲ ਨਹੀਂ ਸਕਦਾ। ਉਹ ਤਾਂ ਭਾਈ ਹੋਣੀ ਜੋ ਪਰਮੇਸ਼ਰ ਨੇ ਕਰਨੀ ਹੈ। ਇਹੀ ਗੱਲ ਬਿਆਸ ਰਿਖੀ ਜੀ ਨੇ ਜਨਮੇਜੇ ਨੂੰ ਸਮਝਾਈ ਸੀ, ਪਰ ਉਹਨੇ ਨੱਕ ਹੀ ਚੜ੍ਹਾ ਕੇ ਦਿਖਾ ਦਿੱਤਾ ਸੀ। ਅਧਿਕ ਦੁਖੀ ਹੋਏ ਮਨ ਮਾਹੀ। ਤੇ ਪੰਜੇ ਪਾਂਡਵ ਬੜੇ ਦੁਖੀ ਹੋਏ ਮਨ ਵਿੱਚ, ਤੇ ਬੜਾ ਰੋਏ ਸਨ ਉਸ ਵੇਲੇ। ਬਿਨਾ ਗਿਆਨ ਕਹਿ ਕਬ ਸੁਖ ਨਾਹੀ। ਸ਼ਾਹੂਕਾਰਾ ਬਿਨਾ ਗਿਆਨ ਤੋਂ ਕਦੀ ਕਿਸੇ ਨੂੰ ਸੁਖ ਨਹੀਂ ਹੋ ਸਕਦਾ। ਜੇ ਗਿਆਨ ਹੋ ਉਸ ਵੇਲੇ ਗਿਆਨ ਰਹਿੰਦਾ, ਗਿਆਨ ਨਾਲ ਉਹਨਾਂ ਦਾ ਮਰਦਾ, ਤੇ ਕਾਹਨੂੰ ਉਹ ਜੂਆ ਖੇਡਦੇ। ਉਹ ਮੱਤ 'ਤੇ ਪੜਦਾ ਪੈ ਗਿਆ, ਜੂਆ ਖੇਡ ਲਿਆ, ਸ਼ਰਤਾਂ ਲਾ ਲਈਆਂ, ਰਾਜ ਭਾਗ ਗਵਾ ਲਿਆ। ਇਹ ਗਿਆਨ ਜਾਣੇ ਕਰਕੇ ਕੁਝ ਹੋ ਜਾਂਦਾ ਹੈ। ਆ ਗਿਆਨ ਜਦੋਂ ਚਲਿਆ ਜਾਂਦਾ ਉਦੋਂ ਬੰਦਾ ਮੰਦ ਕਰਮ ਕਮਾਉਂਦਾ, ਉਦੋਂ ਮੱਤ 'ਤੇ ਪੜਦਾ ਪੈ ਜਾਂਦਾ। ਕੁਝ ਨਹੀਂ ਦਿਖਦਾ, ਗੁਰੂ ਨਹੀਂ ਦਿਸਦਾ, ਪੀਰ ਨਹੀਂ ਦਿਸਦਾ, ਸੰਤ ਨਹੀਂ ਦਿਸਦਾ, ਗੁਰਮੁਖ ਨਹੀਂ ਦਿਸਦਾ। ਐ ਮੱਤ 'ਤੇ ਪੜਦਾ ਪਿਆ ਹੋਇਆ ਮਨੁੱਖ ਵੇਰੀ ਜਾਂਦਾ ਹੈ। ਇਵੇਂ ਗਿਆਨ ਤੋਂ ਬਿਨਾਂ ਕਦੇ ਕਿਸੇ ਨੂੰ ਸੁੱਖ ਨਹੀਂ ਹੋਇਆ ਅੱਜ ਤੱਕ। ਦੋਹਰਾ ਇਹ ਪ੍ਰਸੰਗ ਪੂਰਨ ਕਹਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਇਹ ਜਿਹੜਾ ਪ੍ਰਸੰਗ ਹੈ ਇਹ ਸਤਿਗੁਰ ਜੀ ਨੇ ਤਾਂ ਇੰਨਾ ਕੀ ਸੁਣਾਇਆ ਸੀ, ਮੈਂ ਹੁਣ ਇਸ ਪ੍ਰਸੰਗ ਨੂੰ ਪੂਰਨ ਤੌਰ 'ਤੇ ਕਹਿੰਦਾ ਹਾਂ। ਸੁਨਹਾ ਸੰਤ ਇਤਿਹਾਸ। ਇਹ ਸੰਤੋ ਇਤਿਹਾਸ ਸੁਣੋ, ਜਿੱਥੇ ਸਾਰੇ ਹਾਸ ਵਿਲਾਸ ਇਤੀ ਕੀ ਸਮਾਪਤ ਹੋ ਜਾਂਦੇ, ਉਹ ਇਤਿਹਾਸ ਸੁਣੋ, ਧਿਆਨ ਦੇ ਕੇ ਸੁਣੋ। ਇਹ ਗੱਲ ਮਨਾਂ 'ਚੋਂ ਕੱਢ ਦਿਓ ਵੀ ਇਹ ਮਿੱਥਿਆ ਹੈ। ਜੇ ਮਿੱਥਿਆ ਹੁੰਦਾ ਤਾਂ ਭਾਈ ਗੁਰਦਾਸ ਜੀ ਵਾਰ ਵਿੱਚ ਨਾ ਲਿਖਦੇ। ਜੇ ਮਿੱਥਿਆ ਹੁੰਦਾ ਤਾਂ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾ ਲਿਖਦੇ। ਕੁਝ ਸਾਰਾ ਕੁਝ ਹੀ ਆਉਂਦਾ ਹੈ। ਫਿਰ ਜਦੋਂ ਗੁਰੂ ਨੇ ਲਿਖ ਦਿੱਤਾ ਤਾਂ ਅਸੀਂ ਕੌਣ ਹੁੰਦੇ ਮਿੱਥਿਆ ਕਹਿਣ ਵਾਲੇ। ਥੋੜ੍ਹਾ ਅਗਰ ਨੂੰ ਹੱਥ ਮਾਰਿਆ ਕਰੀਏ। ਇਹੋ ਜਿਹੀ ਵਿਦਵਾਨੀ ਕੰਮ ਨਹੀਂ ਆਉਂਦੀ, ਇਹੋ ਜਿਹੀ ਸਿੱਖੀ ਵੀ ਕੰਮ ਨਹੀਂ ਆਉਣੀ ਜਿਹੜੀ ਗੁਰੂ ਦੇ ਬਚਨ ਨੂੰ ਨਹੀਂ ਮੰਨਦੀ। ਜਦੋਂ ਪਤਾ ਹੀ ਕੱਖ ਨਹੀਂ ਹੈ ਅਤੇ ਕਹਿ ਦੇਣਾ ਮਿੱਥਿਆ ਹੈ। ਇਹ ਇਤਿਹਾਸ ਹੈ ਭਾਈ, ਧਿਆਨ ਨਾਲ ਸੁਣੋ ਸੰਤ ਇਤਿਹਾਸ। ਇਹ ਸੰਤੋ ਗੁਰੂ ਕੀ ਸੰਗਤ ਜੀ, ਜਿੱਥੇ ਸਾਰੇ ਹਾਸ ਵਿਲਾਸ ਖਤਮ ਹੋ ਜਾਂਦੇ ਹੈ, ਵਿਰਾਗ ਪੈਦਾ ਹੋ ਜਾਂਦਾ ਹੈ, ਸਮਝ ਆ ਜਾਂਦੀ ਹੈ ਵੀ ਮੰਦ ਕਰਮ ਨਹੀਂ ਕਰਨਾ, ਉਹ ਕਥਾ ਇਤਿਹਾਸ ਸੁਣੋ ਧਿਆਨ ਦੇ ਕੇ। ਦ੍ਰੋਪਦ ਸੁਤਾ ਦੁਖ ਆਤੁਰੀ। ਜਿਹੜੀ ਦ੍ਰੁਪਦ ਰਾਜੇ ਦੀ ਪੁੱਤਰੀ ਦ੍ਰੋਪਦੀ ਹੈ, ਦੁੱਖ ਵਿੱਚ ਬਹੁਤ ਹੀ ਵਿਆਕੁਲ ਹੋ ਕੇ ਕਹਿਤ ਨਿਰਬਤ ਕੇ ਪਾਸ। ਰਾਜੇ ਵਿਰਾਟ ਦੇ ਪਾਸ ਇਸ ਤਰ੍ਹਾਂ ਕਹਿਣ ਲੱਗੀ ਹੈ। ਜੋ ਪਈ ਦ੍ਰਿਗ ਭੂਪਤ ਤੂੰ ਵੱਡੋ ਕੁਧਰਮੀ। ਉੱਚੀ ਸਾਰੀ ਸਭਾ ਵਿੱਚ ਕਹਿੰਦੀ, ਕਰੀਚਕੋ ਨੂੰ ਬਾਂਹ ਫੜ ਕੇ ਖਿੱਚਦਾ, ਲੱਤ ਮਾਰੀ ਹੈ, ਕੇਸ ਖੁੱਲ੍ਹੇ ਪਏ ਹੈ, ਦੁਖੀ ਹੋ ਕੇ ਕਹਿ ਰਹੀ, ਹੇ ਰਾਜਾ ਤੈਨੂੰ ਲਾਹਣਤ ਹੈ, ਤੈਨੂੰ ਤਰਕਾਰ ਹੈ, ਤੂੰ ਤੇ ਬੜਾ ਖੋਟੇ ਧਰਮਾਂ ਵਾਲਾ ਕੁਧਰਮੀ ਹੈ। ਲਖੀ ਸਭਾ ਸਭ ਤੋਰ ਕੁਕਰਮੀ। ਤੇਰੀ ਜਿਹੜੀ ਸਭਾ ਇੱਥੇ ਬੈਠੀ ਹੋਈ ਉਹ ਵੀ ਮੈਂ ਖੋਟੇ ਕਰਮਾਂ ਵਾਲੀ ਸਾਰੀ ਜਾਣ ਲਈ ਹੈ। ਬਾਮੀ ਅਗੇ ਦੁਸ਼ਟ ਮਤਵਾਰੋ। ਤੂੰ ਬੜਾ ਟੇਢੀ ਮਤ ਵਾਲਾ ਹੈ, ਤੂੰ ਪਾਪੀ ਹੈ, ਦੁਸ਼ਟ ਹੈ, ਭੈੜੀ ਮਤ ਵਾਲਾ ਹੈ ਰਾਜਾ। ਤ੍ਰਿਗ ਤੁਮਹਿ ਨਹਿ ਕਰਤ ਨਿਵਾਰੋ। ਤੈਨੂੰ ਲਾਹਣਤ ਇਹੋ ਜਿਹੇ ਰਾਜੇ ਨੂੰ ਜਿਹੜਾ ਆਪਣੇ ਸਾਲੇ ਕਰੀਚਕ ਨੂੰ ਮਨਾ ਨਹੀਂ ਕਰਦਾ, ਹਟਾਉਂਦਾ ਨਹੀਂ ਪਾਪੀ ਦੁਸ਼ਟ ਨੂੰ। ਸਭਾ ਵਿਖੇ ਬੈਸੇ ਤ੍ਰਿਗ ਤਿਨ ਕੋ। ਕਹਿੰਦੇ ਸਭਾ ਵਿੱਚ ਜਿਹੜੇ ਬੈਠੇ ਹੈ ਨਾ, ਉਹਨਾਂ ਨੂੰ ਵੀ ਇਹ ਰਾਜਾ ਲਾਹਣਤ ਹੈ। ਇਹ ਦ੍ਰੋਪਦੀ ਮਾਤਾ ਨੇ ਜਿਹੜੇ
ਪਤੀ ਬੈਠੇ ਸਨ 5 ਜਾਣੇ, ਉਹਨਾਂ ਵੱਲ ਇਸ਼ਾਰਾ ਕਰਕੇ ਕਿਹਾ ਵੀ ਇਹਨਾਂ ਨੂੰ ਵੀ ਲਾਹਨਤੀ ਹੈ ਜਿਹੜੇ ਚੁੱਪ ਕਰਕੇ ਬੈਠੇ ਐ। ਦੇਖੋ ਸ਼ੀਨ ਭਇਓ ਬਲ ਜਿਨ ਕੋ, ਜਿਨ੍ਹਾਂ ਦਾ ਵੀ ਵੇਖ ਲੋ ਬਾਲੀ ਨਾਸ ਹੋ ਗਿਆ, ਦਿਖ ਨਹੀਂ ਰਿਹਾ ਵੀ ਪਤਨੀ ਨਾਲ ਕੀ ਹੋ ਰਿਹਾ ਹੈ। ਬਹੁ ਕਬੋਲ ਬੋਲਤ ਪੀ ਬਿਹਬਲ, ਬਹੁਤ ਇਹੋ ਜਿਹੇ ਕਬੋਲ ਬੋਲ ਕੇ ਤੇ ਬੜੀ ਦ੍ਰੋਪਦੀ ਮਾਤਾ ਜਿਹੜੀ ਬਿਹਬਲ ਹੋ ਗਈ, ਵਿਆਕਲ ਹੋ ਗਈ। ਚੱਲਿਓ ਆਚ ਲੈ ਬਲ ਕਰ ਨਿਜ ਥਲ, ਉਸ ਵੇਲੇ ਜਿਹੜਾ ਕ੍ਰੀਚਕ ਰਾਜਾ ਸੀ ਆਪਣਾ ਬਲ ਕਰਕੇ ਆਪਣੇ ਥਾਂ ਦੇ ਉੱਪਰ ਖਿੱਚ ਕੇ ਲੈ ਚੱਲਿਆ ਇਸ ਦ੍ਰੋਪਦੀ ਨੂੰ। ਸਰਬ ਦਿਸ਼ਨ ਤੇ ਆਸ ਚੁਕਾਈ, ਸਾਰੇ ਤਰਫਾਂ ਤੋਂ ਜਦੋਂ ਆਸ ਚੁਕਾ ਦਿੱਤੀ ਵੀ ਨਾ ਮੇਰੇ ਪਤੀ ਕੰਮ ਦੇਣਗੇ, ਨਾ ਹੀ ਇਹਨਾਂ ਨੇ ਕੰਮ ਦੇਣਾ, ਰਾਜਾ ਵੀ ਬੇਈਮਾਨੀ ਹੈ। ਛੁਟਨ ਹੇਤ ਨਿਜ ਕੀਨ ਉਪਾਈ, ਆਪਣੇ ਛੁੱਟਣ ਵਾਸਤੇ ਫਿਰ ਜਿਹੜਾ ਹੈ ਉਪਰਾਲਾ ਯਤਨ ਕੀਤਾ, ਚਰਿੱਤਰ ਖੇਡਿਆ। ਦਸਮ ਗ੍ਰੰਥ ਸਾਹਿਬ ਜੀ ਵਿੱਚ ਵੀ ਆਉਂਦਾ ਹੈ। ਅਰਧ ਪੰਥ ਪਹੁੰਚੀ ਜਬ ਆਈ, ਜਦੋਂ ਦ੍ਰੋਪਦੀ ਮਾਤਾ ਨੂੰ ਖਿੱਚ ਕੇ ਲੈ ਕੇ ਜਾ ਰਿਹਾ ਕ੍ਰੀਚਕ ਦੁਸ਼ਟ ਭੈੜੀ ਮੱਤ ਵਾਲਾ, ਜਦੋਂ ਰਸਤੇ ਅੱਧੇ ਕੁ ਵਿੱਚ ਜਾ ਪਹੁੰਚੀ ਹੈ, ਕ੍ਰੀਚਕ ਸਾਂ ਤਬ ਗਿਰਾ ਅਲਾਈ, ਕ੍ਰੀਚਕ ਨੂੰ ਇਸ ਤਰ੍ਹਾਂ ਦਾ ਬਚਨ ਕਿਹਾ, ਦੋਹਰਾ ਜਬ ਜਾਮਨ ਹੋਵਹਿ ਤਿਮਰਾ, ਇਹ ਕ੍ਰੀਚਕ ਜਦੋਂ ਰਾਤ ਦਾ ਹਨੇਰਾ ਹੋ ਜਾਏਗਾ, ਮਿਲਹਾਂ ਤਬ ਤੁਮ ਆਏ, ਤਦੋਂ ਮੈਂ ਤੈਨੂੰ ਆ ਕੇ ਮਿਲਾਂਗੀ। ਤਜੀਏ ਅਬ ਮੋਕੋ ਦਿਵਸ, ਹੇ ਕ੍ਰੀਚਕ ਹੁਣ ਤੇਣ ਹੈ, ਮੈਨੂੰ ਤੂੰ ਛੱਡ ਦੇ। ਨਿਜ ਸੰਕੇਤ ਬਤਾਏ, ਤੂੰ ਆਪਣਾ ਸੰਕੇਤ ਮੈਨੂੰ ਦੱਸ ਦੇ, ਉਹ ਮਿਲਣ ਵਾਲਾ ਟਿਕਾਣਾ ਥਾਂ ਦੱਸ ਦੇ ਵੀ ਕਿੱਥੇ ਮਿਲਣਾ ਹੈ। ਚੌਪਈ ਇਸ ਬਿਦ ਸੁਨ ਕ੍ਰੀਚਕ ਹਰ ਖਾਨਾ, ਇਹ ਕੁਝ ਸੁਣ ਕੇ ਕ੍ਰੀਚਕ ਤੇ ਬੜਾ ਖੁਸ਼ ਹੋਇਆ, ਬਿਗਸ ਬਦਨ ਤੇ ਬਚਨ ਬਖਾਨਾ, ਮੁੱਖੋਂ ਹੱਸ ਕੇ ਨੇ ਬਚਨ ਕਿਹਾ। ਨਿਸਾ ਹੋਤ ਸੋਨੀ ਚਟਸਾਰੂ, ਕਹਿਣ ਲੱਗਾ ਦ੍ਰੋਪਦੀ ਰਾਤ ਦੇ ਸਮੇਂ ਜਿਹੜੀ ਪਾਠਸ਼ਾਲਾ ਉਹ ਸਖਣੀ ਹੁੰਦੀ ਹੈ, ਕਹਾਂ ਆਏ ਮਿਲ ਮੋਹਿ ਸੰਗਾਰੂ, ਤੂੰ ਉੱਥੇ ਆ ਕੇ ਤੇ ਮੇਰੇ ਨਾਲ ਮਿਲ। ਜੇ ਜਾਮਨ ਕੋ ਨਹ ਤੁਮ ਆਈ, ਧਮਕੀ ਦੇ ਕੇ ਕਹਿਣ ਲੱਗਾ ਜੇ ਰਾਤ ਹੋਈ ਤੇ ਤੂੰ ਨਾ ਅਜ ਆਈ, ਹੋਰ ਭਾਈ ਤੇ ਲਿਓ ਗਹਾਈ, ਸਵੇਰ ਚੜੀ ਤੇ ਤੈਨੂੰ ਫੜ ਲਵਾਂਗਾ, ਲੈ ਜਾਵਾਂਗਾ ਫੜ ਕੇ, ਕੋਈ ਨਹੀਂ ਰੋਕ ਸਕੇਗਾ ਮੈਨੂੰ ਬਲੀ ਨੂੰ। ਛੁੱਟੀ ਸਿੰਘ ਤੇ ਛੁੱਟੀ ਸਿੰਘ ਤੇ ਮਿਰਗੀ ਜਾਸੇ, ਜਿਸ ਤਰ੍ਹਾਂ ਸ਼ੇਰ ਤੋਂ ਹਿਰਨੀ ਛੁੱਟਦੀ ਹੈ, ਐਵੇਂ ਦ੍ਰੋਪਦੀ ਛੁੱਟੀ ਹੈ ਵਿਚਾਰੀ। ਗਮਨਿਓ ਸਦਨ ਬਿਖੈ ਤਜ ਤਸੇ, ਤੇ ਆਪਣੇ ਇਹ ਘਰ ਇਹਨੂੰ ਛੱਡ ਕੇ ਦ੍ਰੋਪਦੀ ਨੂੰ ਤੇ ਆਪਣੇ ਘਰ ਨੂੰ ਚਲਾ ਗਿਆ ਕ੍ਰੀਚਕ ਖੁਸ਼ ਹੁੰਦਾ। ਬਿਥਰੇ ਬਾਰ ਬਦਨ ਕਮਲਾਨਾ, ਉਹ ਬੇਇੱਜ਼ਤ ਕੀਤਾ ਸੀ ਜਿਸ ਕਰਕੇ ਕੇਸ ਸਾਰੇ ਖਿਲਰੇ ਹੋਏ ਐ, ਮੁਖ ਕੁਮਲਾਇਆ ਹੋਇਆ ਘਬਰਾ ਕੇ। ਘਿਰਿਓ ਤਮੀਪਤ ਤਮ ਨ ਮਾਨੋ, ਮਾਨੋ ਕਿ ਚੰਦਰਮਾ ਨੂੰ ਹਨੇਰੇ ਨੇ ਘੇਰਿਆ ਹੋਇਆ ਹੈ। ਸੂਕੇ ਅਦਰ ਸਥਲ ਸਭ ਅੰਗ, ਸੂਕੇ ਅਦਰ ਸਿਥਲ ਸਭ ਅੰਗਾ, ਬੁੱਲ ਸੁੱਕੇ ਹੋਏ ਐ, ਸਾਰੇ ਅੰਗ ਹੀ ਕਮਜ਼ੋਰ ਢਿੱਲੇ ਪੈ ਗਏ ਐ। ਲਪਟ ਧੂਲ ਤਨ ਭਇਓ ਕੁਰੰਗਾ, ਧੂਲ ਸਰੀਰ ਤੇ ਲੱਗੀ ਹੋਈ ਹੈ, ਮਿੱਟੀ ਕੱਟਾ, ਸਾਰਾ ਸਰੀਰ ਹੀ ਬੇਰੰਗ ਹੋਇਆ ਪਿਆ ਹੈ। ਦੋਹਰਾ ਭੂਪ ਉਠਾ ਸਭ ਸਭਾ ਸਾਂ, ਇੱਧਰੋਂ ਵਿਰਾਟ ਰਾਜਾ ਜਿਹੜਾ ਸੀ ਆਪਣੀ ਸਭਾ ਵਿੱਚੋਂ ਉੱਠਿਆ। ਹੋਤ ਭਈ ਜਬ ਰੈਣ ਜਦੋਂ ਰਾਤ ਹੋ ਗਈ ਤੇ ਸਭਾ ਵਿੱਚੋਂ ਰਾਜਾ ਉੱਠਿਆ। ਔਰ ਬਸੂਰ ਪਾਂਡਵ ਗਏ, ਜਿਹੜੇ ਪੰਜੇ ਪਾਂਡਵ ਸੀ ਹਿਰਦੇ ਵਿੱਚ ਝੂਰਦੇ ਵੀ ਉੱਠ ਕੇ ਚਲੇ ਗਏ। ਜਹਾਂ ਜਹਾਂ ਤਨ ਕੇ ਆਨਾ, ਜਿੱਥੇ ਜਿੱਥੇ ਇਹਨਾਂ ਦੇ ਰਿਹਾਇਸ਼ੀ ਸਥਾਨ ਸਨ, ਰਹਿਣ ਵਾਲੇ ਆਪੋ ਆਪਣੇ ਮਕਾਨ ਸਨ। ਚੌਪਈ ਭੋਜਨ ਕਰਨ ਹੁਤੀ ਜਿਹ ਥਾਈ, ਜਿਸ ਥਾਂ ਤੇ ਭੋਜਨ ਕਰਨ ਵਾਲੀ ਇਹਨਾਂ ਦੀ ਥਾਂ ਸੀ ਵੀ ਜਿੱਥੇ ਭੋਜਨ ਸਕਦੇ ਸਨ,
ਜਾਂ ਵੀ ਭੋਜਨ ਕਰਨ ਹੋਤੀ ਜੇ ਥਾਈ, ਜਿਸ ਥਾਂ ਤੇ ਭੋਜਨ ਤਿਆਰ ਕਰਦਾ ਸੀ ਰਸੋਈ ਵਿੱਚ, ਬੈਠਿਓ ਭੀਮ ਤਹਾਂ ਪਛਤਾਈ। ਭੀਮ ਰਾਜਾ ਉੱਥੇ ਬੈਠਿਆ ਹੋਇਆ ਤੇ ਬੜਾ ਹੀ ਪਛਤਾਉਂਦਾ, ਝੂਰਦਾ ਹੈ। ਹੋਏ ਤਿਮਰ ਦ੍ਰੋਪਦੀ ਆਈ। ਜਦੋਂ ਰਾਤ ਹੋਈ ਹੈ ਤੇ ਦ੍ਰੋਪਦੀ ਭੀਮ ਸੈਨ ਦੇ ਪਾਸ ਆਈ ਹੈ। ਰੋਏ ਭੀਮ ਕੇ ਗਲ ਲਪਟਾਈ। ਭੀਮ ਸੈਨ ਆਪਣੇ ਪਤੀ ਦੇ ਗਲ ਲੱਗ ਕੇ ਰੋਈ ਹੈ ਤੇ ਬਹੁਤ ਕਰਲਾਉਂਦੀ ਹੈ। ਤਾਰ ਬ੍ਰਿਖ ਜਿਉ ਲਤਾ ਸੋ ਲਾਗੀ। ਜਿਸ ਤਰ੍ਹਾਂ ਕਹਿੰਦੇ ਤਾੜ ਦੇ ਬ੍ਰਿਸ਼ ਨਾਲ ਵੇਲ ਲੱਗ ਜਾਂਦੀ ਹੈ, ਇਹ ਨਾਰੀਅਲ ਜਿਹੋ ਜਿਹਾ ਹੁੰਦਾ, ਇਹੋ ਜਿਹਾ ਤਾੜ ਦਾ ਬ੍ਰਿਸ਼ ਹੁੰਦਾ ਬੜਾ ਤਕੜਾ। ਇੱਧਰ ਗੁਜਰਾਤ, ਮਹਾਰਾਸ਼ਟਰ 'ਚ, ਆਂਧਰਾ ਪ੍ਰਦੇਸ਼ 'ਚ ਬਹੁਤ ਤਾੜ ਦੇ ਰੁੱਖ, ਜਿਵੇਂ ਕਹਿੰਦੇ ਤਾੜ ਦੇ ਬ੍ਰਿਸ਼ ਨਾਲ ਵੇਲ ਲੱਗੀ ਹੁੰਦੀ ਹੈ। ਰੋਵਤ ਜਨ ਧੋਵਤ ਦੁਖ ਦਾਗੀ। ਬਹੁਤ ਦ੍ਰੋਪਦੀ ਰੋਂਦੀ ਹੈ, ਮਾਨੋ ਕਿ ਆਪਣੇ ਜਿਹੜੇ ਦੁੱਖਾਂ ਦੇ ਦਾਗਾਂ ਨੂੰ ਧੋਂਦੀ ਹੈ ਰੋ ਰੋ ਕੇ ਅਥਰੂਆਂ ਨਾਲ। ਮੁਖ ਤੇ ਵਾਕ ਨਾ ਜਾਏ ਬਖਾਨਾ। ਹੌਸਲਾ ਨਹੀਂ ਪੈਂਦਾ ਬਚਨ ਕਹਿਣ ਲੱਗਿਆ, ਮੁੱਖੋਂ ਦੇ ਬਚਨ ਹੀ ਨਹੀਂ ਕਿਹਾ ਜਾ ਰਿਹਾ। ਗਦ ਗਦ ਗਿਰਾ ਪਰਮ ਡਰ ਮਾਨਾ। ਜਿਹੜੀ ਗਿਰਾ ਬਾਣੀ ਹੈ, ਕੰਠ ਹੈ, ਗਦ ਗਦ ਹੋ ਗਿਆ ਹੈ, ਬਹੁਤ ਡਰ ਮੰਨਿਆ ਵੀ ਸਵੇਰੇ ਪਤਾ ਨਹੀਂ ਅੱਜ ਰਾਤ ਨੂੰ ਪਤਾ ਨਹੀਂ ਕੀ ਹੋ ਜਾਣਾ ਹੈ। ਤੇ ਕੰਠ ਰੁਕਿਆ ਹੋਇਆ, ਗਲ ਭਰਿਆ ਹੋਇਆ, ਆਵਾਜ਼ ਹੀ ਨਹੀਂ ਨਿਕਲਦੀ। ਤਰ ਧੀਰਜ ਪਨ ਬੈਨ ਉਚਾਰੇ। ਫਿਰ ਧੀਰਜ ਰੱਖ ਕੇ ਤੇ ਦ੍ਰੋਪਦੀ ਨੇ ਬਚਨ ਕਹੇ, ਪਾਂਚੋਂ ਪਤ ਤੁਮ ਮੋ ਰਖਵਾਰੇ। ਭੀਮ ਸੈਨ ਨੂੰ ਸੁਣਾ ਕੇ ਕਿਹਾ ਵੀ ਵੇਖ ਲਓ, ਤੁਸੀਂ 5 ਪਤੀ ਹੋ ਮੇਰੇ ਰਖਵਾਲੇ, ਮੇਰੀ ਰੱਖਿਆ ਕਰਨ ਵਾਲੇ। ਮਹਾਸੂਰ ਅਤ ਬਲੀ ਧਨੁਰ ਧਰ। ਤੇ ਤੁਸੀਂ ਬਹੁਤ ਸੂਰਬੀਰ ਹੋ, ਵੱਡੇ ਬਲੀ ਧਨਖ ਧਾਰੀ ਹੋ ਤੀਰ ਕਮਾਨ ਚਲਾਉਣ ਵਿੱਚ। ਤੁਮ ਹੋਵਤ ਸਤ ਟਾਰਤ ਬਲ ਕਰ। ਤੁਹਾਡੇ ਹੁੰਦਿਆਂ ਹੋਇਆਂ ਹੀ ਵੇਖ ਲਓ, ਆਪਣਾ ਬਲ ਕਰਕੇ ਕ੍ਰੀਜਕ ਜਿਹੜਾ ਹੈ ਮੇਰਾ ਸੱਤ ਟਾਲ ਰਿਹਾ ਹੈ, ਮੇਰਾ ਜਤ ਸੱਤ ਭੰਗ ਕਰਨ ਨੂੰ ਫਿਰ ਰਿਹਾ ਹੈ। ਦੋਹਰਾ ਕਹਾ ਮਿਲਨ ਸੰਕੇਤ ਕੋ। ਇੱਥੇ ਕਹਾਂ ਦੀ ਥਾਂ ਜਹਾਂ ਪਾਠ ਪਹਿਲਾ ਸ਼ੁੱਧ ਹੈ ਵੀ ਜਿੱਥੇ ਮਿਲਦਾ ਥਾਂ ਜਿਹੜੀ ਨਿਜਿਤ ਕੀਤੀ ਹੈ, ਸੰਕੇਤ ਕੀਤਾ, ਟਿਕਾਣਾ ਕੀਤਾ ਹੈ। ਜਾਂ ਨਾ ਜਾਂ ਤਿਹ ਪਾਸ। ਜੇ ਮੈਂ ਕਹਿੰਦੀ ਆ ਅੱਜ ਰਾਤ ਉੱਥੇ ਨਾ ਉਹ ਕ੍ਰੀਚਕ ਦੇ ਪਾਸ ਗਈ। ਹੋਰ ਭਾਈ ਲੈ ਜਾਵਈ। ਇਹ ਪਤੀ ਭੀਮ ਸੈਨ ਸਵੇਰ ਹੁੰਦਿਆਂ ਹੀ ਮੈਨੂੰ ਫੜ ਕੇ ਲੈ ਜਾਵੇਗਾ ਪਾਪੀ ਉਹ। ਗਹਿ ਕਰ ਆਪਨ ਆਵਾਸ। ਪਕੜ ਕਰਕੇ ਮੇਰੇ ਹੱਥ ਤੋਂ ਆਪਣੇ ਘਰ ਲੈ ਜਾਏਗਾ ਉਹ ਦੁਸ਼ਟ। ਸਵਈਆ ਸੀਤਲ ਸਵਾਸ ਭਰੇ ਕਹਿਬਾਨਾ। ਐਵੇਂ ਬੜੇ ਠੰਡੇ ਹੌਕੇ ਭਰੇ ਆ ਬਚਨ ਐਸੇ ਕਹਿ ਕਰਕੇ। ਵਿਲੋਚਨ ਤੇ ਜਲ ਨਾ ਠਹਿਰਾਈ। ਨੇਤਰਾਂ ਵਿੱਚੋਂ ਜਲ ਤੇ ਕਿਰੀ ਜਾਂਦਾ, ਰੁਕਦਾ ਹੀ ਨਹੀਂ ਹੈ। ਚਿੰਤ ਬੜੀ ਸਰਤਾ ਮਹਬੂੜਾ। ਚਿੰਤਾ ਰੂਪੀ ਨਦੀ ਵਿੱਚ ਤੇ ਡੁੱਬ ਰਹੀ ਹੈ ਦ੍ਰੋਪਦੀ ਮਾਤਾ। ਪਾਵ ਕਰਾਰ ਕੋ ਨਹਿ ਪਾਈ। ਕੋਈ ਯਤਨ ਹੋ ਜਾਏ, ਕੋਈ ਉਪਰਾਲਾ ਹੋ ਜਾਏ, ਯਤਨ ਰੂਪ ਕਿਨਾਰਾ ਤੇ ਕਿਤੇ ਪਾਈ ਨਹੀਂ ਰਹੀ। ਭੀਮ ਕਹਿਓ ਤਹ ਜਾਵਹੁ ਮੈਂ। ਉਸ ਵੇਲੇ ਭੀਮ ਸੈਨ ਨੂੰ ਬਹੁਤ ਗੁੱਸਾ ਸੀ, ਕਹਿਣ ਲੱਗਾ ਦ੍ਰੋਪਦੀ ਤੂੰ ਚਿੰਤਾ ਨਾ ਕਰ, ਜਿੱਥੇ ਤੈਨੂੰ ਕਿਹਾ ਨਾ ਉੱਥੇ ਅੱਜ ਰਾਤ ਮੈਂ ਜਾਵਾਂਗਾ। ਔਰ ਧੀਰ ਦਈ ਸਭ ਪੀਰ ਮਿਟਾਈ। ਇਹਦੇ ਵਿੱਚ ਧੀਰਜ ਦਿੱਤੀ ਹੈ ਤੇ ਸਾਰੀ ਪੀੜਾ ਮਿਟਾ ਦਿੱਤੀ ਵੀ ਚਿੰਤਾ ਨਾ ਕਰ ਮੈਂ ਜਾਵਾਂਗਾ। ਜਾਹੇ ਸੰਕੇਤ ਕਰਾ ਤਿਸਨਾ। ਜਿੱਥੇ ਉਹਨੇ ਤੈਨੂੰ ਮਿਲਣ ਦਾ ਥਾਂ ਨਿਜਿਤ ਕੀਤਾ ਨਾ, ਟਿਕਾਣਾ ਦੱਸਿਆ ਹੈ। ਸਭ ਰੀਤ ਸੋ ਮੋਹਿ ਕੋ ਦੇਹੁ ਬਤਾਈ। ਸਭ ਤਰ੍ਹਾਂ ਨਾਲ ਤੂੰ ਮੈਨੂੰ ਆਪਣੇ ਪਤੀ ਨੂੰ ਦੱਸ ਦੇ, ਜਣਾ ਦੇ। ਦ੍ਰੋਪਦੀ ਬੈਨ ਭਨੇ ਪਤ ਸੋ। ਉਸ ਵੇਲੇ ਦ੍ਰੋਪਦੀ ਜੀ ਨੇ ਆਪਣੇ ਪਤੀ ਭੀਮ ਸੈਨ ਨਾਲ ਐਵੇਂ ਬਚਨ ਕਹੇ। ਜਟ ਸਾਰ ਵਿਖਾ ਮੋਹਿ ਤਾਹੇ ਬੁਲਾਈ। ਇਹ ਪਤੀ ਉਹ ਕ੍ਰਿਸ਼ਕ ਨੇ ਮੈਨੂੰ ਜਿਹੜੀ ਆ ਪਾਠਸ਼ਾਲਾ ਸਕੂਲ ਹੈ ਨਾ, ਸਖਣਾ ਰਾਤ ਹੁੰਦਾ, ਉੱਥੇ ਬੁਲਾਇਆ ਹੋਇਆ ਹੈ। ਤਾਂ ਸਮਝਾਏ ਭਲੀ ਬਿਦ ਸੋ। ਐਵੇਂ ਭੀਮ ਸੈਨ ਨੂੰ ਚੰਗੀ ਤਰ੍ਹਾਂ ਹੀ ਸਮਝਾ ਬੁਝਾ ਕੇ ਦ੍ਰੋਪਦੀ ਨੇ ਨਿਜ
ਥਾਨ ਬਿਖਾ ਚਲ ਕੈ ਪੁਨ ਆਈ। ਜੋ ਆਪਣਾ ਸਥਾਨ ਹੈ ਰਾਣੀ ਦੀ, ਜਿੱਥੇ ਸੇਵਾ ਕਰਦੀ ਸੀ ਦਾਸੀ ਹੋ ਕੇ, ਉੱਥੇ ਚੱਲ ਕੇ ਆਈ ਹੈ। ਭੋਜਨ ਖਾਏ ਅਗਾਏ ਕਾ ਭੀਮਾ। ਇੱਧਰ ਭੀਮ ਸੈਨ ਭੋਜਨ ਖਾ ਕੇ ਚੰਗੀ ਤਰ੍ਹਾਂ ਰੱਜ ਪੁੱਜ ਕੇ ਚੱਲਾ ਹਿਤ ਮਾਰਨ ਕੇ ਤਿਹ ਤਾਈ। ਉਸ ਕ੍ਰੀਚਕ ਨੂੰ ਮਾਰਨ ਦੇ ਤਾਈਂ ਭੀਮ ਸੈਨ ਤਿਆਰ ਹੋ ਕੇ ਚਲਾ ਗਿਆ ਹੈ। ਕ੍ਰੀਚਕ ਕੀ ਬਿਰਥਾ ਸੁਣੀਏ। ਭਾਈ ਸਾਹਿਬ ਜੀ ਕਹਿੰਦੇ ਇੱਧਰ ਜਿਹੜਾ ਕ੍ਰੀਚਕ ਹੈ ਨਾ, ਜਿਹੜਾ ਮੰਦ ਵਾਸ਼ਨਾ ਨਾਲ ਮਾਰਿਆ ਹੋਇਆ, ਇਹਦੀ ਪੀੜਾ ਕਥਾ ਸੁਣ ਲਈਏ ਵੀ ਇਹ ਕੀ ਸੋਚਣ ਡਿਆ ਸੀ। ਦਿਨ ਬੀਤਤ ਨਾਹੇ ਰਹਿਓ ਅਗਲਾਈ। ਇਹਦਾ ਤੇ ਕਹਿੰਦੇ ਦਿਨ ਹੀ ਨਹੀਂ ਸੀ ਲੰਘ ਰਿਹਾ, ਬੜਾ ਵਿਆਕਲ ਹੋ ਰਿਹਾ, ਬੜਾ ਕਾਲਾ ਹੋਇਆ ਬੈਠਾ ਸੀ। ਕਬਿਤ ਚਿਤ ਬਿਖਾ ਚਿਤਵਤ ਮਿਲੈ ਕਬ ਅੰਗ ਸੰਗ। ਚਿੱਤ ਵਿੱਚ ਬੜਾ ਸੋਚਾਂ ਵਿਚਾਰਾ ਸੋਚਦਾ ਹੈ ਕਿ ਕਦੋਂ ਆ ਕੇ ਮੇਰੇ ਅੰਗਾਂ ਨਾਲ ਮਿਲੇ। ਘਰ ਮਨ ਪਾਇਓ ਕਬ ਦਿਵਸ ਵਿਆਹੇ ਹੈ। ਕਦੋਂ ਕਹਿੰਦਾ ਦਿਨ ਲੰਘੇਗਾ ਤੇ ਮਨ ਭਾਉਂਦੀਆਂ ਮਨ ਆਈਆਂ ਕਰਾਂਗਾ ਮੈਂ। ਮੀਨ ਸਮ ਤਰਫਤ ਕਾਮ ਸੋ ਪੀੜਤ ਅਤ। ਕਾਮ ਨਾਲ ਪੀੜਤ ਹੋਇਆ, ਜਿਵੇਂ ਮੱਛੀ ਤੜਫਦੀ ਪਾਣੀ ਬਿਨਾਂ ਮੈਂ ਤੜਫ ਰਿਹਾ ਸੀ ਕ੍ਰੀਚਕ। ਮੋਕੋ ਸੁਖ ਦਾਨੀ ਕਬ ਦਰਸ ਦਿਖਾਏ ਹੈ। ਕਹਿੰਦਾ ਮੈਨੂੰ ਸੁਖ ਦੇਣ ਵਾਲੀ ਦ੍ਰੋਪਦੀ ਕਦੋਂ ਆ ਕੇ ਆਪਣਾ ਦਰਸ਼ਨ ਦਿਖਾਏਗੀ ਭਾਗਾਂ ਵਾਲੇ ਨੂੰ। ਚੈਨ ਨ ਪਰਤ ਇਤ ਉਤ ਹੂੰ ਕੋ ਵਿਚਰਤ। ਇਹਨੂੰ ਤੇ ਸ਼ਾਂਤੀ ਨਹੀਂ ਸੀ ਪੈ ਰਹੀ, ਇੱਧਰ ਉੱਧਰ ਵਿਚਰਦਾ ਹੈ, ਅਚਵੀ ਲੱਗੀ ਹੋਈ ਸੀ, ਤੁਰਿਆ ਹੀ ਫਿਰਦਾ ਰਿਹਾ ਸਾਰਾ ਦਿਨ। ਵਿਯੋਗ ਤੇ ਤਪਤ ਮਨ ਅਬ ਜਰ ਜਾਏ ਹੈ। ਵਿਛੋੜੇ ਕਰਕੇ ਤੇ ਐਸਾ ਤਪ ਰਿਹਾ ਸੀ, ਮਨ ਹੁਣੇ ਹੀ ਸੜ ਕੇ ਮੱਚ ਜਾਏਗਾ। ਐਸੀ ਗਤ ਭਈ ਮਤ ਚਿਤ ਤੇ ਬਿਸਰ ਗਈ। ਐਸੀ ਇਹਦੀ ਕਹਿੰਦੇ ਹਾਲਤ ਹੋ ਗਈ, ਇਹਦੀ ਤੇ ਮਾਤੀ ਮਾਰੀ ਗਈ, ਅਕਲ ਹੀ ਭੁੱਲ ਗਈ ਵੀ ਮੈਂ ਕੀ ਕਰਨ ਲੱਗਾ ਹਾਂ। ਹੋਵਤ ਪਰ ਦੁਖ ਕੇ ਸੋ ਉਠਿਓ ਹਰ ਖਾਏ ਹੈ। ਜਦੋਂ ਸਾਂਝ ਵੇਲਾ ਸ਼ਾਮ ਦਾ ਵੇਲਾ ਹੋਇਆ, ਬਹੁਤ ਖੁਸ਼ ਹੋ ਕੇ ਆ ਭਵਾਂਟਰੀ ਜੀ ਖਾ ਕੇ ਉੱਠਿਆ ਬੜੀ ਜਲਦੀ ਨਾਲ। ਪਾਂਦੇ ਸੰਗ ਚਟਿਆਲੇ ਗਏ ਨਿਜ ਧਾਮ ਜਬ। ਇੱਧਰ ਜੋ ਪਾਂਦੇ ਮਾਸਟਰ ਹੈ ਆਪਣੇ ਬੱਚਿਆਂ ਚਾੜਸਾਲ ਬੱਚਿਆਂ ਨੂੰ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਆਨਕ ਪਰ ਅੰਕ ਸੇਤ ਸੇਜ ਕੋ ਡਸਾਇਓ ਹੈ। ਕ੍ਰੀਚਕ ਨੇ ਤਿਆਰੀ ਕਰਨ ਵਾਸਤੇ ਜਿਹੜਾ ਚਿੱਟੀ ਸੇਜਾ ਹੈ ਉਹ ਪਲੰਘ ਆਣ ਕੇ ਡਾਇਆ ਬੜਾ ਸਜਾ ਕੇ। ਅਤਰ ਸੁਗੰਧ ਅੰਗ ਅੰਗ ਮੈਂ ਲਗਾਏ ਕਰ। ਆਤਰ ਆਦਿਕ ਸੁਗੰਧੀਆਂ ਖੁਸ਼ਬੂ ਵਾਲੀਆਂ ਆਪਣੇ ਅੰਗਾਂ ਤੇ ਲਗਾ ਕਰਕੇ ਬੈਠੇ ਤਬ ਆਏ ਧਿਆਨ ਤਾਹੇ ਦੇਸ਼ ਲਾਇਓ ਹੈ। ਆ ਕੇ ਬੈਠ ਗਿਆ ਤੇ ਧਿਆਨ ਇਹਨੇ ਬਾਹਰ ਤਰਫ ਹੀ ਲਾਇਆ ਹੋਇਆ ਹੈ। ਫੂਲ ਮਾਲ ਗਲੇ ਡਾਰ ਰਾਖੇ ਹੈ ਸਵਾਰ ਔਰ। ਗਾਲ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਈ, ਬੜਾ ਬਣ ਸਵਾਰ ਕੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ। ਸੁੰਦਰ ਸਮਾਜ ਕਰ ਦੇਹ ਲਿਸ਼ਕਾਇਓ ਹੈ। ਸੁੰਦਰ ਜਿਹੜਾ ਸਾਜੋ ਸਮਾਨ ਇਕੱਠਾ ਕਰਕੇ ਸਰੀਰ ਨੂੰ ਬੜਾ ਲਿਸ਼ਕਾਇਆ, ਚਮਕਦਾ ਹੈ ਭੂਤ ਵਾਂਗ। ਲਾਈ ਬਹੁ ਦੇਰ ਕਦੋਂ ਮਤ ਗਈ ਫਿਰ ਵਿਚਾਰਦਾ, ਕਹਿੰਦਾ ਵੀ ਕਾਹਨੂੰ ਆ ਬਹੁਤੀ ਦੇਰ ਲਾ ਦਿੱਤੀ ਹੈ, ਅਥਵਾ ਕਿਤੇ ਦ੍ਰੋਪਦੀ ਦੀ ਅਕਲ ਮੱਤ ਤੇ ਨਹੀਂ ਫਿਰ ਗਈ। ਬੈਠੇ ਝੁਕ ਝੁਕ ਹੈਰ ਬੜੋ ਜਹਾਂ ਤਮਸ਼ਾਇਓ ਹੈ। ਐਵੇਂ ਬੈਠਾ ਝੁਕ ਝੁਕ ਕੇ ਦਰਵਾਜ਼ੇ ਵੱਲ ਦੇਖਦਾ ਹੈ ਤੇ ਬੜਾ ਹਨੇਰਾ ਛਾ ਗਿਆ, ਹਨੇਰਾ ਹੋ ਗਿਆ ਗੂੜਾ। ਭੀਮ ਜਬ ਗਇਓ ਪਗ ਖਰਕਾ ਸੁਨੰਤ ਭਇਓ। ਇੱਧਰੋਂ ਭੀਮ ਸੈਨ ਚਲਾ ਗਿਆ। ਜਦੋਂ ਭੀਮ ਸੈਨ ਚਲਾ ਗਿਆ ਤੇ ਇਹਨੇ ਪੈਰ ਦਾ ਖੜਕਾ ਸੁਣਿਆ ਹੈ। ਜਾਨੀ ਸੁਖ ਦਾਨੀ ਅਬ ਮੇਰੇ ਟਿਗ ਆਈ ਹੈ। ਇਹਨੇ ਮਨ ਵਿੱਚ ਜਾਣੀ ਹੈ ਵੀ ਸੁਖ ਦੇਣ ਵਾਲੀ ਦ੍ਰੋਪਦੀ ਮੇਰੇ ਕੋਲ ਆਈ ਗਈ ਹੈ। ਹਿਰਦੈ ਹਰ ਖਾਏ ਨਿਜ ਅੰਗ ਮੈਂ ਨ ਅਮਾਏ। ਹਿਰਦੇ ਵਿੱਚ ਬੜਾ ਖੁਸ਼ ਹੈ, ਆਪਣੇ ਅੰਗਾਂ ਵਿੱਚ ਹੀ ਨਹੀਂ ਸਮਾ ਰਿਹਾ, ਕਿਤੇ ਫੁੱਲਾ ਹੀ ਨਹੀਂ ਸਮਾਉਂਦਾ। ਅਬ ਕਰਾਂ ਕਾਮ ਕੇਲ ਮਿਲ ਭਾਈ ਮਨ ਭਾਈ ਹੈ। ਕਹਿੰਦਾ ਮਨਾਂ ਤੇਰੇ ਮਨ ਆਉਂਦੀ ਗੱਲ, ਮਨ ਭਾਉਂਦੀ ਗੱਲ ਹੋ ਗਈ ਹੈ, ਆਪਣੀ ਮਨ ਆਈਆਂ ਕਰਾਂਗਾ ਹੁਣ ਮੈਂ। ਗਏ ਤੇ ਸਮੀਪ ਹੱਥ ਗਹਨ ਚਲਾਇਓ ਹੱਥ। ਇੱਧਰ ਜਦੋਂ ਭੀਮ ਸੈਨ ਨੇੜੇ ਜਿਹੇ ਗਏ ਹੈ
ਤੇ ਕੋਲ ਗਿਆ ਹੋਇਆ ਇਹਨੇ ਸਮਝਿਆ ਵੀ ਦ੍ਰੋਪਦੀ ਆਈ ਹੋਈ ਹੈ। ਆਪ ਉਹਦਾ ਹੱਥ ਫੜਨ ਵਾਸਤੇ ਹੱਥ ਆਪਣਾ ਗਾਂਹ ਨੂੰ ਚਲਾਇਆ ਵਧਾਇਆ ਹੈ। ਤਾਕੋ ਗਹਲੀ ਨਾ ਖੈਚ ਰਹਿਓ ਨਾ ਸ਼ਰਾਈ ਹੈ। ਇੱਧਰ ਭੀਮ ਸੈਨ ਬੜਾ ਬਲੀ ਹੈ, ਅੱਗੋਂ ਇਹਨੇ ਆਪਣਾ ਹੱਥ ਵਧਾ ਕੇ ਕਰੀਚਕ ਦਾ ਫੜ ਲਿਆ ਹੱਥ, ਇਹ ਖਿੱਚ ਰਿਹਾ, ਕੋਈ ਛਡਾਇਆ ਹੀ ਨਹੀਂ ਜਾ ਰਿਹਾ। ਉਠਿਓ ਤਬ ਠਾਂਡਾ ਭਇਓ ਕੌਰੀ ਵਿੱਚ ਗਹਿਓ ਲਿਓ। ਤੇ ਇਵੇਂ ਉੱਠਿਆ ਹੈ ਤਦ ਖੜਾ ਹੋ ਗਿਆ ਤੇ ਕੌਰੀ ਵਿੱਚ ਗਹਿਓ ਲਹੂੰ ਭਾਵ। ਤੇ ਫਿਰ ਇਹਨੇ ਜਿਹੜਾ ਹੈ ਭੀਮ ਸੈਨ ਇਹ ਉੱਠਿਆ, ਅੱਗੋਂ ਖੜਾ ਹੋ ਗਿਆ। ਭੀਮ ਸੈਨ ਨੇ ਅੱਗੋਂ ਨੂੰ ਜੱਫੀ ਵਿੱਚ ਲੈ ਲਿਆ। ਸੂਰ ਪਹਿਚਾਨਿਓ ਲੱਗੇ ਕਰਨ ਲੜਾਈ ਹੈ। ਜਦੋਂ ਇਹਨੇ ਕਰੀਚਕ ਨੇ ਵੀ ਅੱਗੋਂ ਜੱਫੀ ਵਿੱਚ ਲਿਆ, ਕਹਿੰਦਾ ਵੀ ਇਹ ਤਾਂ ਕੋਈ ਸੂਰਮਾ ਆ ਗਿਆ ਲੱਗਦਾ ਮੈਨੂੰ। ਸੂਰਮਾ ਪਹਿਚਾਣਿਆ ਤੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਕਰਨ ਲੱਗੇ ਦੋਵੇਂ। ਮੁਸ਼ਟ ਪ੍ਰਹਾਰ ਕਰਨ ਲੱਗਾ ਘਰੀ ਯਾਰ ਮਨੋ। ਦੋਵੇਂ ਫਿਰ ਮੁੱਕੀਆਂ ਮਾਰਨ ਲੱਗ ਪਏ ਇੱਕ ਦੂਜੇ ਨੂੰ, ਕੋਈ ਸੁੰਨ ਮੁੱਕੀ ਮਾਰਨ ਲੱਗ ਪਏ। ਮਾਨੋ ਕਿ ਘੜਿਆਲ ਦੇ ਉੱਪਰ ਔਰ ਜਿਹੜਾ ਘੜਿਆਲ ਤੇ ਮਾਰੀ ਦੀ ਸੱਟ ਉਹ ਵੱਜ ਰਹੀ ਹੈ। ਘੜਤ ਲੋਹਾਰ ਜਾਮੇ ਬਲ ਹੈ ਸਮਾਨ ਕੋ। ਜਿਵੇਂ ਲੋਹਾਰ ਲੋਹਾ ਕੱਢਦਾ ਸਾਰੀ ਦਿਹਾੜੀ ਟਨ ਟਨ ਕਰਦਾ ਹੈ, ਐਵੇਂ ਇਹ ਜਿੰਨਾਂ ਵਿੱਚ ਬਲ ਇੱਕੋ ਸਮਾਨ ਹੈ। ਭਾਵ ਭੀਮ ਸੈਨ ਵਿੱਚ ਵੀ 10,000 ਹਾਥੀਆਂ ਜਿੰਨਾ ਬਲ ਹੈ, ਕਰੀਚਕ ਵਿੱਚ ਵੀ ਬਰਾਬਰ ਦਾ ਬਲ ਹੈ। ਤੇ ਦੋਵੇਂ ਹੀ ਜਿਵੇਂ ਲੋਹਾਰ ਲੋਹਾ ਘੜਦਾ ਐਵੇਂ ਮੁੱਕੀਆਂ ਮਾਰਦੇ ਇੱਕ ਦੂਜੇ ਨੂੰ। ਜਦੋਂ ਗੱਜ ਦੋ ਸਿੰਘ ਸ਼ਾਰਦੁਲ ਸੋ। ਅਥਵਾ ਵੀ ਦੋ ਹਾਥੀ ਲੜ ਰਹੇ ਹੈ, ਅਥਵਾ ਦੋ ਸ਼ੇਰ ਹੀ ਲੜ ਰਹੇ ਸਾਰਦੂਲ। ਹਿਰਦੈ ਕ੍ਰੋਧ ਬਹੁ ਹੋ ਨਹਿ ਪਾਏ ਕੋ ਹਾਨ ਕੋ। ਹਿਰਦੇ ਵਿੱਚ ਬੜਾ ਕ੍ਰੋਧ ਹੋਇਆ ਦੋਵਾਂ ਦੇ, ਇੱਕ ਦੂਜੇ ਨੂੰ ਕੋਈ ਨਾਸ ਕਰਨਾ ਹੀ ਨਹੀਂ ਪਾ ਰਿਹਾ, ਖਤਮ ਹੀ ਨਹੀਂ ਹੋ ਰਿਹਾ ਇੱਕ ਦੂਸਰੇ ਕੋ। ਲਾਗਤ ਚਪੇਟ ਭਈ ਭਿੜਨੇ ਕੀ ਭੇਟ। ਜਦੋਂ ਭਿੜਨ ਦੀ ਭੇਟ ਹੋਈ ਨਾ, ਮਿਲਾਪ ਆਪੋ ਵਿੱਚ ਭਿੜੇ ਐ, ਇੱਕ ਦੂਜੇ ਦੇ ਚਪੇੜਾਂ ਲੱਗਦੀਆਂ ਤਾੜ ਤਾੜ। ਲੱਖ ਸੁਬਟ ਸਹੇਟ ਮਨ ਕਰ ਅਭਿਮਾਨ ਕੋ। ਮਨ ਵਿੱਚ ਬਹੁਤ ਹੰਕਾਰ ਜਾ ਕਰਕੇ ਇਕੱਠੇ ਹੋ ਕੇ ਸੂਰਮੇ ਜਾਣ ਕੇ ਲੜਦੇ। ਉਹ ਕਹਿੰਦਾ ਮੈਂ ਇਹਨੂੰ ਮਾਰ ਦੇਣਾ, ਉਹ ਕਹਿੰਦਾ ਮੈਂ ਇਹਨੂੰ ਮਾਰ ਦੇਣਾ ਹੈ। ਲਾਤਨ ਕੋ ਮਾਰਨ ਮੁਖ ਬਚਨ ਉਚਾਰਨ ਹੈ। ਲੱਤਾਂ ਨੂੰ ਮਾਰਦੇ, ਮੁੱਖੋਂ ਨਹੀਂ ਕਹਿੰਦੇ ਵੀ ਤੂੰ ਕੌਣ, ਉਹ ਕਹਿੰਦਾ ਤੂੰ ਕੌਣ ਹੈ, ਬਸ ਲੱਤਾਂ ਮੁੱਕੀ ਮਾਰੀ ਜਾਂਦੇ ਐ। ਦੁਰੇ ਲਰਤ ਹੈ ਮਰੋ ਰਤ ਹੈ ਪਾਨ ਕੋ। ਦੋਰੇ ਲੜਤ ਹੈ ਭਾਵ ਛੁਪੇ ਛੁਪੇ, ਇੱਕ ਦੂਜੇ ਦਾ ਮੂੰਹ ਤੇ ਦਿਸਦਾ ਨਹੀਂ, ਛੁਪੇ ਛੁਪੇ ਲੜੀ ਜਾਂਦੇ ਐ ਤੇ ਇੱਕ ਦੂਜੇ ਦੇ ਹੱਥਾਂ ਨੂੰ ਜਿਹੜਾ ਹੈ ਮਰੋੜਦੇ ਹਨ ਤੇ ਹੱਥ ਇੱਦਾਂ ਘੁਲੀ ਜਾਂਦੇ ਆ ਦੋਵੇਂ ਰਾਤ ਹਨੇਰੇ ਵਿੱਚ। ਕਿਉਂਕਿ ਉਦੋਂ ਕਿਹੜੀਆਂ ਲਾਈਟਾਂ ਸਨ ਜਿਵੇਂ ਅੱਜ ਕੱਲ੍ਹ ਸਕੂਲਾਂ ਵਿੱਚ ਲੱਗੀਆਂ। ਉੱਥੇ ਸੁੰਨੀ ਸੱਖਣੀ ਪਾਠਸ਼ਾਲਾ ਪਈ ਹੋਈ ਸੀ, ਆਪੋ ਵਿੱਚ ਹੀ ਲੜ ਲੜ ਕੇ ਤੇ ਘਸੁੰਨ ਮੁੱਕੀ ਹੋ ਰਹੇ ਸਨ। ਫਿਰ ਜਿਵੇਂ ਭੀਮ ਸੈਨ ਨੇ ਕਰੀਚਕ ਦੀਆਂ ਦੋਵੇਂ ਬਾਹਾਂ ਜਿਹੀਆਂ ਖਿੱਚ ਕੇ ਉਹ ਮਾਰੀਆਂ, ਉਹ ਪ੍ਰਸੰਗ ਰਹਿੰਦਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਦੇਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਵਿਚਾਰਾਂ ਦੀ ਸਮਾਪਤੀ। ਲਾਗਤ ਚਪੇਟ ਭਈ ਭਿੜਨੇ ਕੀ ਭੇਟ। ਲੱਖ ਸੁਬਟ ਸਹੇਟ ਮਨ ਕਰ ਅਭਿਮਾਨ ਕੋ। ਲਾਤਨ ਕੋ ਮਾਰਾ ਮੁਖ ਬਚਨ ਉਚਾਰਨ ਹੈ। ਦੁਰੇ ਲਰਤ ਹੈ ਮਰੋ ਰਤ ਹੈ ਪਾਨ ਕੋ। ਮਰੋਰਤ ਹੈ ਪਾਨ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ